ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਇਹਨਾਂ ਸਾਰੀਆਂ ਚੀਜ਼ਾਂ ਨਾਲ ਜੇ ਸਕਾਮੀ ਹੋ ਕੇ ਕਰੇ ਇਹਨਾਂ ਕੰਮਾਂ ਨੂੰ ਸਹਿਤ ਕਾਮਨਾ ਦੇ ਤਾਂ ਤਿਲਕ ਭਰ ਮਾਣ ਮਿਲ ਜਾਂਦਾ, ਅਤੇ ਜੇ ਨਿਸ਼ਕਾਮ ਹੋ ਕੇ ਕਰੇ ਫਿਰ ਇੰਨਾ ਕੁ ਹੋਵੇਗਾ ਕਿ ਇੱਕ ਚੀਜ਼ ਦਾ ਫਲ ਬਹੁਤਾ ਜ਼ਿਆਦਾ ਚੀਜ਼ ਦਾ ਫਲ ਹੈ, ਜੋ ਬੀਜੈ ਸੋ ਖਾਏ। ਹੁਣ ਬੀਜਿਆ ਹੈ ਆਟਾ ਦਾਲ ਚੌਲ, ਤੀਰਥਾਂ ਤੇ ਜਾ ਕੇ ਨਹਾਉਣਾ ਤੇ ਤਪ ਕਰਨੇ, ਦਾਨ ਕਰਨੇ। ਹੁਣ ਇਹਦੇ ਬਦਲੇ ਜੇ ਅਸੀਂ ਕਹੀਏ ਸਾਨੂੰ ਨਾਮ ਮਿਲ ਜਾਵੇ, ਨਾਮ ਤਾਂ ਨਾਮ ਬਦਲੇ ਹੀ ਮਿਲਣਾ। ਮਹਾਰਾਜ ਕਹਿੰਦੇ ਨਾਮ ਜਪਣ ਨਾਲ ਨਾਮ ਦੀ ਕਿਰਪਾ ਹੁੰਦੀ ਹੈ। ਇਹ ਤਾਂ ਇੱਕ ਸਾਧਨ ਨੇ ਛੋਟੇ ਛੋਟੇ ਇਨਸਾਨ ਨੂੰ ਸ਼ੁਰੂ ਦੇ ਵਿੱਚ ਨਵੇਂ ਰਸਤੇ ਤੇ ਲਾਉਣ ਲਈ, ਮਨ ਦੇ ਟਿਕਾਉ ਲਈ, ਬੁੱਧੀ ਨੂੰ ਮਾੜਾ ਮੋਟਾ ਸ਼ੁੱਧ ਕਰਨ ਲਈ। ਪਰ ਅਸਲ ਵਿੱਚ ਸਤਿਗੁਰੂ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰੋਂ ਇਸ਼ਨਾਨ ਤਾਂ ਸਿਰਫ ਨਾਮ ਨੂੰ ਸੁਣਨ ਨਾਲ ਮੰਨਣ ਨਾਲ ਕਮਾਉਣ ਨਾਲ ਹੀ ਹੁੰਦਾ। ਪਰ ਬੇਨਤੀ ਕਰੇ ਵਾਹਿਗੁਰੂ ਸਾਰੇ ਗੁਣ ਤੇਰੇ ਹੀ ਨੇ, ਮੇਰੇ ਵਿੱਚ ਕੋਈ ਗੁਣ ਨਹੀਂ। ਸੋ ਇਸ ਤਰ੍ਹਾਂ ਜਦੋਂ ਤੱਕ ਸਾਡੇ ਅੰਦਰ ਗੁਣ ਪੈਦਾ ਨਹੀਂ ਹੁੰਦੇ, ਸ਼ਰਧਾ ਭਾਵਨਾ ਮਨ ਦੇ ਅੰਦਰ ਪਿਆਰ, ਉਦੋਂ ਤੱਕ ਭਗਤੀ ਵੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਇਸ ਕਰਕੇ ਸ਼ਰਧਾਵਾਨ ਲੱਭਤੇ ਗਿਆਨਮ ਤਤਪਰ ਹੈ ਸੰਤਿੰਦ੍ਰਿਯ। ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ, ਸ਼ਰਧਾਵਾਨਾਂ ਨੂੰ ਕਿਰਪਾ ਹੁੰਦੀ ਹੈ, ਭਾਵਨਾ ਵਾਲਿਆਂ ਤੇ ਕਿਰਪਾ ਹੁੰਦੀ ਹੈ। ਅੱਜ ਜੋ ਕੁਝ ਹਾਲਾਤ ਨੇ ਪੰਥ ਦੇ, ਉਹ ਇਸੇ ਕਰਕੇ ਹੀ ਖਰਾਬ ਨੇ, ਕਿਉਂਕਿ ਸ਼ਰਧਾ ਭਾਵਨਾ ਪਿਆਰ ਪ੍ਰੇਮ ਕੋਈ ਚੀਜ਼ ਮਨ ਦੇ ਅੰਦਰ ਹੈ ਹੀ ਨਹੀਂ। ਨਾ ਡਰ ਹੈ ਮਹਾਰਾਜ ਦਾ, ਨਾ ਭਉ ਨਾ ਭਾਉ। ਇਸ ਕਰਕੇ ਇਨਸਾਨੀ ਬੁੱਧੀ ਆਪਣਾ ਕਰਮ ਕਰ ਰਹੀ ਹੈ, ਜਿਸ ਦਾ ਇਸ ਢੰਗ ਨਾਲ ਭਾਰੀ ਤੋਂ ਭਾਰੀ ਨੁਕਸਾਨ ਹੋਣ ਦਾ ਡਰ ਰਹਿੰਦਾ। ਸੋ ਆਓ ਸਤਿਗੁਰਾਂ ਅੱਗੇ ਬੇਨਤੀ ਕਰੀਏ, ਸਾਨੂੰ ਸਤਿਗੁਰੂ ਸ਼ਰਧਾ ਭਾਵਨਾ ਪ੍ਰੇਮ ਬਖਸ਼ਿਸ਼ ਕਰਨ, ਭਾਵ ਬਖਸ਼ਿਸ਼ ਕਰਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸਵਸਤ ਆਥ ਬਾਣੀ ਬਰਮਾਓ, ਇਹ ਤੁਕ ਆਪਾਂ ਹਰ ਰੋਜ਼ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਪਰ 99% ਗੁਰੂ ਪਿਆਰੇ ਜੀ ਪੜ੍ਹਦੇ ਨੇ। ਉਹਨਾਂ ਨੂੰ ਜੇ ਪੁੱਛੀਏ ਸਵਸਤ ਆਥ ਬਾਣੀ ਬਰਮਾਓ ਦਾ ਭਾਵ ਅਰਥ ਕੀ ਹੈ, ਉਹ ਕਹਿੰਦੇ ਇਹ ਤਾਂ ਨਹੀਂ ਸਾਨੂੰ ਪਤਾ, ਅਸੀਂ ਪਾਠ ਕਰਦੇ ਹਾਂ। ਕਿਉਂਕਿ ਜਿਹੜਾ ਗੁਰਬਾਣੀ ਦਾ ਅਰਥ ਹੈ, ਜਦੋਂ ਤੱਕ ਅਰਥ ਨਹੀਂ ਮਨ ਦੇ ਅੰਦਰ ਵਸਦਾ, ਭਾਵ ਅਰਥ ਨਹੀਂ ਮਨ ਨੂੰ ਇਕਾਗਰਤਾ ਦੇਣੀ ਹੁੰਦੀ। ਇਸ ਕਰਕੇ ਸਾਨੂੰ ਭਾਵ ਅਰਥਾਂ ਵੱਲ, ਉਹਨਾਂ ਦੇ ਅੰਤਰੀ ਭਾਵਾਂ ਵੱਲ ਧਿਆਨ ਦੇਣਾ ਪੈਂਦਾ। ਸਵਸਤ ਤੋਂ ਭਾਵ ਹੈ ਕਲਿਆਣ ਸਰੂਪ, ਜੋ ਅਕਾਲ ਪੁਰਖ ਹੈ। ਉਸ ਅਕਾਲ ਪੁਰਖ ਤੋਂ ਜੋ ਹੈ ਨਾ, ਆਥ ਤੋਂ ਭਾਵ ਹੈ ਮਾਇਆ। ਸਵਸਤ ਕਲਿਆਣ ਸਰੂਪ ਪਰਮਾਤਮਾ, ਆਥ ਹੁੰਦੀ ਹੈ ਮਾਇਆ। ਬਾਣੀ ਤੋਂ ਭਾਵ ਇੱਥੇ ਹੈ ਬਣੀ। ਬਰਮਾਓ, ਫਿਰ ਮਾਇਆ ਤੋਂ ਫਿਰ ਬਰਮਾਓ, ਬ੍ਰਹਮਾ ਆਦਿਕ ਪੈਦਾ ਹੋਏ ਨੇ, ਉਸ ਤੋਂ ਫਿਰ ਅੱਗੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਜਿਵੇਂ ਸ਼ਬਦ ਆਉਂਦਾ ਹੈ ਭਗਤ ਨਾਮਦੇਵ ਜੀ ਦਾ, ਉਹ ਹੁਕਮਨਾਮਾ ਕੋਈ ਅੱਬਲ ਤਾਂ ਛੇਤੀ ਲੈਂਦਾ ਹੀ ਨਹੀਂ, ਜੇ ਲੈ ਵੀ ਲਵੇ ਤਾਂ ਸਮਝ ਨਹੀਂ ਲੱਗਦਾ ਕੀ ਲਿਖਿਆ ਹੋਇਆ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਕਲੇ ਜਨਾ। ਸੋ ਇਸ ਕਰਕੇ ਪਹਿਲਾਂ ਪੁਰੀਆਂ ਵਾਲੇ ਪ੍ਰਮਾਤਮਾ ਨੇ, ਜਾਂ ਪਹਿਲ ਪੁਰੀਏ ਪੁਰੀਆਂ ਵਾਲਾ ਵਿਸ਼ਨੂੰ ਸਾਜਿਆ ਪ੍ਰਮਾਤਮਾ ਨੇ। ਪੁੰਡਰਕ ਵਨਾ, ਫਿਰ ਚਿੱਟੇ ਰੰਗ ਦਾ ਕਮਲ ਪੈਦਾ ਹੋਇਆ। ਪਾਣੀ ਹੀ ਪਾਣੀ ਸੀ, ਜਦੋਂ ਧਰਤੀ ਹੈ ਹੀ ਨਹੀਂ ਸੀ ਧਰਤੀ ਉੱਤੇ। ਤਾਚੇ ਹੰਸਾ, ਉਹਦੇ ਤੋਂ ਹੰਸ ਦੀ ਸਵਾਰੀ ਵਾਲਾ ਬ੍ਰਹਮਾ ਬਣਿਆ। ਸਗਲੇ ਜਨਾ, ਸਭ ਸ੍ਰਿਸ਼ਟੀ ਬਣੀ। ਇਸੇ ਤਰ੍ਹਾਂ ਹੀ ਇੱਥੇ ਕਹਿੰਦੇ ਨੇ ਕਲਿਆਣ ਸਰੂਪ ਜੋ ਪ੍ਰਮਾਤਮਾ ਹੈ, ਉਹਦੇ ਤੋਂ ਮਾਇਆ ਬਣੀ, ਮਾਇਆ ਤੋਂ ਬਰਮਾਓ ਬ੍ਰਹਮਾ ਪੈਦਾ ਹੋਇਆ, ਫਿਰ ਸ੍ਰਿਸ਼ਟੀ ਪੈਦਾ ਹੋਈ। ਜਾਂ ਫਿਰ ਇਸ ਤਰ੍ਹਾਂ ਸਮਝ ਲਓ ਕਿ ਸਵਸਤ ਤੋਂ ਭਾਵ ਜੋ ਕਲਿਆਣ ਸਰੂਪ ਪ੍ਰਮਾਤਮਾ, ਆਥ ਦਾ ਮਤਲਬ ਹੈ। ਇਹ ਦੋਨੋਂ ਹੀ ਅਰਥ ਨੇ। ਆਥ ਤੋਂ ਭਾਵ ਹੈ,
ਉਹ ਤੋਂ ਬ੍ਰਹਮਾ ਆਦਿਕ ਹੋਏ, ਬ੍ਰਹਮਾ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ। ਕੌਣ ਕਹਿੰਦਾ? ਬਾਣੀ। ਬਾਣੀ ਤਾਂ ਉਦੋਂ ਰਚਨਾ ਨਹੀਂ ਸੀ ਹੋਈ। ਕਹਿੰਦੇ ਨਹੀਂ, ਵੇਦ ਬਾਣੀ ਵੀ ਇਸੇ ਤਰ੍ਹਾਂ ਹੀ ਕਹਿੰਦੀ, ਕਿਉਂਕਿ ਵੇਦਾਂ ਵਿੱਚ ਵੀ ਇਹੀ ਚੀਜ਼ ਲਿਖੀ ਹੋਈ ਹੈ। ਸਿੱਧ ਕਹਿਣ ਲੱਗੇ ਕੋਈ ਪੱਕੀ ਲਿਖੀ ਹੋਈ ਗੱਲ ਦੱਸੋ। ਇੱਕੋ ਮਤ ਆਖੋ ਪੱਕਾ ਵੀ ਜਗਤ ਦੀ ਉਤਪਤੀ ਕਿਵੇਂ ਹੋਈ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਵਸਥ ਜੋ ਕਲਿਆਣ ਸਰੂਪ, ਜੋ ਪਰਮੇਸ਼ਰ ਆਸ ਤੋਂ ਭਾਵ ਹੈ, ਉਸ ਤੋਂ ਪਹਿਲਾਂ ਬਾਣੀ ਹੋਈ। ਅਸਲ ਵਿੱਚ ਗੱਲ ਇਹ ਆ, ਕਿਉਂਕਿ ਸਾਰੇ ਭਾਵ ਤਾਂ ਲੈਂਦੇ ਆ ਕਿ ਕਿਸੇ ਢੰਗ ਨਾਲ ਕੋਈ ਭਾਵ ਅਰਥ ਬਣਦਾ, ਕਿਸੇ ਨਾਲ ਕੋਈ ਬਣਦਾ, ਕੋਈ ਕਿਸੇ ਤਰ੍ਹਾਂ ਉਤਪਤੀ ਮੰਨਦਾ, ਕੋਈ ਕਿਵੇਂ ਮੰਨਦਾ। ਸਾਰੇ ਇੱਕੋ ਹੀ ਪੰਕਤੀ ਆ, ਸਾਰਿਆਂ ਨੂੰ ਹੀ ਸੇਧ ਦੇ ਦਿੰਦੀ ਹੈ। ਇੱਕੋ ਹੀ ਪੰਕਤੀ ਹਰੇਕ ਧਰਮ ਵਾਲੇ ਨੂੰ ਉਹਦੇ ਮੁਤਾਬਕ ਇਹਦਾ ਅਰਥ ਬਣ ਜਾਂਦਾ। ਕਲਿਆਣ ਸਰੂਪ ਨੇ ਮਾਇਆ ਬਣਾਈ, ਮਾਇਆ ਤੋਂ ਫਿਰ ਬ੍ਰਹਮਾ, ਬ੍ਰਹਮਾ ਤੋਂ ਫਿਰ ਸਾਰੇ। ਕਹਿੰਦੇ ਇਹ ਤਾਂ ਲਿਖਿਆ ਹੋਇਆ ਵੇਦਾਂ ਸ਼ਾਸਤਰਾਂ 'ਚ ਜਾਂ ਆਮ ਜੋ ਪਤਾ। ਹੁਣ ਤੁਸੀਂ ਕਿਰਪਾ ਕਰਕੇ ਇਹ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਦੱਸੋ ਵੀ ਵੈਸੇ ਬਣਿਆ ਕਿੱਦਾਂ ਹੈ ਸੰਸਾਰ, ਤੁਹਾਡਾ ਕੀ ਖਿਆਲ ਹੈ? ਤੁਹਾਨੂੰ ਤਾਂ ਸਾਰਾ ਪਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਕਿਵੇਂ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸਲ ਵਿੱਚ ਮੇਰਾ ਵਿਚਾਰ ਐਸਾ ਹੈ, ਜੋ ਸਾਨੂੰ ਹੁਣ ਆਪਣੇ ਆਪ ਨੂੰ ਤਾਂ ਨਿਰੰਕਾਰ ਨਹੀਂ ਕਹਿੰਦੇ ਹਨ, ਕਹਿੰਦੇ ਜੋ ਸਾਨੂੰ ਅਨੁਭਵ ਕਰਾਇਆ ਕਰਤਾਰ ਨੇ, ਜੋ ਦਿਖਾਇਆ ਹੈ ਕਿ ਸਾਰਿਆਂ ਨਾਲੋਂ ਪਹਿਲਾਂ ਕਲਿਆਣ ਸਰੂਪ ਪਰਮਾਤਮਾ ਨੇ ਜੋ ਹੈ ਨਾ ਬਾਣੀ ਦਾ ਉਚਾਰਨ ਕੀਤਾ। ਕਿਹੜੀ ਬਾਣੀ? ਏਕੋ ਹੰ ਬਹੁ ਸਿਆਮ ਪਰਜਾਏ, ਜਾਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਉਹਦਾ ਵਿਚਾਰ ਹੋਇਆ ਹੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਪਾਰਾਵਾਰ ਤੋਂ ਰਹਿਤ ਪੈਦਾ ਕਰ ਦਿੱਤੀ। ਕਿਉਂਕਿ ਅਲੱਗ-ਅਲੱਗ ਮੱਤਾਂ ਕਰਕੇ ਆਪਾਂ ਦੇਖਦੇ ਹਾਂ ਕਿ ਉਹਨਾਂ ਨਿਸ਼ਾਨੇ ਨੂੰ ਪੂਰਾ ਕਰਨ ਲਈ ਮਹਾਰਾਜ ਦੱਸਦੇ ਨੇ। ਸਾਂਖ ਮੱਤ ਵਾਲੇ ਕਹਿੰਦੇ ਨੇ ਪ੍ਰਕਿਰਤੀ ਦੇ 3 ਗੁਣਾਂ ਦਾ ਆਤਮਾ ਤੋਂ ਵੱਖਰਾ ਹੋਣਾ ਜਾਂ ਭੇਦ ਗਿਆਨ ਨੂੰ ਹੀ ਮੋਕਸ਼ ਮੰਨਦੇ ਨੇ। ਨਿਆਇਕ ਅਤੇ ਵਿਸ਼ੇਸ਼ਕ ਵਾਲੇ ਇਹਨਾਂ ਦੋਹਾਂ ਦੇ ਮੱਤ ਵਿੱਚ 21 ਦੁੱਖਾਂ ਦੇ ਅਭਾਵ ਨੂੰ ਹੀ ਮੋਕਸ਼ ਮੰਨਦੇ ਨੇ ਵੀ 21 ਦੁੱਖ ਮੁੱਕ ਗਏ, ਮੁਕਤੀ ਹੋ ਗਈ। 6 ਇੰਦਰੀਏ, 6 ਵਿਸ਼ੇ, 6 ਗਿਆਨ, 1 ਸਰੀਰ, ਦੁੱਖ ਸੁੱਖ। ਇਹਨਾਂ 21 ਤੋਂ ਦੁੱਖਾਂ ਤੋਂ ਆਤਮਾ ਦਾ ਰਹਿਤ ਹੋਣਾ ਜਿਹੜਾ ਹੀ ਮੁਕਤੀ ਮੰਨਿਆ। 5 ਗਿਆਨ ਇੰਦਰੀਏ ਤੇ 1 ਮਨ, ਇਹ 6 ਇੰਦਰੀਏ ਹੈ। ਕਿਉਂਕਿ ਨਿਆਇਕਾਂ ਤੇ ਵਿਸ਼ੇਸ਼ਕਾਂ ਇਹਨਾਂ ਦੋਹਾਂ ਨੇ ਮਨ ਨੂੰ ਇੰਦਰੀਆਂ ਮੰਨਿਆ। ਇਸੇ ਤਰ੍ਹਾਂ ਮੀਮਾਂਸਕ ਸਵਰਗ ਪ੍ਰਾਪਤੀ ਦੀ ਮੁਕਤੀ ਮੰਨਦੇ ਨੇ। ਜਿਸ ਸੁੱਖ ਦਾ ਕਦੇ ਨਾਸ਼ ਨਾ ਹੋਵੇ ਉਹਨੂੰ ਸਵਰਗ ਮੰਨਦੇ ਨੇ। ਸੋ ਇਸ ਤਰ੍ਹਾਂ ਹੈ ਕਿ ਜਦੋਂ ਸਿੱਧ ਕਰਨਾ ਕਿਸੇ ਚੀਜ਼ ਨੂੰ, ਹੁਣ ਮਹਾਰਾਜ ਨੇ ਪਹਿਲਾਂ ਤਾਂ ਦੱਸਿਆ ਦੂਸਰਿਆਂ ਦੇ ਮਤ ਅਨੁਸਾਰ ਜੋ ਜੋ ਕਿਸੇ ਨੇ ਕਿਹਾ, ਪਰ ਸਤਿਗੁਰੂ ਕਹਿੰਦੇ ਸਾਡੇ ਅਨੁਭਵ ਦੇ ਮੁਤਾਬਕ ਜੋ ਸਾਨੂੰ ਪਤਾ ਹੈ ਕਿ ਪ੍ਰਮਾਤਮਾ ਨੇ ਪਹਿਲਾਂ ਬਾਣੀ ਕਹੀ। ਕਿਹੜੀ? ਪ੍ਰਿਥਮੇ ਓਂਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋ ਰਹਾ। ਪ੍ਰਮਾਤਮਾ ਨੇ 10ਵੇਂ ਪਾਤਸ਼ਾਹ ਤਾਂ ਕਹਿੰਦੇ ਨੇ ਓੰਕਾਰ ਉਚਾਰਿਆ ਪਹਿਲਾ ਅੱਖਰ। 10ਵੇਂ ਪਾਤਸ਼ਾਹ ਨੇ ਇਹ ਜੋ ਬਚਨ ਕੀਤਾ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਲਿਖਿਆ। ਦੱਖਣੀ ਓੰਕਾਰ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਖੀਰ ਮੁੱਕਦੀ ਗੱਲ ਓ ਨਮ ਅੱਖਰ ਤ੍ਰੈ ਭਵਨ ਸਾਰ। ਤਿੰਨਾਂ ਭਵਨਾਂ ਦਾ ਸਾਰ ਰੂਪ, ਤਿੰਨਾਂ ਭਵਨਾਂ ਨੂੰ ਸਾਜਣ ਵਾਲਾ ਓੰਕਾਰ ਅੱਖਰ ਹੈ। ਇਸ ਕਰਕੇ ਜਦੋਂ ਓੰਕਾਰ ਕਿਹਾ, ਇੱਛਾ ਕੀਤੀ ਇੱਕ ਤੋਂ ਬਹੁਤੇ ਰੂਪ ਹੋਵਾਂ, ਉਹ ਇੱਛਾ ਦਾ ਨਾਮ ਹੀ ਮਾਇਆ ਹੈ, ਕੁਦਰਤ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨੂੰ ਕੁਦਰਤ ਕਿਹਾ, 10ਵੇਂ ਪਾਤਸ਼ਾਹ ਨੇ ਉਹਨੂੰ ਚੰਡੀ ਕਹਿ ਦਿੱਤਾ। ਸੋ ਇਸ ਤਰ੍ਹਾਂ ਉਹ ਜੋ ਆਦਿ ਕਾਲ ਸ਼ਕਤੀ ਹੈ, ਮਹਾਰਾਜ ਨੇ ਤਾਂ ਸਿਰਫ ਪ੍ਰਮਾਤਮਾ ਦੀ ਜੋਤ ਨੂੰ ਕਿਹਾ ਕਿ ਤੂੰ ਹੀ ਸਭ ਕੁਝ ਹੈ, ਤੂੰ ਹੀ ਹੈ, ਤੂੰ ਹੀ ਹੈ, ਕੋਈ ਹੋਰ ਨਹੀਂ ਉਹਨਾਂ ਨੂੰ ਦਿਖਦਾ। ਕਹਿੰਦੇ ਤੂੰ ਹੀ ਸਭ ਕੁਝ ਹੈ। ਕਹਿੰਦੇ ਮੇਰੀ ਨਿਗਾਹ ਵਿੱਚ ਤਾਂ ਨਰਸਿੰਘ ਬਾਹਰਲਾ ਰੂਪ ਸੀ, ਪਰ ਨਰਸਿੰਘ ਦੇ ਅੰਦਰ ਤੂੰ ਹੀ ਸੀ ਜੋਤ, ਤੂੰ ਹੀ ਹਰਨਾਕਸ਼ ਨੂੰ ਮਾਰਿਆ।
ਰਾਮਚੰਦਰ ਜੀ ਅੰਦਰ ਤੂੰ ਹੀ ਹੋ ਕਰਕੇ ਰਾਵਣ ਨੂੰ ਮਾਰਿਆ, ਕੰਸ ਨੂੰ ਕ੍ਰਿਸ਼ਨ ਹੋ ਕੇ ਮਾਰਿਆ। ਦੁਨੀਆ ਦੇ ਅੰਦਰ ਜਿੰਨੀ ਦੈਵੀ ਸੰਪਦਾ ਹੈ ਇਹਦੇ ਅੰਦਰ ਜੋਤ ਪਰਮਾਤਮਾ ਦੀ ਕਰਮ ਕਰਦੀ ਹੈ। ਜੋ ਵੀ ਕੋਈ ਸ਼ਕਤੀ ਆ ਪਰਮਾਤਮਾ ਦੀ ਹੀ ਹੈ, ਬਾਹਰੋਂ ਇੱਕ ਰੂਪ ਵੱਖਰਾ ਹੈ। ਇਸ ਕਰਕੇ ਫਿਰ ਉਸ ਤੋਂ ਅੱਗੇ ਬਾਣੀ ਤੋਂ ਮਾਇਆ, ਬ੍ਰਹਮਾ, ਵਿਸ਼ਨੂੰ, ਮਹੇਸ਼ ਬਣੇ। ਉਹਨਾਂ ਨੇ ਅੱਗੇ ਸ੍ਰਿਸ਼ਟੀ ਦੀ ਰਚਨਾ, ਵਿਸ਼ਨੂੰ ਨੇ ਰੋਟੀ ਦੇਣੀ, ਸ਼ਿਵ ਜੀ ਨੇ ਸੰਘਾਰ ਕਰਨਾ। ਇਸ ਤਰ੍ਹਾਂ ਕਈ ਜਿਹੜੇ ਵਿਦਾਂਤੀਆਂ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਇਸੇ ਤਰ੍ਹਾਂ ਹੀ ਮੰਨੀ ਹੈ। ਪਰ 360 ਮੱਤਾਂ ਵਿੱਚੋਂ ਇਹੀ ਅਸਲੀ ਮੱਤ ਹੈ। 360 ਮੱਤ ਨੇ, ਉਹਨਾਂ ਵਿੱਚ ਇਹੀ ਆਉਂਦਾ ਕਿ ਪ੍ਰਮਾਤਮਾ ਨੇ ਪਹਿਲਾਂ ਓੰਕਾਰ ਕਿਹਾ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਕਿਹਾ। ਇਸ ਤੋਂ ਫਿਰ ਅੱਗੇ ਸ੍ਰਿਸ਼ਟੀ ਦੀ ਉਤਪਤੀ ਹੋਈ। ਇਹਨੂੰ ਕਹਿੰਦੇ ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਮਹਾਰਾਜ ਕਹਿਣ ਲੱਗੇ ਭਾਈ ਉਹ ਪਰਮੇਸ਼ਰ ਤ੍ਰਈ ਕਾਲ ਬਾਅਦ ਹੋਣ ਕਰਕੇ ਸੱਤ, ਤਿੰਨਾਂ ਕਾਲਾਂ ਚੋਂ ਨਾਸ ਹੀ ਨਹੀਂ ਹੁੰਦਾ। ਸੱਤ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸੁਹਾਣ ਤੋਂ ਭਾਵ ਹੈ ਚੇਤਨ ਸਰੂਪ ਹੈ। ਸਦਾ ਮਨ ਚਾਓ ਤੋਂ ਭਾਵ ਆਨੰਦ ਸਰੂਪ ਹੈ। ਇਹ ਤਿੰਨ ਅੱਖਰ ਨੇ, ਸਤ, ਚੇਤਨ ਤੇ ਆਨੰਦ ਸਰੂਪ। ਸਤ ਤਿੰਨਾਂ ਕਾਲਾਂ ਵਿੱਚ ਸਤ ਰਹਿਣ ਵਾਲਾ ਤੇ ਚਿੱਤ ਹੁੰਦਾ ਚੇਤਨ ਸਰੂਪ, ਆਨੰਦ ਸਰੂਪ। ਇਹ ਜਿਹੜੀਆਂ ਤਿੰਨ ਪ੍ਰਮਾਤਮਾ ਦੇ ਅੰਦਰ ਗੁਣ ਨੇ, ਸਤ, ਚੇਤਨ, ਆਨੰਦ ਸਰੂਪ ਹੋਣ ਕਰਕੇ ਉਹ ਪ੍ਰਣਮਵਾਦ ਤੋਂ ਰਹਿਤ ਹੈ। ਪ੍ਰਣਮਵਾਦ ਤੇ ਵਿਵਰਤਵਾਦ ਦੋ ਹੁੰਦੇ ਨੇ। ਪ੍ਰਣਮਵਾਦ ਜਿਵੇਂ ਦੁੱਧ ਤੋਂ ਦਹੀਂ ਬਣ ਜਾਵੇ, ਪਰ ਦਹੀਂ ਤੋਂ ਮੁੜ ਕੇ ਦੁੱਧ ਨਹੀਂ ਬਣਦਾ। ਅਤੇ ਵਿਵਰਤਵਾਦ ਵਿੱਚ ਇੱਕ ਰੂਪ ਹੀ ਰਹਿਣਾ, ਤਬਦੀਲ ਨਾ ਹੋਣਾ। ਜੇ ਹੋ ਵੀ ਗਿਆ ਤਾਂ ਮੁੜ ਕੇ ਫਿਰ ਉਹੀ, ਜਿਵੇਂ ਪਾਣੀ ਤੋਂ ਬਰਫ਼ ਬਣੀ, ਬਰਫ਼ ਤੋਂ ਫਿਰ ਪਾਣੀ ਬਣ ਗਿਆ। ਪਰਮਾਤਮਾ ਇੱਕ ਰੂਪ ਹੋ ਕੇ, ਅਨੇਕਾਂ ਹੋ ਕੇ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਹੈ। ਸੋ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਨੇ ਕਿ ਇਹ ਉਹਦਾ ਸਰੂਪ ਹੈ ਪਰਮਾਤਮਾ ਦਾ। ਇਹਦੇ ਉਲਟ ਮਾਇਆ ਦਾ ਕੀ ਸਰੂਪ ਹੈ? ਕਹਿੰਦੇ ਸੱਤ ਪਰਮਾਤਮਾ ਹੈ, ਮਾਇਆ ਝੂਠ ਹੈ, ਅਸਤ। ਚਿੱਤ ਚੇਤਨ ਰੂਪ ਪਰਮਾਤਮਾ ਹੈ, ਇਹਦੇ ਉਲਟ ਮਾਇਆ ਜੜ ਹੈ। ਪਰ ਕੰਮ ਦੋਨਾਂ ਤੋਂ ਬਣਦਾ, ਦੋ ਮਿਲ ਕਾਰਜ ਉਪਜਾ ਹੁੰਦਾ ਹੈ, ਕਾਰਨ ਤੇ ਕਾਰਜ। ਸ੍ਰਿਸ਼ਟੀ ਦੇ ਅੰਦਰ ਜਿੰਨੀ ਵੀ ਜੜਤਾ ਹੈ ਮਾਇਆ ਦੀ ਹੈ, ਚੇਤਨ ਸੱਤਾ ਪਰਮਾਤਮਾ ਦੀ। ਦਰਖਤ ਦੇਖਣ ਨੂੰ ਖੜਾ ਜੜ ਹੈ, ਪਰ ਵੱਧ ਵੀ ਰਿਹਾ, ਉਹ ਚੇਤਨ ਸੱਤਾ ਨਾਲ ਵੱਧਦਾ। ਨਿੱਕਾ ਜਿਹਾ ਨਿਆਣਾ ਹੈ, ਉਹਦਾ ਸਰੀਰ ਜੜ ਰੂਪ ਹੈ, ਪਰ ਵੱਧ ਰਿਹਾ ਚੇਤਨ ਸੱਤਾ ਨਾਲ। ਇਸ ਕਰਕੇ ਪਰਮਾਤਮਾ ਦੀ ਸੱਤਾ ਤੇ ਮਾਇਆ ਦੀ ਜੜਤਾ ਨਾਲ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਆਨੰਦ ਸਰੂਪ ਹੈ ਪਰਮਾਤਮਾ ਅਤੇ ਮਾਇਆ ਹੈ ਦੁੱਖ ਰੂਪ। ਮਾਇਆ ਵਿੱਚ ਦੁੱਖ ਹੀ ਦੁੱਖ ਨੇ। ਦੇਖਣ ਨੂੰ ਦੂਰੋਂ ਲੱਗਦਾ ਕਿ ਬੜਾ ਸੁਖੀ ਹੋਵੇਗਾ, ਬੜਾ ਸੁਖੀ ਹੋਵੇਗਾ, ਪਰ ਜਦੋਂ ਉਹਦੇ ਵਿੱਚ ਫਸ ਜਾਂਦਾ ਹੈ ਚੱਕਰ ਵਿੱਚ, ਤਾਂ ਕਹਿੰਦਾ ਮੈਨੂੰ ਛੁਡਾ ਲਓ, ਮੈਂ ਬਹੁਤ ਔਖਾ। ਕਹਿੰਦੇ ਹੁਣ ਨਹੀਂ ਨਿਕਲ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਇਆ ਨਾ, ਇਹ ਦੇਖਣ ਨੂੰ ਦੂਰੋਂ ਹੀ ਬੜੀ ਅੱਛੀ ਲੱਗਦੀ। ਬਸ ਮਹਾਰਾਜ ਕਹਿੰਦੇ ਹੱਥ ਨਾ ਲਾਈ ਕਸੁੰਬੜਾ, ਜਲ ਜਾਸੀ ਢੋਲਾ। ਦੇਖੀ ਕਿਤੇ ਇਹ ਸੰਸਾਰ ਜਿੰਨਾ ਦੇਖਣ ਨੂੰ ਸੋਹਣਾ ਲੱਗਦਾ, ਹਰ ਚੀਜ਼ ਦੇਖਣ ਨੂੰ ਜੋ ਸੋਹਣੀ ਲੱਗਦੀ ਹੈ ਉਹ ਅਸਲ ਵਿੱਚ ਸੋਹਣੀ ਨਹੀਂ। ਉਹਨੇ ਸਾਨੂੰ ਫਸਾਉਣ ਲਈ ਇੱਕ ਰੂਪ ਧਾਰਿਆ, ਜਿਵੇਂ ਡੈਣਾ ਹੁੰਦੀਆਂ ਨੇ। ਡੈਣਾ ਐਸੀਆਂ ਰੂਪ ਸੋਹਣੇ ਸੁਨੱਖੇ ਇਸਤਰੀ ਦਾ ਰੂਪ ਧਾਰਨ ਕਰਕੇ ਖੜ ਜਾਣਾ ਪੁਰਾਣੇ ਸਮੇਂ 'ਚ ਹੁੰਦੀਆਂ ਸੀ। ਫਿਰ ਬੰਦੇ ਨੇ ਆਕਰਸ਼ਿਤ ਹੋ ਕੇ ਉਧਰ ਨੂੰ ਆਉਣਾ, ਜੋ ਨੇੜੇ ਆਉਣਾ ਤੇ ਫਿਰ ਅਸਲੀ ਰੂਪ ਧਾਰ ਕੇ ਉਹਨੂੰ ਖੂਨ ਪੀ ਜਾਣਾ, ਉਹਦਾ ਖਤਮ ਕਰ ਦੇਣਾ। ਇਸੇ ਤਰ੍ਹਾਂ ਦੁਨੀਆ ਦੀ ਹਰ ਚੀਜ਼ ਦੂਰੋਂ ਲੱਗਦੀ ਬੜੀ ਸੁੰਦਰ, ਪਰ ਜਦੋਂ ਬੰਦਾ ਉਹਦੇ ਚੁੰਗਲ 'ਚ ਫਸ ਜਾਂਦਾ ਉਸ ਵਕਤ ਉਹਦਾ ਖੂਨ ਹੀ ਪੀ ਜਾਂਦੀ। ਇਸ ਕਰਕੇ ਦੁੱਖ ਰੂਪ ਹੈ। ਹੁਣ ਸੰਸਾਰ ਦੇ ਜੀਵਾਂ ਦੀ ਖਿੱਚ ਮਹਾਰਾਜ ਵੱਲ ਨੂੰ ਪੈਂਦੀ ਨਹੀਂ ਇੰਨੀ। ਜੇ ਕੋਈ ਗੁਰੂ ਘਰ ਜਾਣਾ, ਇੱਧਰ ਨੂੰ ਆਉਣ ਨੂੰ ਨੱਕ ਹੀ ਨਹੀਂ ਕਰਦੇ। ਜੇ ਕਹਿ ਦੋ ਫਲਾਣੇ ਥਾਂ ਆ ਗੱਲ ਹੈ,
ਅੱਛਾ ਚਲੋ ਉੱਥੇ ਚੱਲਦੇ ਹਾਂ, ਕੋਈ ਰੰਗ ਰੌਣਕ ਹੋਏਗਾ, ਕੋਈ ਮਨੋਰੰਜਨ ਹੋਏਗਾ, ਉਧਰ ਨੂੰ ਸੰਸਾਰ ਭਜਦਾ। ਵਾਸਤਵ ਦੇ ਵਿੱਚ ਉਹ ਰੰਗ ਰੌਣਕ ਦਾ ਮਤਲਬ ਕੀ ਹੈ? ਜ਼ਿੰਦਗੀ ਬਰਬਾਦ, ਮਨੁੱਖਾ ਜਨਮ ਖਰਾਬ, ਕਲਯੁਗ ਹੈ, ਪੁੱਠੀ ਰੀਤੀ ਹੈ। ਜਿੱਥੇ ਠੀਕ ਹੈ ਉਹ ਗਲਤ ਨਜ਼ਰ ਆਉਂਦਾ, ਜੋ ਗਲਤ ਹੈ ਉਹ ਠੀਕ ਨਜ਼ਰ ਆ ਰਿਹਾ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਹੈ ਸੱਤ, ਚੇਤਨ, ਆਨੰਦ ਸਰੂਪ। ਤਿੰਨ ਰੂਪ ਨੇ, ਸੱਤ ਇੱਕ, ਸੁਹਾਣ ਦੂਜਾ, ਸਦਾ ਮਨ ਚਾਉ ਤੀਜਾ ਰੂਪ ਹੈ। ਤਿੰਨ ਰੂਪ ਹਮੇਸ਼ਾ ਪਾਠ ਕਰਦਿਆਂ ਯਾਦ ਰੱਖਣਾ ਕਿ ਸਵਸਥ ਆਥ ਬਾਣੀ ਬ੍ਰਹਮਾਓ। ਸਵਸਥ ਜੋ ਕਲਿਆਣ ਸੂ ਪ੍ਰਮਾਤਮਾ ਹੈ, ਉਹਨੇ ਪਹਿਲਾਂ ਮਾਇਆ ਬਣਾਈ। ਆਥ ਦਾ ਮਤਲਬ ਮਾਇਆ ਵੀ ਹੈ, ਕਿਉਂਕਿ ਮਹਾਰਾਜ ਨੇ ਲਿਖਿਆ ਨਾ, ਗੁਰੂ ਨਾਨਕ ਦੇਵ ਜੀ ਨੇ, ਆਥ ਹੋਏ ਤਾਂ ਮੁਗਧ ਸਿਆਣਾ। ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਆਥ ਦਾ ਮਤਲਬ ਮਾਇਆ ਵੀ ਹੈ, ਆਥ ਦਾ ਮਤਲਬ ਹੈ ਵੀ ਹੈ, ਦੋਨੋਂ ਹੀ ਅਰਥ ਨੇ ਇਹਦੇ। ਸਵਸਥ ਆਥ ਬਾਣੀ ਬ੍ਰਹਮਾਓ। ਪਹਿਲਾਂ ਅਕਾਲ ਪੁਰਖ ਨੇ ਮਾਇਆ ਰਚੀ, ਫਿਰ ਬਚਨ ਕਰ ਦਿੱਤੇ ਓੰਕਾਰ, ਫਿਰ ਬ੍ਰਹਮਾ ਬਣਾਇਆ, ਫਿਰ ਸ੍ਰਿਸ਼ਟੀ ਬਣਾਈ। ਉਹਦਾ ਸਰੂਪ ਆਪਣਾ ਕੀ ਹੈ? ਸੱਤ। ਪਾਠ ਕਰਦੇ ਆ ਇਹ ਚੀਜ਼ ਦਾ ਧਿਆਨ ਰੱਖਣਾ, ਸੱਤ ਹੈ। ਸੋ ਸੁਹਾਣ ਹੈ, ਸੁਹਾਣ ਹੁੰਦਾ ਚੇਤਨ ਸਰੂਪ ਹੈ, ਚੇਤਨ ਹੁੰਦਾ ਹਿੱਲਣ ਜੁਲਣ ਦੀ ਤਾਕਤ ਹੋਣੀ। ਸਦਾ ਮਨ ਚਾਉ ਦਾ ਮਤਲਬ ਆਨੰਦ ਸਰੂਪ। ਜਿਵੇਂ ਪਾਠ ਕਰਦੇ ਆ ਧਿਆਨ ਰੱਖ। ਕਵਣ ਸੋ ਵੇਲਾ ਵਕਤ ਕਵਣ। ਹੁਣ ਕਹਿੰਦੇ ਜਗਤ ਦੀ ਉਤਪਤੀ ਕਿਸ ਵੇਲੇ ਤੇ ਕਿਸ ਸਥਿਤਵਾਰ ਨੂੰ ਹੋਈ ਸੀ? ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਸੀ ਉਦੋਂ ਦਿਨ ਕਿਹੜਾ ਸੀ? ਇਹ ਪ੍ਰਸ਼ਨ ਉਹਨਾਂ ਦਾ ਹੀ ਇੱਥੇ ਲਿਖ ਦਿੱਤਾ ਸਿੱਧਾਂ ਦਾ। ਕਵਣ ਸੋ ਵੇਲਾ, ਵੇਲਾ ਕਿਹੜਾ ਸੀ ਉਦੋਂ? ਵਕਤ ਕਵਣ। ਅਤੇ ਰਾਤ ਦਾ ਕਿਹੜਾ ਵਕਤ ਸੀ? ਵੇਲਾ। ਤੂੰ ਕਿਸ ਵੇਲੇ ਆਇਆ ਸੀ? ਇਹ ਦਿਨ ਨੂੰ ਕਹਿੰਦੇ ਨੇ। ਵਕਤ ਕੀ ਸੀ? ਰਾਤ ਦਾ। ਇਸ ਤਰ੍ਹਾਂ ਦੋ ਚੀਜ਼ਾਂ ਅਲੱਗ-ਅਲੱਗ ਕਰ ਲੈਣੀਆਂ। ਅਥਵਾ ਕਹਿੰਦੇ ਵੇਲਾ ਹਿੰਦੂਆਂ ਦੀ ਬੋਲੀ 'ਚ ਹੈ, ਵਕਤ ਮੁਸਲਮਾਨਾਂ ਦੀ ਬੋਲੀ 'ਚ ਹੈ। 15 ਥਿੱਤਾਂ 'ਚੋਂ ਥਿੱਤ ਕਿਹੜੀ? ਕਵਣ ਥਿੱਤ, ਕਵਣ ਵਾਰ। ਥਿੱਤ ਹੁੰਦੀ 15, ਚੰਦਰਮਾ ਪੂਰਨਮਾਸੀ ਤੋਂ ਅਗਲੇ ਦਿਨ ਏਕਮ ਹਨੇਰ ਪੱਖ ਦੀ, ਫਿਰ 2, 3, 4, 15, ਫਿਰ ਆ ਗਈ ਉਸ ਤੋਂ ਬਾਅਦ ਮੱਸਿਆ। ਮੱਸਿਆ ਤੋਂ ਅਗਲੇ ਦਿਨ ਫਿਰ ਚਾਨਣ ਪੱਖ ਪ੍ਰਾਰੰਭ ਹੁੰਦਾ, ਤਾਂ 1 ਏਕਮ, ਦੂਜ, ਤੀਜ, ਚੌਥ, ਪੰਚਮੀ, ਦਸਵੀਂ। ਇਸ ਤਰ੍ਹਾਂ ਦੀਆਂ ਕੋਈ ਥਿੱਤ ਦੱਸ ਸਕਦੇ ਹੋ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ? ਕਵਣ ਵਾਰ। ਫਿਰ ਇਹ ਦੱਸੋ 7 ਵਾਰਾਂ ਵਿੱਚੋਂ ਵਾਰ ਕਿਹੜਾ ਸੀ? ਮੰਗਲਵਾਰ ਸੀ, ਵੀਰ ਜਾਂ ਸ਼ਨੀਚਰ। ਵੈਸੇ ਤਾਂ ਕੁਐਸਚਨ ਉਹਨਾਂ ਦਾ ਇੱਕ ਢੰਗ ਨਾਲ ਦੇਖੀਏ ਗਲਤੀ ਹੈ, ਕਿਉਂਕਿ ਜਦ ਸ੍ਰਿਸ਼ਟੀ ਬਣੀ ਤਾਂ ਉਦੋਂ ਬਾਅਦ ਹੀ ਇਹ ਵਕਤ ਕਹਿਣ ਲੱਗੇ ਲੋਕੀ, ਵੇਲਾ ਕਹਿਣ ਲੱਗੇ, ਥਿੱਤੀ ਕਹਿਣ ਲੱਗੇ, ਵਾਰ ਬਾਅਦ ਚ ਬਣੇ ਨੇ, ਨਾ ਕਿ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਵਾਰ ਹੁੰਦੇ ਸੀ। ਜਦ ਸ੍ਰਿਸ਼ਟੀ ਨਹੀਂ ਸੀ ਤਾਂ ਥਿੱਤ ਕਿਹਨੇ ਗਿਣਨੀ ਸੀ? ਜਦ ਚੰਦਰਮਾ ਹੀ ਨਹੀਂ ਸੀ ਤੇ ਥਿੱਤ ਕਿੱਥੋਂ ਬਣ ਗਈ? ਚਲੋ ਜੇ ਚੰਦਰਮਾ ਹੁੰਦਿਆਂ ਧਰਤੀ ਵੀ ਸੀ, ਪਾਣੀ ਪਾਣੀ ਸੀ, ਮਨੁੱਖ ਨਹੀਂ ਸੀ ਇੱਥੇ, ਤਾਂ ਕਿਹੜੇ ਮਨੁੱਖ ਨੇ ਉਦੋਂ ਫਿਰ ਇਹ ਪਹਿਲਾਂ ਹੀ ਬਣਾਤੀਆਂ 12 ਥਿੱਤਾਂ? ਇਸ ਕਰਕੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਉਲਝਾਉਣ ਦਾ ਯਤਨ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਆਪਾਂ ਐਵੇਂ ਚੱਕਰ 'ਚ ਪਾ ਲਓ, ਮਹਾਰਾਜ ਆਪੇ ਦੱਸਣਗੇ, ਜੇ ਨਹੀਂ ਦੱਸਣਗੇ ਤਾਂ ਫਿਰ ਫੇਲ ਹੋ ਜਾਣਗੇ ਔਰ ਫਿਰ ਅਸੀਂ ਕਹਾਂਗੇ ਕਿ ਸਾਡਾ ਚੇਲਾ ਬਣ। ਇਹ ਤਾਂ ਉਲਝਣ 'ਚ ਪਾਉਣ ਵਾਲੀ ਗੱਲ ਹੈ। ਜਿਵੇਂ ਕਿਸੇ ਨੇ ਕਿਹਾ ਜਹਾਜ਼ ਡਿੱਗ ਪਿਆ, ਕਹਿੰਦੇ ਪਰ ਦੇਖ ਲਓ ਉਹਦੀ ਜਿਹੜੀ ਬੱਤੀ ਸੀ ਉਹ ਕਦੇ ਬੰਦ ਹੁੰਦੀ ਸੀ, ਕਦੇ ਬੁਝਦੀ ਸੀ, ਕਦੇ ਬੰਦ ਹੁੰਦੀ ਸੀ, ਕਦੇ ਬੁਝਦੀ ਸੀ। ਕਹਿੰਦੇ ਇਹ ਕਿਵੇਂ ਬਈ? ਉਹ ਸੋਚਣ ਵਾਲੇ ਸੋਚਦੇ ਰਹੇ 15 ਮਿੰਟ, 20 ਮਿੰਟ, ਅੱਧਾ ਘੰਟਾ। ਕਹਿੰਦੇ ਵੀ ਇਹ ਨਹੀਂ ਸਾਨੂੰ ਸਮਝ ਲੱਗੀ ਬੱਤੀ ਬੰਦ ਹੁੰਦੀ ਬੁਝਦੀ। ਉਹ ਕਹਿੰਦੇ ਜੀ ਹਾਸਲ ਤਾਂ ਗੱਲ ਉਲਝਣ ਵਾਲੀ ਹੈ ਇਹ। ਕਹਿੰਦੇ ਕਿਵੇਂ? ਕਹਿੰਦੇ ਇਹ ਦੇਖੋ ਬੰਦ ਹੁੰਦੀ ਵੀ ਉਹੀ ਅੱਖਰ ਹੈ, ਬੁਝਦੀ ਵੀ ਉਹੀ ਅੱਖਰ ਹੈ। ਅਸੀਂ ਤਾਂ ਕਹੀ ਨਹੀਂ ਕਿ ਬੰਦ ਹੁੰਦੀ ਤੇ ਜਗਦੀ ਸੀ, ਬੱਤੀ ਤਾਂ ਬੰਦ ਹੀ ਪਈ ਆ। ਅਸੀਂ ਤਾਂ ਕਹਿੰਦੇ ਬੰਦ ਹੁੰਦੀ ਸੀ, ਬੁਝਦੀ ਸੀ, ਬਸ ਇਹ ਕਾਲਾ ਮਾਲਾ ਪਾਤਾ ਵਿੱਚ। ਸਿੱਧਾਂ ਨੇ ਵੇਹੀ ਪ੍ਰਸ਼ਨ ਨੂੰ ਐਸੇ ਢੰਗ ਨਾਲ ਕੀਤਾ, ਜਦ ਸ੍ਰਿਸ਼ਟੀ ਦੀ ਰਚਨਾ 'ਚ ਮਨੁੱਖ ਹੀ ਨਹੀਂ ਸੀਗਾ ਉਦੋਂ, ਤਾਂ ਉਦੋਂ ਕਿਹੜਾ ਵੇਲਾ, ਵਕਤ, ਥਿੱਤ, ਵਾਰ ਬਣਾਏ ਨਹੀਂ? ਜਦੋਂ ਬਣੇ ਹੀ ਨਹੀਂ ਤੇ ਫਿਰ ਸੀ ਕਿਹੜੇ? ਕਵਣ ਸੇ ਰੁੱਤੀ ਮਾਹੁ ਕਵਣ। ਕਹਿੰਦੇ ਮਹਾਰਾਜ ਉਦੋਂ ਰੁੱਤ ਕਿਹੜੀ ਸੀ ਜੀ? ਬਸੰਤ ਰੁੱਤ, ਗ੍ਰੀਖਮ ਰੁੱਤ, ਪਾਵਸ ਰੁੱਤ, ਸਰਦ ਰੁੱਤ, ਹਿਮ ਰੁੱਤ, ਸਿਸਰ ਰੁੱਤ।
ਇਹ 6 ਰੁੱਤਾਂ ਚੋਂ ਕਿਹੜੀ ਰੁੱਤ ਸੀ? ਅਤੇ ਮਾਹ ਕਵਣ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਾ ਮੱਘਰ ਪੋਹ ਮਾਘ ਫੱਗਣ। ਇਹਨਾਂ 12 ਮਹੀਨਿਆਂ ਚੋਂ ਕਿਹੜਾ ਮਹੀਨਾ ਸੀ ਉਦੋਂ ਜੋ ਸ੍ਰਿਸ਼ਟੀ ਰਚਨਾ ਹੋਈ ਹੈ? ਜੇਤ ਹੋਆ ਆਕਾਰ, ਆਕਾਰ ਆੜੇ ਨੂੰ ਕੰਨਾ ਲੱਗਿਆ ਹੋਇਆ। ਕਈ ਵਾਰ ਆਪਾਂ ਖਿਆਲ ਨਹੀਂ ਕਰਦੇ, ਪਾਠ ਕਰਦੇ ਹਾਂ। ਉਹ ਜਿਸ ਵੇਲੇ ਇਸ ਸ੍ਰਿਸ਼ਟੀ ਦਾ ਆਕਾਰ ਤੋਂ ਭਾਵ ਪਸਾਰਾ ਹੋਇਆ ਤਾਂ ਮਹਾਰਾਜ ਕਹਿੰਦੇ ਨੇ ਅਬਲ ਤੇ ਇਹ ਚੀਜ਼ਾਂ ਕਹਿੰਦੇ ਹੋਈ ਹੀ ਨਹੀਂ ਆ। ਚਲੋ ਮੰਨ ਲਓ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਹੌਲੀ ਹੌਲੀ ਬੜੇ ਬੜੇ ਪੰਡਿਤ ਹੋਏ, ਪੁਰਾਣ ਲਿਖੇ ਉਹਨਾਂ ਨੇ, ਫਿਰ ਕਾਜੀ ਹੋਏ ਵੱਡੇ ਵੱਡੇ ਸਿਆਣੇ ਜਿਨ੍ਹਾਂ ਨੇ ਬੜੇ ਬੜੇ ਕੁਰਾਨ ਆਦਿਕ ਲਿਖੇ ਨੇ, ਤੁਹਾਡੇ ਵਰਗੇ ਜੋਗੀ ਹੋਏ ਨੇ ਜਿਨ੍ਹਾਂ ਨੇ ਥਿੱਤਾਂ ਵਾਰਾਂ ਬਣਾਈਆਂ, ਰੁੱਤ ਮਹੀਨੇ ਬਣੇ ਸੰਸਾਰ ਤੇ। ਪਰ ਕਹਿੰਦੇ ਨੇ ਵੇਲ ਨਾ ਪਾਈਆ ਪੰਡਤੀ ਜੀ ਹੋਵੇ ਲੇਖ ਪੁਰਾਣ। ਵਿਆਸ ਵਰਗੇ ਵਸ਼ਿਸ਼ਟ ਮੁਨੀ ਆਦਿਕ ਬੜੇ ਬੜੇ ਪੰਡਤਾਂ ਨੇ ਵੀ ਸ੍ਰਿਸ਼ਟੀ ਦੀ ਉਤਪਤੀ ਦਾ ਵੇਲਾ ਨਹੀਂ ਪਾਇਆ। ਹੁਣ ਇੱਕ ਕਹਿਣ ਲੱਗਿਆ, ਮੈਂ ਕਹਿੰਦਾ ਕਿ ਵਿਆਸ ਆਦਿਕਾਂ ਨੇ ਉਤਪਤੀ ਦਾ ਵੇਲਾ ਪਾਇਆ। ਮਹਾਰਾਜ ਕਹਿਣਗੇ ਅਸੀਂ ਕਹਿੰਦੇ ਆ ਨਹੀਂ ਪਾਇਆ, ਕਿਉਂਕਿ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਹੁੰਦਾ ਹੈ। ਜੇਕਰ ਉਹਨਾਂ ਨੇ ਵੇਲਾ ਪਾਇਆ ਹੁੰਦਾ ਤਾਂ ਪੁਰਾਣਾਂ ਵਿੱਚ ਇਹਦਾ ਲੇਖ ਨਾ ਲਿਖ ਦਿੰਦੇ। ਉਹ 18 ਪੁਰਾਣ ਹੈ, ਵੇਦ ਸ਼ਾਸਤਰ ਹੈ, ਪਰ ਪੁਰਾਣਾਂ ਦੇ ਵਿੱਚ ਲੇਖ ਹੀ ਨਹੀਂ ਲਿਖਿਆ। ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਵੇਲਾ ਨਹੀਂ ਪਾਇਆ। ਚਲੋ ਜੇ ਤੁਸੀਂ ਮੈਨੂੰ ਮੰਨਦੇ ਹੋ ਕਿ ਮੈਂ ਤਾਂ ਬਾਲਕ ਹੀ ਹਾਂ, ਹਾਲੇ ਮਹਾਰਾਜ ਤਾਂ ਬਾਲਾ ਹੀ ਕਹਿੰਦੇ ਸੀ ਨਾ ਕਿ ਬਾਲਕ ਹੈ, ਛੋਟਾ ਜਿਹਾ 25-30 ਸਾਲ ਦੀ ਉਮਰ ਹੈ। ਸਾਡੀਆਂ ਉਮਰਾਂ ਵੱਡੀਆਂ। ਜਿਹੜਾ ਬੰਦਾ ਪਹਿਲਾਂ ਹੋਇਆ ਹੁੰਦਾ ਉਹਨੂੰ ਲੋਕ ਵੱਡਾ ਮੰਨਦੇ ਨੇ, ਜਿਹੜਾ ਬਾਅਦ ਵਿੱਚ ਹੋਇਆ ਹੁੰਦਾ ਉਹਨੂੰ ਛੋਟਾ ਮੰਨਦੇ ਨੇ। ਪਰ ਵਾਸਤਵ ਦੇ ਵਿੱਚ ਦੁਨੀਆ ਅੰਦਰ ਸਭ ਤੋਂ ਪਹਿਲਾਂ ਤਾਂ ਫਿਰ ਧਰਤੀ ਹੋਈ, ਪਾਣੀ ਹੋਇਆ, ਫਿਰ ਇਹਨਾਂ ਨੂੰ ਵੱਡੇ ਮੰਨੀਏ ਸਿਆਣੇ। ਵਕਤ ਨਾ ਪਾਇਓ ਕਾਦੀਆ, ਕਾਜ਼ੀਆਂ ਤੇ ਮੁਹੰਮਦ ਆਦਿਕ ਪੈਗੰਬਰਾਂ ਨੇ ਵੀ ਜਗਤ ਦੀ ਉਤਪਤੀ ਦਾ ਵਕਤ ਤੋਂ ਭਾਵ ਸਮਾਂ ਨਹੀਂ ਪਾਇਆ। ਜੇ ਸਮਾਂ ਪਾਇਆ ਹੁੰਦਾ, ਜੇ ਲਿਖਣ ਲੇਖ ਕੁਰਾਨ, ਜੇ ਸਮਾਂ ਪਾਇਆ ਹੁੰਦਾ ਤਾਂ ਕੁਰਾਨ ਸ਼ਰੀਫ ਵਿੱਚ ਲੇਖ ਲਿਖੇ ਜਾਂਦੇ, ਪਰੰਤੂ ਕੁਰਾਨ ਸ਼ਰੀਫ ਵਿੱਚੋਂ ਕੋਈ ਲੇਖ ਲਿਖਿਆ ਨਹੀਂ ਮਿਲਦਾ। ਇਸ ਗੱਲ ਬਾਰੇ ਨਿਸ਼ਚੈ ਨਹੀਂ ਹੁੰਦਾ ਕਿ ਜਗਤ ਦੀ ਉਤਪਤੀ ਕਦੋਂ ਹੋਈ ਹੈ। ਸੋ ਇੱਕ ਸਾਖੀ ਵੀ ਐਸੀ ਆਉਂਦੀ ਕਿ ਬੜੇ ਵੱਡੇ ਵੱਡੇ ਸੰਦੂਕ ਲੱਦੇ ਹੋਏ ਊਠ ਤੁਰੇ ਜਾਂਦੇ ਨੇ ਰੇਗਿਸਤਾਨ ਦੇ ਵਿੱਚ। ਮੁਹੰਮਦ ਜੀ ਤੁਰੇ ਜਾਣ, ਖੜ ਗਏ, ਉਹ ਕਤਾਰ ਜੀ ਉਹਨਾਂ ਦੀ ਸ਼ਾਮ ਤੱਕ ਮੁੱਕੀ ਨਾ ਹੋਈ। ਇੰਨੇ ਊਠ ਤੇ ਇੰਨੇ ਸੰਦੂਕ ਲੱਦੇ ਆ, ਇਹ ਕਦੋਂ ਮੁੱਕਣੇ ਆ? ਮੈਂ ਲੰਘਣਾ ਸੀ ਪਰਲੇ ਪਾਸੇ। ਉਹ ਕਹਿੰਦੇ ਇੱਕ ਬੰਦਾ ਆਇਆ ਉੱਥੇ, ਉਹ ਕਹਿੰਦਾ ਮੇਰੀ ਉਮਰ 1000 ਸਾਲ, ਮੈਂ ਇੱਥੇ ਹੀ ਖੜਾ, ਮੈਂ ਨਹੀਂ ਕਦੇ ਮੁੱਕਦੀ ਦੇਖੀ, ਇਹ ਲਾਈਨ ਤਾਂ ਲੱਗੀ ਤੁਰੀ ਜਾਂਦੀ ਹੈ। ਉਹ ਕਹਿੰਦੇ ਵੈਸੇ ਸੰਦੂਕਾਂ 'ਚ ਹੈ ਕੀ? ਕਹਿੰਦੇ ਇਹ ਤਾਂ ਮੈਂ ਵੀ ਨਹੀਂ ਦੇਖਿਆ। ਕਹਿੰਦੇ ਉਸ ਵਕਤ ਖੁਦਾ ਨੇ ਐਸਾ ਕੌਤਕ ਕੀਤਾ ਮੁਹੰਮਦ ਜੀ, ਉਸ ਸੰਦੂਕਾਂ ਵਾਲੇ ਊਠ ਦੇ ਉੱਤੇ ਚੜ੍ਹ ਕੇ ਉੱਪਰ ਤੁਰੇ ਜਾਂਦੇ ਤੇ ਸੰਦੂਕ ਖੋਲਿਆ, ਉਹ 'ਚ 4 ਵੱਡੇ ਵੱਡੇ ਆਂਡੇ, ਇੱਕ ਤੋੜਿਆ, ਉਹਦੇ ਵਿੱਚੋਂ 7 ਆਕਾਸ਼ ਤੇ 7 ਪਤਾਲ ਦਿਖੀ ਜਾਣ। ਉੱਤਰ ਆਏ ਥੱਲੇ, ਕਹਿੰਦੇ ਯਾ ਖੁਦਾ ਤੇਰਾ ਕੋਈ ਅੰਤ ਨਹੀਂ। ਇਸ ਕਰਕੇ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਸੋ ਅੱਜ ਕੱਲ ਦੇ ਪੰਡਤਾਂ ਨੇ ਵੀ ਵੇਲਾ ਨਹੀਂ ਪਾਇਆ, ਕਿਉਂਕਿ ਜੇ ਪੁਰਾਣਾਂ ਵਿੱਚ ਲੇਖ ਲਿਖਿਆ ਹੁੰਦਾ ਉਹਨੂੰ ਪੜ੍ਹ ਕੇ ਵੀ ਉਹ ਦੱਸਦੇ। ਤੇ ਜੇ ਪੰਡਤ ਤਾਂ ਚਲੋ ਵਿਚਾਰੇ ਦਿਮਾਗ ਇੰਨੇ, ਹੁਣ ਤਾਂ ਕੰਪਿਊਟਰ ਨਾਲ ਟਾਈਮ ਕੱਢ ਲੈਣ ਤਾਂ ਇਹ ਵੀ ਨਹੀਂ ਕੱਢ ਸਕਦੇ, ਦੱਸ ਹੀ ਨਹੀਂ ਸਕਦਾ ਕੋਈ। ਕਹਿੰਦੇ ਸ੍ਰਿਸ਼ਟੀ ਦੀ ਰਚਨਾ ਹੋਈ ਕਦੋਂ ਆ? ਫਿਰ ਕਹਿੰਦੇ ਤੁਸੀਂ ਦੱਸੋ। ਕਹਿੰਦੇ ਬੜੇ ਬੜੇ ਜੋਗੀ ਬੈਠੇ ਬਣੇ, 1000 ਸਾਲ ਉਮਰ ਤੁਹਾਡੀ, ਥਿਤ ਵਾਰ ਨਾ ਜੋਗੀ ਜਾਣ। ਜਿਸ ਥਿਤ ਅਤੇ ਵਾਰ ਨੂੰ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ, ਉਹ ਥਿਤ ਵਾਰ ਨੂੰ ਗੋਰਖ ਤੁਹਾਡਾ ਜਾਣਦਾ। ਗੋਰਖ ਜੀ ਤੁਸੀਂ ਜਾਣਦੇ? ਮਹਾਰਾਜ ਕਹਿੰਦੇ ਗੋਰਖਾਦ ਜੋਗੀ, ਜੋਗੀ ਤੋਂ ਭਾਵ ਜੋਤਸ਼ੀ ਵੀ ਜਾਣਦੇ ਨਹੀਂ ਹੈ। ਰੁੱਤ ਮਾਹੁ ਨਾ ਕੋਈ, ਅਤੇ ਜਿਸ ਰੁੱਤ ਅਤੇ ਮਹੀਨੇ ਵਿੱਚ ਜਗਤ ਦੀ ਉਤਪਤੀ ਹੋਈ ਹੈ ਉਹ ਵੀ ਨਹੀਂ ਕੋਈ ਜਾਣਦਾ। ਕਿਉਂਕਿ ਜਿਹੜਾ ਅਲੱਗ-ਅਲੱਗ ਬੋਲੀਆਂ ਨੇ, ਵੇਲ ਨਾ ਪਾਈਆ ਪੰਡਤੀ, ਵੇਲਾ ਸੰਸਕ੍ਰਿਤ ਬੋਲੀ 'ਚ, ਵਕਤ ਅਰਬੀ ਬੋਲੀ 'ਚ, ਸੰਸਕ੍ਰਿਤ 'ਚ ਵੇਲਾ ਕਹਿੰਦੇ, ਅਰਥ ਦੋਵਾਂ ਦਾ ਸਮਾਂ ਹੀ ਹੈ। ਸੋ ਇਸ ਕਰਕੇ ਕਹਿੰਦੇ ਨੇ ਜੇ ਵੇਲਾ ਵਕਤ ਵਿਚਾਰਿਆ ਤਾਂ ਕਿਤ ਵੇਲਾ ਭਗਤ ਹੋਏ। ਵੇਲਾ ਵਕਤ ਸਭ ਸੁਹਾਇਆ, ਜਿਦ ਸੱਚਾ ਮੇਰੇ ਮਨ ਭਾਇਆ। ਇਹ ਗੁਰਬਾਣੀ ਅੰਦਰ ਕਿਤੇ ਕਿਤੇ ਬਹੁਤ ਮਹਾਰਾਜ ਨੇ ਉਚਾਰਨ ਕੀਤੇ ਨੇ ਅੱਖਰ। ਹੁਣ ਰੁੱਤ ਅਤੇ ਮਹੀਨੇ ਨੂੰ ਕੋਈ ਜਾਣ ਨਹੀਂ ਸਕਿਆ ਕਿ ਕਿਹੜੀ ਰੁੱਤ ਵਿੱਚ ਸੀ, ਕਿਹੜਾ। ਰੁੱਤਾਂ ਵੀ ਬਦਲਦੀਆਂ ਰਹਿੰਦੀਆਂ ਔਰ ਰੁੱਤ ਕਿਤੇ ਸਦਾ ਇੱਕ ਰਹਿੰਦੀ। ਅੱਜ ਤੋਂ
ਇਸ ਸੰਸਾਰ ਦੇ ਅੰਦਰ ਕੋਈ 10,000 ਸਾਲ ਪਹਿਲਾਂ ਇੱਥੇ ਰੁੱਤ ਹੋਰ ਸੀ, ਬਹੁਤ ਹੀ ਜ਼ਿਆਦਾ ਕੀ ਦੂਰ ਜਾਣਾ। 2003 ਦੇ ਵਿੱਚ 4 ਤੱਕ ਟੋਰਾਂਟੋ 'ਚ ਇੰਨੀ ਬਰਫ਼, ਤੇ 5 ਵਿੱਚ ਬਰਫ਼ ਹੀ ਨਹੀਂ ਪਈ ਨਹੀਂ। ਇਸ ਕਰਕੇ ਸੰਸਾਰ ਦੇ ਅੰਦਰ ਰੁੱਤਾਂ ਦੀ, ਮੌਸਮਾਂ ਦੀ ਤਬਦੀਲੀ 500 ਸਾਲ ਬਾਅਦ, ਕਿਤੇ 200 ਸਾਲ ਬਾਅਦ ਪੋਲੂਸ਼ਨ ਜ਼ਿਆਦਾ ਵੱਧ ਗਿਆ। ਹਿੰਦੁਸਤਾਨ 'ਚ ਪਹਿਲਾਂ ਕਿੰਨੀ ਸਰਦੀ ਪੈਂਦੀ ਸੀ, ਅਕਤੂਬਰ 2 ਨੂੰ 3 ਨੂੰ ਬਰਫ਼ ਪੈ ਜਾਂਦੀ ਸੀ ਹੇਮਕੁੰਟ ਸਾਹਿਬ, ਤੇ ਬਹੁਤ ਠੰਡ ਹੋ ਜਾਂਦੀ ਸੀ, ਕਾਂਬਾ ਲੱਗਦਾ ਸੀ ਨਵੰਬਰ ਦੇ ਮਹੀਨੇ 'ਚ। ਹੁਣ ਦਸੰਬਰ ਦੇ ਮਹੀਨੇ ਵਿੱਚ ਵੀ ਕਾਂਬਾ ਨਹੀਂ ਲੱਗਦਾ ਉੱਥੇ। ਬਸ ਕੀ ਕਹਿਣਾ, ਮੀਂਹ ਪੈ ਗਿਆ ਹੁਣ ਮਾੜਾ ਜਿਹਾ, ਫਿਰ ਉਹਦੇ ਨਾਲ ਠੰਡ ਹੋ ਗਈ। ਰੁੱਤਾਂ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ, ਦੁਨੀਆ ਦੇ ਉੱਤੇ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਸਾਇੰਸਦਾਨ ਕਹਿੰਦੇ ਨੇ ਜੇ ਇਸੇ ਹਾਲਤ 'ਚ ਗਰਮੀ ਰਹੀ, ਸਾਰੇ ਗਲੇਸ਼ੀਅਰ ਪਿੰਘਲ ਜਾਣਗੇ ਤੇ ਇੱਕ ਦਿਨ ਦੁਨੀਆ ਦੇ ਸਿਰਫ ਪਾਣੀ ਹੀ ਦਿਖੇਗਾ, ਸ੍ਰਿਸ਼ਟੀ ਮੁੱਕ ਜਾਣੀ ਹੈ ਇਸ ਤਰ੍ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਾ ਕਰਤਾ ਸੇਠੀ ਕੋ ਸਾਜੇ, ਆਪੇ ਜਾਣੈ ਸੋਈ। ਕਹਿੰਦੇ ਜਿਸ ਵੇਲੇ ਕਰਤਾ ਪੁਰਖ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜਦਾ ਨਾ, ਉਸ ਵੇਲੇ ਨੂੰ ਤਾਂ ਆਪ ਹੀ ਜਾਣਦਾ, ਹੋਰ ਕੋਈ ਨਹੀਂ ਜਾਣ ਸਕਦਾ। ਕਿਉਂਕਿ ਸਾਡੀ ਲਿਮਟ ਹੈ ਗਿਣਤੀ ਦੀ, ਸੰਖ ਤੱਕ ਜਾ ਕੇ ਗਿਣਤੀ ਮੁੱਕ ਜਾਂਦੀ ਹੈ। ਜਦੋਂ ਸਾਡੀ ਨਿੱਕੀਆਂ ਨਿੱਕੀਆਂ ਗੱਲਾਂ ਨੇ, ਨਿੱਕੀਆਂ ਨਿੱਕੀਆਂ ਗਿਣਤੀਆਂ ਨੇ, ਪ੍ਰਮਾਤਮਾ ਦੀ ਗਿਣਤੀ ਤਾਂ ਆਪਾਂ ਜਾਣ ਹੀ ਨਹੀਂ ਸਕਦੇ ਕਿ ਉਹਦੀ ਗਿਣਤੀ ਕਦੋਂ ਹੈ। ਇਸ ਕਰਕੇ ਵਾਹਿਗੁਰੂ ਹੀ ਜਾਣੇ ਸ੍ਰਿਸ਼ਟੀ ਬਣੀ ਕਦੋਂ ਹੈ। ਫਿਰ ਸਿੱਧਾ ਨੇ ਬਚਨ ਕੀਤਾ, ਕਹਿੰਦੇ ਬ੍ਰਹਮਾ ਹੈ, ਇਹਨੇ ਸ੍ਰਿਸ਼ਟੀ ਦੀ ਉਤਪਤੀ ਦੇ ਵੇਲੇ ਸ੍ਰਿਸ਼ਟੀ ਜਦ ਬਣਾਈ, ਇਹ ਤਾਂ ਜਾਣਦੇ ਹੋਣਗੇ ਵੀ ਪਹਿਲਾ ਬੰਦਾ ਇਸ ਵਾਲੇ ਬਣਾਇਆ, ਆਸਾਨ ਹੈ ਜਾਂ ਰੁੱਤ ਹੈ ਜਾਂ ਸਥਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਵੀ ਰਹਿਣ ਦਿਓ, ਇਹ ਬ੍ਰਹਮਾ ਨੇ ਨਹੀਂ ਬਣਾਏ ਸਥਿਤ ਵਾਰ ਰੁੱਤਾਂ। ਇਹ ਤਾਂ ਜਦੋਂ ਬੰਦਿਆਂ ਦੀ ਉਤਪਤੀ ਹੋਈ, ਜਦੋਂ ਬੰਦਾ ਪੈਦਾ ਹੋਇਆ, ਜਦੋਂ ਬੰਦੇ ਵੱਡੇ ਹੋਏ, ਬੰਦੇ ਨੂੰ ਠੰਡ ਲੱਗੀ, ਉਦੋਂ ਬੰਦੇ ਨੇ ਕਿਹਾ ਭਈ ਸਰਦੀ ਆ ਗਈ ਬਈ। ਜਦੋਂ ਬੰਦੇ ਨੂੰ ਗਰਮੀ ਲੱਗੀ, ਉਦੋਂ ਬੰਦਾ ਕਹਿੰਦਾ ਗਰਮੀ ਆ ਗਈ। ਭਈ ਇਹ ਅੱਖਰ ਬੰਦਿਆਂ ਨੇ ਬਣਾਏ ਨੇ, ਬ੍ਰਹਮਾ ਨੂੰ ਨਾ ਠੰਡ ਨਾ ਗਰਮੀ, ਉਹਨੇ ਕੀ ਕਹਿਣਾ ਸੀ। ਜਦ ਦੁਨੀਆ ਦੇ ਉੱਤੇ ਬਿਲਕੁਲ ਪੱਤੇ ਸੁੱਕ ਗਏ, ਪਤਝੜ ਬਣ ਗਈ, ਜਦੋਂ ਫੁੱਲ ਹੀ ਫੁੱਲ ਖਿੜ ਗਏ, ਉਦੋਂ ਬਸੰਤ ਰੁੱਤ ਬਣ ਗਈ। ਇਸ ਕਰਕੇ ਬ੍ਰਹਮਾ ਜੀ ਵੀ ਕੀ ਕਹਿਣ ਕਿ ਕਿਹੜੀ ਰੁੱਤ ਸੀ, ਕਿਹੜਾ ਥਿਤ ਸੀ, ਕਿਹੜੀ ਵਾਰ ਸੀ। ਕੇਵ ਕਰ ਆਖਾਂ ਕੇਵ ਸਾਲ ਆਹੀ, ਕਹਿੰਦੇ ਕਿਸ ਪ੍ਰਕਾਰ ਆਖਣਾ ਕਰੇ ਬ੍ਰਹਮਾ ਕਿ ਫਲਾਣੇ ਵੇਲੇ ਉਹ ਪਰਮੇਸ਼ਰ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ, ਤੇ ਕਿਵੇਂ ਸਲਾਉਣਾ ਕਰੇ ਵਿਸ਼ਨੂੰ ਕਿ ਫਲਾਣੇ ਵੇਲੇ ਉਹ ਪਾਲਦਾ ਹੈ। ਕਿਉਂ ਵਰਨੀ ਕਿਵ ਜਾਣਾ, ਤਾਂ ਕਿਸ ਪ੍ਰਕਾਰ ਵਰਣਨ ਕਰੇ ਸ਼ਿਵ ਕੇ ਫਲਾਣੇ ਵੇਲੇ ਉਹ ਸ੍ਰਿਸ਼ਟੀ ਦਾ ਨਾਸ਼ ਕਰਦਾ ਹੈ। ਕਿਵੇਂ ਵਰਣਨ ਕਰਾਂ ਦੱਸੋ, ਕਿਵੇਂ ਆਖਾਂ, ਕਿਵੇਂ ਸਲਾਹਾਂ, ਕਿਵੇਂ ਵਰਣਨ ਕਰਾਂ, ਕਿਵੇਂ ਜਾਣ ਸਕਦਾ ਹਾਂ, ਕੋਈ ਵੀ ਨਹੀਂ ਜਾਣ ਸਕਦਾ। ਪੰਜਵੇਂ ਪਾਤਸ਼ਾਹ ਨੂੰ ਵੀ ਇਹ ਪ੍ਰਸ਼ਨ ਕੀਤਾ ਸੰਗਤਾਂ ਨੇ। ਮਹਾਰਾਜ ਕਹਿੰਦੇ ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਮਹਾਰਾਜ ਕਹਿੰਦੇ ਕੋਈ ਨਹੀਂ ਜਾਣ ਸਕਦਾ। ਕਹਿੰਦੇ ਮਹਾਰਾਜ ਫਿਰ ਜਾਣਦਾ ਕੌਣ, ਕਹਿੰਦੇ ਆਪਣੀ ਗਤ ਆਪ ਜਾਣੈ, ਸੁਣ ਸੁਣ ਅਵਰ ਵਖਾਨੈ। ਉਦੋਂ ਵੀ ਇਹੀ ਪ੍ਰਸ਼ਨ ਹੋਏ, ਮਹਾਰਾਜ ਸ਼ਿਵ ਜੀ ਜਾਣਦਾ ਹੋਣਾ, ਪੁਰਾਣਾ, ਦੇਵਤੇ ਤਾਂ ਪੁਰਾਣੇ ਆ, ਦੇਵੀਆਂ। ਮਹਾਰਾਜ ਕਹਿੰਦੇ ਸ਼ੰਕਰ ਨਹੀਂ ਜਾਣੈ ਭੇਵ, ਖੋਜਤ ਹਾਰੇ ਦੇਵ, ਦੇਵੀਆਂ ਨਹੀਂ ਜਾਣੈ ਮਰਮ, ਸਭ ਉੱਪਰ ਅਲਖ ਪਾਰ ਬ੍ਰਹਮ। ਇਸ ਕਰਕੇ ਪਰਮਾਤਮਾ ਹੀ ਜਾਣਦਾ ਹੈ। ਤੋ ਪਰਮਾਤਮਾ ਦਾ ਭਜਨ ਕਰਨਾ ਹੀ ਦੱਸ ਦਿਓ ਕਿਰਪਾ ਕਰਕੇ, ਭਗਤੀ ਕਿਵੇਂ ਫਿਰ ਕਰੀਏ। ਕਿਉਂਕਿ ਮਹਾਰਾਜ ਨੇ ਕੋਈ ਰਾਹ ਹੀ ਨਹੀਂ ਦਿੱਤਾ ਉਹਨਾਂ ਨੂੰ, ਰਾਹ ਉਹਨਾਂ ਕੋਲ ਹੈ ਵੀ ਨਹੀਂ ਸੀ। ਸਤਿਗੁਰੂ ਲਈ ਤਾਂ ਉਹ ਨਿੱਕੇ ਨਿੱਕੇ ਨਿਆਣੇ ਐ, ਪਰ ਸਮਝਦੇ ਸੀ ਸਿਆਣੇ ਉਹ। ਕੇਵ ਕਰ ਆਖਾਂ ਕੇ ਵਿਸਾਲ ਆਹੀ, ਕਹਿੰਦੇ ਕਿਸ ਪ੍ਰਕਾਰ ਸਲਾਉਣੇ ਯੋਗ ਪਰਮੇਸ਼ਰ ਦੀ ਇਹ ਗੱਲ ਆਖੀਏ ਕਿ ਕਿਸ ਤਰ੍ਹਾਂ ਉਤਪਤੀ ਕਰਦਾ, ਕਿਉਂ ਵਰਨੀ, ਕਿਸ ਪ੍ਰਕਾਰ ਕਥਨ ਕਰੀਏ ਕਿ ਇਸ ਤਰ੍ਹਾਂ ਉਹ ਪਾਲਣਾ ਕਰਦਾ ਹੈ। ਕਿਵ ਜਾਣਾ ਕਿ ਕਿਸ ਪ੍ਰਕਾਰ ਜਾਣੀਏ ਕਿ ਉਹ ਨਾਸ਼ ਕਰਦਾ ਹੈ। ਮਨ ਬਾਣੀ ਸਰੀਰ ਕਰਕੇ ਕਿਸ ਪ੍ਰਕਾਰ ਜਾਣਨਾ ਕਰੀਏ ਕਿ ਉਤਪਤੀ ਪਾਲਣਾ ਲੈਤਾ ਕਿਵੇਂ ਕਰਦਾ, ਇਹ ਨਹੀਂ ਕਿਸੇ ਨੂੰ ਪਤਾ।
ਸਤਿਗੁਰੂ ਜਾਣਦੇ ਨੇ। ਮਹਾਰਾਜ ਤੁਸੀਂ ਤਾਂ ਜਾਣਦੇ ਹੋ, ਪਰਮੇਸ਼ਰ ਹੋ, ਆਪਾਂ ਵੀ ਪੁੱਛੀਏ ਪਰ ਸਾਨੂੰ ਪਤਾ ਤੁਸੀਂ ਨਿਰੰਕਾਰ ਹੋ, ਸਾਨੂੰ ਤਾਂ ਦੱਸ ਦਿਓ। ਮਹਾਰਾਜ ਕਹਿੰਦੇ ਜੇ ਹਾਂ ਜਾਣਾ, ਭਾਵੇਂ ਮੈਂ ਜਾਣਦਾ ਪਰ ਆਖਾਂ ਨਾ ਹੀ। ਕਹਿੰਦੇ ਕਿਉਂ ਨਹੀਂ ਮਹਾਰਾਜ ਤੁਸੀਂ ਦੱਸਦੇ? ਕਹਿੰਦੇ ਕਹਿਣਾ ਕਥਨ ਨਾ ਜਾਈ। ਕਹਿੰਦੇ ਇੱਕ ਚੀਜ਼ ਹੁੰਦੀ ਹੈ ਉਹ ਅੱਖਰਾਂ 'ਚ ਬਿਆਨ ਕੀਤੀ ਜਾਂਦੀ, ਇੱਕ ਨਹੀਂ ਕੀਤੀ ਜਾਂਦੀ। ਅੱਖਰਾਂ ਦੇ ਵਿੱਚ ਜਿਹੜੀ ਚੀਜ਼ ਨਹੀਂ ਆ ਸਕਦੀ ਉਹਨੂੰ ਆਪਾਂ ਕਥਨ ਕਰਕੇ ਨਹੀਂ ਦੱਸ ਸਕਦੇ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜੇ ਆਪਾਂ ਕਈ ਚੀਜ਼ਾਂ ਦੀ ਕਹੀਏ ਵੀ ਮੈਂ ਫਲਾਨੀ ਚੀਜ਼ ਦੀ ਕਰ ਦੇਵਾਂਗਾ ਵਿਆਖਿਆ, ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ। ਇਸ ਕਰਕੇ ਕਿਸੇ ਚੀਜ਼ ਦੀ ਵਿਆਖਿਆ ਹੁੰਦੀ ਹੈ, ਕਿਸੇ ਚੀਜ਼ ਦੀ ਵਿਆਖਿਆ ਨਹੀਂ ਹੁੰਦੀ। ਕਈ ਭਾਵਨਾਵਾਂ ਹੁੰਦੀਆਂ ਨੇ, ਜਿਹੜੀ ਚਿਹਰੇ ਦੀ ਵਿਆਖਿਆ ਹੈ ਇਹ ਬੋਲ ਕੇ ਨਹੀਂ ਹੁੰਦੀ। ਚਿਹਰੇ ਉੱਤੇ ਜੋ ਹਾਵ ਭਾਵ ਆਉਂਦੇ ਨੇ, ਅੱਖਾਂ ਦੇ ਵਿੱਚ ਜੋ ਚੀਜ਼ ਆਉਂਦੀ ਹੈ, ਇਹ ਸਾਰੀ ਚੀਜ਼ ਅਨੁਭਵ ਦੁਆਰਾ ਹੀ ਦੇਖੀ ਜਾ ਸਕਦੀ। ਇਹ ਅਨੁਭਵੀ ਚੀਜ਼ਾਂ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਨੇ। ਬੱਚੇ ਨੂੰ ਭੁੱਖ ਲੱਗੀ, ਮਾਂ ਨੂੰ ਅਨੁਭਵ ਹੋ ਜਾਂਦਾ। ਬੱਚੇ ਨੂੰ ਸੱਟ ਵੱਜੇ ਹਜ਼ਾਰਾਂ ਮੀਲ ਤੇ, ਮਾਂ ਨੂੰ ਅਨੁਭਵ ਹੋ ਜਾਂਦਾ। ਇੱਕਦਮ ਉੱਠ ਕੇ ਬੈਠੀ ਹੋ ਗਈ, ਕੁਛ ਹੋ ਗਿਆ ਫੋਨ ਕਰੋ। ਇਸ ਤਰ੍ਹਾਂ ਜਿਹੜੀਆਂ ਅਨੁਭਵ ਚੀਜ਼ਾਂ ਉਹ ਅਨੁਭਵ ਦੁਆਰਾ ਹੀ ਦੇਖੀਆਂ ਜਾ ਸਕਦੀਆਂ ਨੇ। ਹੁਣ ਕਈ ਲੋਕ ਕਹਿੰਦੇ ਅਨੁਭਵੀ ਚੀਜ਼ਾਂ ਨੂੰ ਬੋਲ ਕੇ ਦੱਸੋ। ਬੋਲ ਕੌਣ ਸਕਦਾ? ਜਿੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਵ ਕਰੇ ਆਖਾਂ ਕਿਵ ਸਾਲਾਹੀ, ਮਹਾਰਾਜ ਤਾਂ ਆਪ ਕਹਿੰਦੇ ਇਹ ਤਾਂ ਕਥੇ ਹੀ ਨਹੀਂ ਜਾ ਸਕਦਾ। ਨਾਨਕ ਰਤਨਾ ਕਰੜਾ ਸਾਰ। ਅੱਜ ਦੇ ਯੁੱਗ ਵਿੱਚ ਬਹੁਤ ਸਾਰੇ ਲੋਕ ਆਪਾਂ ਨੂੰ ਕਹਿੰਦੇ ਨੇ ਕਿ ਫਲਾਨੀ ਗੱਲ ਦੱਸੋ, ਆਹ ਗੱਲ ਕਿੱਦਾਂ ਹੋ ਸਕਦੀ? ਬੋਲ ਕੇ ਆਪਾਂ ਦੱਸ ਨਹੀਂ ਸਕਦੇ, ਅਨੁਭਵ ਕੀਤੀ ਜਾ ਸਕਦੀ ਹੈ। ਅਨੁਭਵ ਕਰੋ। ਮਨ ਦੇ ਅੰਦਰ ਬਹੁਤੇ ਅੱਖਰ ਨਹੀਂ ਬੋਲੇ ਜਾ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਕਹਿਣ ਨੂੰ ਤਾਂ ਹਰੇਕ ਕੋਈ ਸਿਆਣਾ ਹੀ ਕਹਿੰਦਾ ਆਪਣੇ ਆਪ ਨੂੰ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਮਹਾਰਾਜ ਫਰਮਾਉਂਦੇ ਨੇ ਕਿ ਸਿੱਧੋ ਉਂਝ ਤਾਂ ਸਭ ਕੋਈ ਵਿਖਿਆਨਾਂ ਦੁਆਰਾ ਕਥਨ ਕਰਦਾ, ਇਉਂ ਆਖਦਾ, ਆਖਣ ਵਾਲਾ ਹੋ ਕੇ ਸਭ ਕੋਈ ਆਖਦਾ, ਇੱਕ ਤੋਂ ਇੱਕ ਜ਼ਿਆਦਾ ਸਿਆਣਾ ਬਣਦਾ। ਸੋ ਇਸ ਕਰਕੇ ਕਿ ਉਹ ਪ੍ਰਮਾਤਮਾ ਇਉਂ ਉਤਪਤੀ ਕਰਦਾ, ਇਉਂ ਪਾਲਣਾ ਕਰਦਾ, ਇਉਂ ਨਾਸ਼ ਕਰਦਾ। ਕਿਹਨੂੰ ਕਹਿੰਦਾ? ਜਿਨ੍ਹਾਂ ਨੂੰ ਅੱਗਿਓਂ ਕੁਝ ਆਉਂਦਾ ਹੀ ਨਹੀਂ ਉਹਨਾਂ ਨੂੰ ਬਿਠਾ ਲਓ, 100 ਬੰਦਿਆਂ ਨੂੰ, 200 ਨੂੰ, 500 ਨੂੰ। ਪਿੰਡਾਂ 'ਚੋਂ ਬੰਦੇ ਇਕੱਠੇ ਕਰ ਲਓ, 50 ਲੱਖ ਬੰਦਾ ਬਿਠਾ ਲਓ ਮੂਹਰੇ। ਆ ਨਕਲੀ ਗੁਰੂ ਐਵੇਂ ਕਰਦੇ ਨੇ। 50 ਲੱਖ ਬੰਦਾ ਪਿੰਡਾਂ 'ਚੋਂ ਫੜ ਲਿਆਉਣਾ, ਜਿਹਨੂੰ ਪਤਾ ਹੀ ਨਹੀਂ ਹੁੰਦਾ। ਉਹ ਜੋ ਕਹੀ ਜਾਂਦੇ ਉਹ ਅੱਗੋਂ ਹਾਂ ਹਾਂ ਕਰੀ ਜਾਂਦੇ ਵੀ ਬਾਬਿਆਂ ਨੂੰ ਬੜਾ ਪਤਾ। ਬਈ ਬਾਬਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ। ਜੋ ਉਹਨੇ ਗਪੌੜ ਛੱਡੀ ਉਹ ਲੋਕਾਂ ਨੇ ਮੰਨ ਲਈ। ਮਹਾਰਾਜ ਕਹਿੰਦੇ ਇਉਂ ਆਪਣੇ ਆਪ ਨੂੰ ਇੱਕ ਤੋਂ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣਾ ਲੋਕ ਕਹਿੰਦੇ ਨੇ, ਪਰ ਐਂ ਥੋੜੀ ਗੱਲ ਹੁੰਦੀ। ਗੱਲ ਹੁੰਦੀ ਸਪਸ਼ਟ ਗੱਲ ਦੀ, ਗੱਲ ਹੁੰਦੀ ਅੰਦਰੋਂ ਅਨੁਭਵ ਦੀ। ਸਾਰੇ ਰੂਪ ਵਿੱਚ ਕੋਈ ਪਰਮਾਤਮਾ ਨੂੰ ਦੱਸ ਨਹੀਂ ਸਕਦਾ। ਇਸ ਕਰਕੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ। ਜਿਸ ਪਰਮਾਤਮਾ ਦਾ ਕੀਤਾ ਹੋਇਆ ਸਾਰਾ ਕੁਝ ਹੁੰਦਾ ਨਾ, ਉਹ ਸਾਹਿਬ ਮਾਲਕ ਸਭ ਤੋਂ ਵੱਡਾ ਹੈ। ਉਹਦੀ ਜਿਹੜੀ ਨਾਈ ਤੋਂ ਭਾਵ ਹੁੰਦੀ ਵਡਿਆਈ, ਮਹਿਮਾ ਵੀ ਵੱਡੀ ਹੈ। ਇਸ ਕਰਕੇ ਉਹ ਪਰਮਾਤਮਾ ਹੀ ਵੱਡਾ ਹੈ, ਹੋਰ ਕੋਈ ਵੱਡਾ ਨਹੀਂ। ਨਾਨਕ ਜੇ ਕੋ ਆਪੋ ਜਾਣੈ। ਕਨੌੜਿਆਂ ਦੀ ਵਰਤੋਂ ਵੀ ਹੈ ਬਾਣੀ 'ਚ, ਹੋੜੇ ਦੀ ਵੀ ਹੈ। ਹੋੜਾ ਆਪੋ ਹੁੰਦਾ, ਪੋ ਤੇ ਪੌ। ਇਹ ਜਿਵੇਂ ਐੜੇ ਨੂੰ ਕੰਨਾ, ਪੱਪਾ ਮੁਕਤਾ, ਊੜੇ ਨੂੰ ਔਂਕੜ ਲਾ ਕੇ ਬੋਲੀਏ ਆਪੋ। ਇਸੇ ਤਰ੍ਹਾਂ ਕਨੌੜਾ ਲਾ ਦਈਏ ਤਾਂ ਵੀ ਇਹੀ ਅੱਖਰ ਬਣ ਜਾਂਦਾ ਆਪੋ। ਨਾਨਕ ਜੇ ਕੋ ਆਪੋ ਜਾਣੈ, ਭਾਵ ਕਹਿੰਦੇ ਇਹ ਆਮ ਬੋਲੀ ਵਿੱਚ ਕਈ ਇਲਾਕਿਆਂ 'ਚ ਆਉਂਦਾ, ਉਹ ਆਪੂ ਹੀ ਬਣਿਆ ਫਿਰਦਾ, ਆਪੂ ਜਾਣਦਾ, ਆਪੂ ਜਾਂ ਆਪੋ। ਨਾਨਕ ਜੇ ਕੋ ਆਪੋ ਜਾਣੈ, ਅੱਗਾ ਗਿਆ ਨਾ ਸੋ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਕੋਈ ਇਉਂ ਆਖਦਾ ਕਿ ਉਹਦੇ ਸਮੱਗਰ ਗੁਣਾਂ ਨੂੰ, ਸਾਰੇ ਗੁਣਾਂ ਨੂੰ ਮੈਂ ਜਾਣਦਾ, ਉਹ ਪੁਰਸ਼ ਪਰਲੋਕ ਵਿੱਚ ਗਿਆ ਹੋਇਆ ਸੁਭਾਏਮਾਨ ਨਹੀਂ ਹੁੰਦਾ। ਉਹਨੂੰ ਉੱਥੇ ਚੰਗਾ ਨਹੀਂ ਮੰਨਦੇ। ਉਹਨੂੰ ਉੱਥੇ ਗਏ ਨੂੰ ਪੁੱਛਦੇ ਕਿਉਂ ਬਈ ਦੁਨੀਆ 'ਚ ਬੜਾ ਫੌੜ ਫੜੱਕਾ ਮਾਰ ਰਿਹਾ ਸੀ, ਮੈਨੂੰ ਪਤਾ ਹੈ। ਆ ਮਹਾਰਾਜ ਦੇ ਮੂਹਰੇ ਖੜ ਕੇ ਤਾਂ ਬੋਲਦਾ ਨਾ, ਤੈਨੂੰ ਪਤਾ ਕਿਸੇ ਗੱਲ ਦਾ ਪਤਾ ਤੈਨੂੰ? ਮਹਾਰਾਜ ਕਹਿੰਦੇ ਤੂੰ ਆਪਣੀ ਝੂਠੀ ਸ਼ੋਹਰਤ ਬਣਾਉਣ ਲਈ ਉਹ ਗੱਲਾਂ ਕਰਿਆ ਆ ਜਿਹੜੀਆਂ ਅਸੀਂ ਬਾਣੀ 'ਚ ਕਿਹਾ ਸਾਨੂੰ ਪਤਾ ਨਹੀਂ, ਤੇ ਤੂੰ ਉੱਥੇ ਲੋਕਾਂ ਨੂੰ ਕਹੀ ਜਾਂਦਾ ਮੈਨੂੰ ਪਤਾ।
ਅਸੀਂ ਤਾਂ ਲਿਖਤਾ ਨਾਨਕ ਘਟਨਾ ਕਰੜਾ ਸਾਰ, ਤੇ ਤੂੰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨਾਲੋਂ ਜ਼ਿਆਦਾ ਮੈਨੂੰ ਪਤਾ। ਸੋ ਇਸ ਕਰਕੇ ਉਹ ਲੋਕ ਜਿਹੜੇ ਐਸੇ ਗਪੌੜ ਸੰਖੀ, ਉਹਨਾਂ ਦੀ ਪ੍ਰਲੋਕ ਵਿੱਚ ਜਾ ਕੇ ਬਹੁਤ ਬੇਇੱਜ਼ਤੀ ਹੁੰਦੀ, ਸਜ਼ਾ ਮਿਲਦੀ ਉਹਨਾਂ ਨੂੰ। ਇਸ ਕਰਕੇ ਵਾਹਿਗੁਰੂ ਤੋਂ ਡਰ ਕੇ ਰਹੀਏ। ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਹੰਕਾਰੀ ਜਾਣਦਾ, ਉਹ ਅੱਗੇ ਸੰਤਾਂ ਦੀ ਸੰਗਤ ਵਿੱਚ ਆ ਗਿਆ ਸੋਭਦਾ ਨਹੀਂ। ਬਹੁਤਾ ਹੰਕਾਰ ਕਰੇ ਤੇ ਚੰਗੀ ਨਹੀਂ ਹੁੰਦੀ ਗੱਲ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਕਈ ਹੰਕਾਰੀ ਆਏ, ਪਰ ਉਹ ਫਿਰ ਬਾਅਦ ਵਿੱਚ ਨੀਵੀਆਂ ਜਿਹਾ ਪਾ ਕੇ ਬਹਿ ਜਾਂਦੇ ਨੇ ਜਦੋਂ ਹਾਰ ਜਾਂਦੇ ਨੇ। ਸਿੱਧ ਵੀ ਇਸ ਤਰ੍ਹਾਂ ਹੀ ਸੀਗੇ। ਇਸੇ ਤਰ੍ਹਾਂ ਹੀ ਹੋਰ ਵੀ ਕਈ ਜਾਣੇ ਆਏ ਇਤਿਹਾਸਕ ਤੌਰ ਤੇ, ਕਈ ਸਾਖੀਆਂ ਆਉਂਦੀਆਂ ਨੇ। ਆਪਣੇ ਆਪ ਨੂੰ ਕਹਿਣਾ ਵੀ ਮੈਂ ਸਿਆਣਾ, ਤੁਹਾਨੂੰ ਨਹੀਂ ਪਤਾ ਮਹਾਰਾਜ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨਿਰੁੱਤਰ ਕਰ ਦਿੰਦੇ ਨੇ ਜਵਾਬ ਦੇ ਕੇ, ਤਾਂ ਫਿਰ ਬਹੁਤ ਜ਼ਿਆਦਾ ਸ਼ਰਮਸਾਰ ਹੋਣਾ ਪੈਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੋ ਪਰਮਾਤਮਾ ਵਾਹਿਗੁਰੂ ਹੈ, ਉਹ ਜੋ ਹੈ ਉਹ ਉਹੀ ਜਾਣਦਾ। ਆਪਣੀ ਜਿੰਨੀ ਕੁ ਬੁੱਧੀ ਹੈ ਆਪਾਂ ਓਨਾ ਕੁ ਜਾਣ ਸਕਦੇ ਹਾਂ, ਬਸ ਇਦੋਂ ਵੱਧ ਆਪਾਂ ਫਿਰ ਕਹਾਂਗੇ ਬੇਅੰਤ ਹੈ, ਬੇਅੰਤ ਹੈ। ਕਿਉਂ 21ਵੀਂ ਪੌੜੀ ਦੇ 271 ਅੱਖਰ ਮਹਾਰਾਜ ਨੇ ਉਚਾਰਨ ਕਰਕੇ ਸਾਨੂੰ ਗਿਆਨ ਦੀ ਦਾਤ ਬਖਸ਼ੀ। 22ਵੀਂ ਪੌੜੀ ਪਰ ਆਰੰਭ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ। ਇੱਕ ਬੇਨਤੀ ਹੈ ਕਿ ਚਲੋ ਉਹ ਤਾਂ ਨਹੀਂ ਪਤਾ ਕਿਸੇ ਨੂੰ ਸ੍ਰਿਸ਼ਟੀ ਬਣੀ ਕਦੋਂ ਹੈ, ਪਰ ਕਈ ਲੋਕ ਕਹਿੰਦੇ ਨੇ ਇਹ 7 ਪਤਾਲ ਹੈ, 7 ਆਕਾਸ਼ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਆਕਾਸ਼ ਪਤਾਲ ਵੈਸੇ ਹੈ ਕਿੰਨੇ? ਸਤਿਗੁਰੂ ਮਹਾਰਾਜ ਕਹਿਣ ਲੱਗੇ ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ। ਇੱਥੇ ਕੰਨੇ ਹੀ ਲੱਗੇ ਹੋਏ ਨੇ, ਪੱਪੇ ਕੰਨਾ, ਤੱਤੇ ਕੰਨਾ, ਲੱਲੇ ਕੰਨਾ। ਪਾਤਾਲਾ ਪਾਤਾਲ ਲੱਖ, ਇੱਥੇ ਵਿਸ਼ਰਾਮ ਹੈ। ਆਗਾਸਾ ਆਗਾਸ। ਮਹਾਰਾਜ ਕਹਿਣ ਲੱਗੇ ਪਾਤਾਲਾਂ ਦਰ ਪਤਾਲ ਵੀ ਲੱਖਾਂ ਹੀ ਨੇ, ਆਕਾਸ਼ਾਂ ਦਰ ਆਕਾਸ਼ ਵੀ ਅੱਗੇ ਤੋਂ ਅੱਗੇ ਲੱਖਾਂ ਹੀ ਨੇ। ਇਹ ਗੱਲ ਦਾ ਨਿਰਣਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਗਦਾਦ ਵਿੱਚ ਕੀਤਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ, ਜਦੋਂ ਪਹਿਲਾਂ ਤਾਂ ਆਸਾ ਦੀ ਵਾਰ, ਇਸ ਗੱਲ ਤੇ ਕਿੰਤੂ ਕੀਤਾ ਰਾਗ ਨਹੀਂ ਗਾਉਣਾ ਸਾਡੇ ਇਲਾਕੇ 'ਚ। ਫਿਰ ਉਦੋਂ ਬਾਅਦ ਜਪਜੀ ਸਾਹਿਬ ਦਾ ਪਾਠ ਮਹਾਰਾਜ ਨੇ ਜਦੋਂ ਪਹਿਲਾਂ ਪੜ੍ਹਿਆ, ਉਹ ਕਿਤੇ ਲੜਕਾ ਖੜਾ ਸੁਣਦਾ ਸੀ ਬਗਦਾਦ ਵਾਲੇ ਪੀਰ ਦਾ। ਜਦੋਂ ਪਾਠ ਕੀਤਾ ਇੱਥੇ ਪੌੜੀ ਆਈ ਪਾਤਾਲਾ ਪਾਤਾਲ ਲੱਖ, ਆਗਾਸਾਂ ਆਗਾਸ। ਪੀਰ ਦਸਤਗੀਰ ਸੀ ਬਗਦਾਦ 'ਚ। ਉਹਦਾ ਲੜਕਾ ਜਾਂ ਉਹਦਾ ਇੱਕ ਮਰੀਦ ਕਹਿੰਦੇ ਉੱਥੇ ਇਸ਼ਨਾਨ ਕਰਨ ਆਇਆ ਨਦੀ ਤੇ। ਉਹਨੇ ਜਦ ਸੁਣਿਆ ਉਹਨੂੰ ਬੜਾ ਕਰੰਟ ਜਿਹਾ ਲੱਗਿਆ ਕਿ ਮੁਹੰਮਦ ਜੀ ਨੇ ਤਾਂ 7 ਆਕਾਸ਼ 7 ਪਤਾਲ ਕਹੇ ਨੇ, ਆਹ ਪੀਰ ਕੋਈ ਨਵਾਂ ਹੀ ਆਇਆ, ਆਪਣੀ ਕਲਾਮ ਵਿੱਚ ਕੀ ਕਹੀ ਜਾਂਦਾ, ਲੱਖਾਂ ਹੀ ਕਹੀ ਜਾਂਦਾ। ਫਿਰ ਆਸਾ ਦੀ ਵਾਰ ਦੇ ਵਿੱਚ ਵੀ ਉਸ ਵਕਤ ਜਦੋਂ ਕੀਰਤਨ ਸ਼ੁਰੂ ਹੋਇਆ, ਉਹ ਦੌੜਿਆ ਗਿਆ। ਕਹਿੰਦਾ ਜੀ ਬਾਹਰ ਫਕੀਰ ਆਏ ਨੇ 3, ਉਹ ਆਪਣੀਆਂ ਕਲਾਮਾਂ ਵਿੱਚ ਸਭ ਕੁਝ ਗਲਤ ਕਹੀ ਜਾਂਦੇ ਨੇ, ਲੱਖਾਂ ਆਕਾਸ਼ ਲੱਖਾਂ ਪਤਾਲ ਕਹੀ ਜਾਂਦੇ ਨੇ। ਉਹਨਾਂ ਰਾਗ ਗਾਇਆ। ਉਹ ਪੀਰ ਨੂੰ ਬੜਾ ਗੁੱਸਾ ਆਇਆ, ਬੜੀ ਦੁਨੀਆ ਲੈ ਕੇ ਚੱਲਿਆ। ਯਾਲ ਹੀ ਕਰਦੇ ਬੜੇ ਤੁਰੇ ਆਉਂਦੇ ਨੇ, ਹੱਥਾਂ ਵਿੱਚ ਰੋੜੇ ਪਕੜੇ। ਕਹਿੰਦੇ ਜਾਓ ਜਾ ਕੇ ਸਾਹਮਣੇ ਬੈਠੇ ਜਿਹੜੇ 3 ਫਕੀਰ, ਇਹਨਾਂ ਨੂੰ ਰੋੜੇ ਮਾਰ ਮਾਰ ਕੇ ਮਾਰ ਦਿਓ। ਜਦੋਂ ਉਹਨਾਂ ਨੇ ਬਾਹਾਂ ਤਾਹਾਂ ਨੂੰ ਚੁੱਕੀਆਂ ਰੋੜੇ ਮਾਰਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚੀ ਆਵਾਜ਼ ਕਿਹਾ ਸਤਿ ਸ੍ਰੀ ਅਕਾਲ। ਉਹ ਬਾਹਾਂ ਹੀ ਖੜ ਗਈਆਂ ਉੱਥੇ, ਸਭ ਦੀਆਂ ਜਾਮ ਕਰਤੀਆਂ ਬਾਹਾਂ। ਫਿਰ ਕਿੰਨੀ ਦੇਰ ਤੱਕ ਦੇਖਦੇ ਰਹੇ। ਪੀਰ ਬੜਾ ਜ਼ੋਰ ਲਾਵੇ, ਆਪਣੇ ਕਲਾਮ ਪੜ੍ਹੇ, ਬਾਂਹ ਹੀ ਨਾ ਥੱਲੇ ਹੋਵੇ। ਬਾਹਾਂ ਜਦ ਦੁਖਣ ਲੱਗ ਗਈਆਂ, ਰੋਣ ਹੱਕੇ ਹੋ ਗਏ। ਅਖੀਰ ਪੀਰ ਨੇ ਜਾਣਿਆ ਮੈਥੋਂ ਵੱਡਾ ਪੀਰ ਹੈ। ਪੀਰਾਨ ਪੀਰ ਗੁਰੂ ਨਾਨਕ ਦੇਵ ਜੀ ਕਹਿ ਕੇ ਚਰਨਾਂ ਤੇ ਡਿੱਗ ਪਿਆ। ਮਹਾਰਾਜ ਇਹਨਾਂ ਨੂੰ ਵੀ ਠੀਕ ਕਰੋ ਜੀ, ਕਿਰਪਾ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਹ ਜਿਹੜਾ ਹੈ ਨਾ, ਤੁਹਾਡੇ ਨਾਲ ਦੇ ਚੇਲੇ ਬਾਲਕੇ ਨੇ ਤੁਹਾਡੇ, ਇਹ ਹੁਣ ਨਿਰੰਕਾਰ ਦਾ ਨਾਮ ਲੈਣਗੇ ਤਾਂ ਇਹਨਾਂ ਦੀਆਂ ਬਾਹਾਂ ਠੀਕ ਹੋਣਗੀਆਂ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਨਾਮ ਵਾਹਿਗੁਰੂ ਕਹਾ ਕੇ ਉਹਨਾਂ ਦੀਆਂ ਬਾਹਾਂ ਠੀਕ ਕੀਤੀਆਂ। ਸਾਰਿਆਂ ਦੀਆਂ ਥੱਲੇ ਹੋ ਗਈਆਂ। ਨਿਰੰਕਾਰ ਸਤਿ ਸ੍ਰੀ ਅਕਾਲ ਗੁਰਬਰ ਏਕੰਕਾਰ ਕੇ ਪਾਲਾ, ਸੁਣ ਕਰ ਬਾਂਗ ਸਰਬ ਨਰ ਨਾਰੀ, ਸੁਨ ਮੁਨ ਹੋਏ ਇੱਕ ਵਾਰੀ। ਥਾਪੀ ਕਰ ਦਿੱਤੇ ਮਹਾਰਾਜ ਨੇ।
महाराज ने बचन किया सी, निरंकार सत श्री अकाला गुरबर एक अंकार कृपाला। यही महाराज ने जाप शब्द कहा, गुरबर अकाल। महाराज ने जदों सारिਆਂ ਦੇ दिमाग ਟਿਕਾਣੇ ले आंदे कि नाम जपा के जवाब भी दिते। महाराज कहने राग माड़ा नहीं, भांडा माड़ा नहीं, भांडे विच जहर पा के पी लो, जहर माड़ी है, भांडे का की कसूर है। जे उसे गिलास विच दुध पा के पीओ, दुध ताकत दिंदा, जहर पा के पीती मार दिंदी। राग तां एक भांडा है। जे तुसीं राग दे विच गंदे गाने गाउंदे हो तां तुहानूं जहर बन जाना। जे राग विच खुदा दी सिफत करिए तां अमृत बन जांदा। कहने हाँ महाराज ये तां गल सही है। फिर तुसीं ये दसो, पर दूजी गल नहीं सानूं जची तुहाडी कि पाताला पाताल, लख आगासां आगास, ये तुसीं क्यों कहा? मुहम्मद जी होए ने इन्ने वड्डे, उन्होंने सत आकाश सत पताल कहा। महाराज कहते दे उन्होंने सच ही कहा, मैं नहीं कहता उन्होंने झूठ कहा। मुहम्मद जी उन्होंने सत देखे सत कहे, मैं लखां देखे लखां कहे। पीर कहता 14 तबकों की तो खबर है, मैनू लखां हैगे तो दिखा दो। जिवें अजकल लोग कहते दिखाओ संतां। कहते अच्छा भाई चल फिर नाल। कहना मैं तो जी बुढ़ा हो गया, मेरे पुत्र नूं लै जाओ नाल। सो इस करके प्यो पुत्र च की फर्क है, महाराज इहनूं लै जाओ। महाराज कहने कर बच्चा अखां बंद, बैठे उत्थे ही आ। अखां बंद कीतियां, मारी उडारी। मुंदरत नैन किए तन जब ही, तिन जब ही अपर आकाश दिखायो तब ही। होरी आकाश चले गए। कितक दिवस ते बीच बिहारे, बहुर और नभ माहे पधारे। ते को देख कितक दिन माही, आन आकाश बिखा पुन जाही। इस विद सो बहु बरख बिताए, लाख आकाश ताहे दिखराए। फिर पताल च चले गए। पहला आकाश दिखाए लखा, फिर पताल दिखाए। बहुरो गए पतालन माही, पृथ्वी एक दिखावा ताही। कितक दिनन लो फिर कर सारे, बहुरो द्वितीय पताल पधारे। एक पताल विच ही किन्ने दिन लंघे, फिर दूजा पताल, तीजा, लखां दिखाउंदे फिरदे ने महाराज। उत्थे गुरु साहब की संगत भी मिली जाती अग्यों। खड़े हो जाते हैं सारे, धन गुरु नानक, धन गुरु नानक, मत्था टेकते हैं, कड़ाह प्रसाद लेंदे ने, फिरदे चले जाते हैं। सो इस तरह महाराज सच्चे पातशाह कहने चलिए। कहने महाराज हुण तो बहुत चिर हो गया आया नूं, चलो चलिए। लख पताल आकाश दिखाए, बहुरो ओरक हाथ ना आए। भाई गुरदास कहते ने फिर बाबा गया बगदाद नो, बाहर जाए किया स्थाना। एक बाबा अकाल रूप, दूजा रबाबी मरदाना। दित्ती बांग निवाज कर, सुन समान हुआ जहाना। सुन मुन नगरी पई, देख पीर पया हैराना। वेख्या ध्यान लगाए कर, एक फकीर वड्डा मस्ताना। पुछया फिर क्या दस्तगीर, कौन फकीर किसका घरियाना। नानक कल विच आया, रब फकीर इको पहचाना। धरता आकाश चहूं दिस जाना। तो इस तरीके नाल भाई गुरदास जी ने बचन लिखे ने। फिर तकरार हो गई आपस विच। पुछे पीर तकरार करे हो फकीर वड्डा अताई। इत्थे विच बगदाद दे वड्डी करामात दिखलाई। पाताला आकाश लख ओढ़क भाली खबर सुनाई। फिर दुरायन दस्तगीर असी भी वेखा जो तोहे पाई। नाल लीता बेटा पीर दा अखी मीट गया हवाई। लख आकाश पताल लख अख फुरक विच सब दिखलाई। भरकच कौल प्रसाद दा धुरों पतालों लई कड़ाही। जाहर कला ना छपै छपाई। फुरक अख फुरक विच सब दिखलाई। ਉਹ ਕਹਿੰਦਾ कई साल हो गए महाराज आया ਨੂੰ ਚੱਲੀਏ। ਇੱਥੇ ਅੱਖ ਖੋਲੀ ਤਾਂ ਅੱਖ ਫੁਰਕ ਦਾ ਸਮਾਂ ਹੀ ਹੋਇਆ। ਕੜਾਹ ਪ੍ਰਸ਼ਾਦ ਦਾ ਕੌਲ ਭਰ ਲਿਆਂਦਾ, ਸਾਰਿਆਂ ਨੂੰ ਵੰਡਿਆ। ਲਓ ਪਿਤਾ ਜੀ, ਜਿੱਥੇ ਜਾਣੇ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਣੇ ਗੁਰੂ ਨਾਨਕ ਦੀ ਸੰਗਤ। ਕਹਿੰਦੇ ਇੰਨੀ ਸੰਗਤ ਇਹਨਾਂ ਦੀ। ਕਹਿੰਦੇ ਮਹਾਰਾਜ ਕਹਿੰਦੇ ਇੱਕ ਧਰਤੀ ਕਿਤੇ, ਧਰਤੀਆਂ ਦਾ ਤਾਂ ਕੋਈ ਅੰਤ ਨਹੀਂ ਤੇ ਗੁਰੂ ਨਾਨਕ ਦਾ ਵੀ ਕੋਈ ਅੰਤ ਨਹੀਂ। ਇਸ ਕਰਕੇ ਇੱਥੇ 538 ਸਾਲ ਪਹਿਲਾਂ ਆਏ ਮਹਾਰਾਜ। ਇਹ ਦੁਨੀਆ ਵਾਲੇ ਸਮਝਦੇ ਆ ਕਿ ਗੁਰੂ ਨਾਨਕ ਦੇਵ ਜੀ 538 ਸਾਲ ਪਹਿਲਾਂ ਆਏ ਤੇ ਜਿਹੜੀਆਂ ਹੋਰ ਧਰਤੀਆਂ ਤੇ ਆਏ, ਕਿਸੇ ਧਰਤੀ ਤੇ 1000 ਸਾਲ ਪਹਿਲਾਂ ਆਏ ਆ, ਕਿਸੇ ਤੇ ਮਹਾਰਾਜ ਨੇ ਲੱਖ ਸਾਲ ਪਹਿਲਾਂ ਵੀ ਕਿਰਪਾ ਕੀਤੀ ਹੋਣੀ ਆ। ਕਿਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਧਰਤੀ ਤੇ ਹੀ ਆ। ਹੋਰ ਧਰਤੀਆਂ ਵੀ ਹੈਗੀਆਂ, ਹੋਰ ਧਰਤੀ ਤੇ ਸਿੱਖ ਰਹਿੰਦੇ ਹੋਣੇ ਆ, ਹੋਰ ਵੀ ਬਾਣੀ ਪੜ੍ਹਦੇ, ਸੰਗਤ ਵੀ ਹੈ ਗੁਰੂ ਨਾਨਕ ਦੀ।
इस करके महाराज सच्चे पातशाह कोट ब्रह्मंड को ठाकुर स्वामी सर्ब जियां का दाता रे। ਤਾਂ महाराज सच्चे पातशाह कहते ने पातालां विच 45 जीव भी लखां ते आकाशां विच आकाशी जीव भी लखां ही ने। निरापुरा ये नहीं कि आप धरती ते रहन वाले जीव हैं, पताल विच भी जीव ने, आकाश विच भी जीव ने। ताइयों महाराज ने कहना रोगन ते अर सोगन ते जल जोगन ते बहु भांत बचा। पानी विच भी ने जल जोगना, बड़े बड़े जहाज ही खा जांदियां, डुब जांदे ने। इस करके कि मनुख पानी अंदर वड़िया नहीं तो मरिया नहीं, क्योंकि ऑक्सीजन की लोड़ है। बहुत सारिया रूहां ऐसी जिन्होंने ऑक्सीजन की जरूरत ही नहीं रहिंदी, वो पानी अंदर वासा करदियां, कोई आकाश वासा करदियां। ओड़क ओड़क भाल थके, पतालां दे ओड़क नूं ते आकाशां दे ओड़क नूं भाल के थक गए ने। पताली जीवां दे ओड़क नूं भी ते आकाशी जीवां दे ओड़क नूं भाल भाल के थक गए ने। कोई अंत नहीं आ सकता, अंत नूं भाल के थक गए ने, किसी ने अंत नहीं पाया। हिंदू भी, मुसलमान भी, देवता भी, दैंत भी, साधु भी, गृहस्थी भी भालदे भालदे थक गए ने। वेद कहन एक बात, मुसलमानों के मत में जो 18,000 आलम ने वो भी सहस 18 कहन किताबां, 18,000 आलम वो भी कहते ने। ते ये जिहड़े ने वेद कहन एक बात, वेद भी उही गल कहते ने। सहस 18 कहन किताबां, तौरेत, जंबूर, अंजील, कुरान, 4 किताबां भी यही कहदियां ने। सहस हुंदा हजारां ही ग्रंथ, 18 प्राण कहन किताबां, सिमरतियां भी कहदियां ने। 4 वेद भी यह बात कहते ने कि असलू एक धात, धात हुंदी माया, माया रूपी अस, घोड़ी दे एक लूं तो भाव रोम विच करोड़ां ही ब्रह्मंड ने। एक तो यह भाव है इहदा, रोम रोम प्रति लाग ही कोट कोट ब्रह्मंड। कहते असल विच परमात्मा इउं है जिवें एक प्रमाण वजों हुंदी चीज, तो समझण विच देखना है। जिवें एक घोड़ा है, घोड़े का एक वाल होवे, माया परमात्मा च किन्नी का, इन्नी की बस, वाल जिन्नी, तिलक जिन्नी है। असलू एक धात, धात जिहड़ी एक माया, धा जाण वाली माया है ना, तो ਇਹਦੇ ਵਿੱਚ परमात्मा ਦੇ ਵਿੱਚ माया ਇੰਨੀ ਕੀ है, छोटी जी है। लेखा होए तो लिखी है, लेखा होए विनाश। महाराज कहते जे वो सृष्टि का लेखा हो सकता तो कोई लिखीए, लेखे करने वाला बंदा जिहड़ा है लेखा करदा करदा आप ही नाश हो जाता है, ਉਹਦੀ उम्र ही नहीं इन्नी हैगी। लिखे हुए लेखे का या लेखे वाली वस्तु का ही नाश हो जाता है, पर वो परमात्मा सदा अचल अलेख अविनाशी है। इस करके उसका लेखा किवें हो सकता। महाराज 10वें पातशाह कहने अलेख है, लिखण तो रहत है, भेख तो रहत है, नाम तो रहत है, कामना तो रहत है। नानक वड्डा आखीए आपे जाणै आप। महाराज सच्चे पातशाह कहने सिद्धो परमात्मा नूं सब नालों वड्डा करके जाणो। ਉਹ ਆਪਣੀ ਮਹਿਮਾ ਤੇ ਆਪਣੀ ਸ੍ਰਿਸ਼ਟੀ ਨੂੰ ਆਪ ਹੀ ਜਾਣਦਾ ਹੈ, ਤੁਸੀਂ ਇਸ ਚੱਕਰ 'ਚ ਨਾ ਪਾਓ। ਅਸਲ ਵਿੱਚ ਆਪਾਂ ਲੈਣਾ ਆਨੰਦ, ਆਨੰਦ ਲਈਦਾ ਨਾਮ ਜਪ ਕੇ। ਜਿਵੇਂ ਅੱਜ ਦੀ ਦੁਨੀਆ ਨਾਮ ਜਪਣ ਨੂੰ ਕੋਈ ਤਿਆਰ ਨਹੀਂ, ਉਹ ਸਾਰੇ ਜਾਣੇ ਜਰਨਲ ਨੌਲੇਜ ਦੇਈ ਜਾਂਦੇ ਆ ਕੇ। ਜਿਹੜਾ ਆਉਂਦਾ ਕੋਈ ਵਾਹਿਗੁਰੂ ਨਹੀਂ ਕਹਾਉਂਦਾ, ਕੋਈ ਵਾਹਿਗੁਰੂ ਆਪ ਨਹੀਂ ਕਹਿੰਦਾ, कोई सिमरन करके खुश नहीं। वो ये कहते गुरु ग्रंथ साहिब आ इन्नी चीज लिखी है बई, इन्ने अंग होंदे भी, इन्ने राग होंदे भी, इन्नी चीज़ां होंदियां भी। आपां कहने बड़ा बंदा सियाणा, इहनूं बहुत कुछ आउंदा। फिर सारी दुनिया नूं इउं चक्कर च पा लो भी आ बाणी ठीक नहीं, आ बाणी इस तरह हुंदी है। ये घाले माले वाली गल करती ना, सही निशाने तो खुंझाता, सब नूं शंकियां च पाता। मत्था टेकण वाले लोग शंकियां च पै गए। ये अज दीयां गल्लां नहीं, ये अज तो 70-80 साल पहलां भी होईयां। क्यों जदों बहुते ज्यादा सियाणे आ जांदे ने, फिर किंतु परंतु तरह तरह के खड़े कर दिंदे ने। पहलां भी होया 70-80 साल पहलां, कहते 260 अंग ही रहने चाहिए महाराज दे। आखे राम गोबिंद हरि नारायण भगतां दी बाणी, भट्टां दे सूई साहब कढ़ दो, ये बाणी नहीं है। ये 70-80 साल पहलां दी गल। क्यों लोकां नूं इह है कि सिखां दा निश्चय डला दिओ, ये एक जगह टिक ना सकण। क्योंकि मन की एकाग्रता तां हुंदी जे एक जगह मन टिक जे, मन ही ना टिकण दिओ इन्हां दा।
ਜੇ ਮਨ ਟਿਕ ਗਿਆ, ਇਕਾਗਰ ਹੋ ਗਿਆ, ਸਤਿਗੁਰ ਤੇ ਭਰੋਸਾ ਹੋ ਗਿਆ, ਫਿਰ ਤਰ ਜਾਣਗੇ। ਇਸ ਕਰਕੇ ਇਹ ਤਾਂ ਆਪਾਂ ਦੇਖਣਾ, ਜੇ ਕੋਈ ਕੁਛ ਵੀ ਕਹੀ ਜਾਵੇ, ਜਿਹੜਾ ਤਾਂ ਡਟਿਆ ਰਿਹਾ ਉਹ ਤਰ ਗਿਆ, ਜਿਹੜਾ ਡੋਲ ਗਿਆ ਸੋ ਗਿਆ, ਉਹਨੇ ਡੁੱਬ ਜਾਣਾ। ਮਹਾਰਾਜ ਕਹਿੰਦੇ ਜੇ ਡੋਲਣ ਵਾਲਾ ਹੈ ਤਾਂ ਫਿਰ ਕਿਸੇ ਤਕੜੇ ਦੀ ਸੰਗਤ ਕਰ, ਜੇ ਤੈਨੂੰ ਤਕੜਾ ਬਣਾ ਕੇ ਰੱਖੇ। ਨਹੀਂ ਤਾਂ ਹਰੇਕ ਕੋਈ ਡਲਾਊਗਾ ਆਪਾਂ ਨੂੰ, ਹਰ ਕੋਈ ਡਲਾ ਕੇ ਸਿੱਟਣ ਦਾ ਯਤਨ ਕਰੂਗਾ ਆਪਾਂ ਨੂੰ। ਸ਼ੰਕਾ ਕਿੱਥੇ ਨਹੀਂ ਪਾਇਆ ਹੋਇਆ, ਸ਼ੰਕਾ ਤਾਂ ਰੱਬ ਵਿੱਚ ਵੀ ਪਾਤਾ, ਰੱਬ ਹੈ ਕਿ ਨਹੀਂ ਹੈ। ਮਹਾਰਾਜ ਵਿੱਚ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਤੇ, ਜਦ ਗੁਰੂ ਗ੍ਰੰਥ ਸਾਹਿਬ 'ਚ ਇੰਨੇ ਸ਼ੰਕੇ ਪਾਏ ਨੇ, ਤਰ੍ਹਾਂ ਦੀਆਂ ਗੱਲਾਂ ਬਣਾ ਕੇ ਲੋਕਾਂ ਨੂੰ। ਫਿਰ ਅੱਗੇ ਜੋ ਸਤਿਗੁਰਾਂ ਨੇ ਕਿਰਤ ਲਿਖੀ ਕੋਈ ਵੀ, ਉਹਦੇ ਉੱਤੇ ਫਿਰ ਹੋਰ ਕਿੰਤੂ। ਅਸਲ ਵਿੱਚ ਕਿੰਤੂ ਜਿਹੜਾ ਹੈ ਇਹੀ ਸਤਿਗੁਰਾਂ ਤੋਂ ਦੂਰ ਕਰਦਾ, ਭਰੋਸਾ ਡਲਾਉਂਦਾ। ਗੱਲ ਹੈ ਕਿ ਬਾਣੀ ਆਪ ਪੜ੍ਹੋ, ਪੜ੍ਹ ਕੇ ਬਾਣੀ ਦੇ ਵਿੱਚੋਂ ਜੋ ਪ੍ਰਾਪਤੀ ਹੋਈ ਉਹ ਦੱਸੋ ਸਾਰੇ ਜੱਗ ਨੂੰ ਕੀ ਪ੍ਰਾਪਤੀ। ਇਸ ਤਰ੍ਹਾਂ ਐਸੀ ਚੀਜ਼ ਹੁੰਦੀ ਹੈ ਕਿ ਜੇ ਆਪਾਂ ਘੜੀ ਨੂੰ ਖੋਲ ਕੇ ਪਿਛਲੇ ਪਾਸੇ ਪੁੱਠੀ ਦੇਖੀਏ, ਉਹ 'ਚ ਟਾਈਮ ਨਹੀਂ ਦਿਖਦਾ, ਉਹ ਤਾਂ ਗਰਾਰੀਆਂ ਚੱਲਦੀਆਂ ਦਿਖਦੀਆਂ। ਜੇ ਕੋਈ ਕਹੇ ਵੀ ਇਹ ਤਾਂ ਗਰਾਰੀਆਂ ਕੋਈ ਟਾਈਮ ਦੱਸਦੀਆਂ, ਤੂੰ ਤਾਂ ਕਾਮਲਾ ਹੈ, ਗਰਾਰੀਆਂ ਬੰਨੀ ਫਿਰਦਾ ਹੱਥ ਤੇ, ਉਹ ਤੋਂ ਸੁਟਾ ਦਈਏ। ਸਿਆਣੇ ਨੇ ਕਿਹਾ ਟਾਈਮ ਤਾਂ ਇੱਧਰਲੇ ਪਾਸੇ ਆ, ਇਹਦੇ ਮਗਰ ਕਾਹਨੂੰ ਲੱਗਦਾ ਤੂੰ। ਇਸ ਤਰ੍ਹਾਂ ਜਿਹੜੀ ਆਪਾਂ ਕਰਦੇ ਖੋਜ, ਸੌਫਟਵੇਅਰ ਦੇ ਵਿੱਚ ਸਾਰਾ ਕੁਝ, ਟੀਵੀ ਦੇ ਵਿੱਚ ਸਾਰਾ ਕੁਝ ਸਾਹਮਣੇ ਹੁੰਦਾ, ਨਾ ਕਿ ਪੁੱਠਾ ਟੀਵੀ ਕਰਕੇ ਬਹਿ ਜਾਓ, ਆਖੋ ਇਹ ਤਾਂ ਤਾਰਾਂ ਨੇ, ਤੇ ਆਪਾਂ ਵੀ ਖੋਜ ਕਰਨ ਲਈ ਟੀਵੀ ਦੀ, ਤਾਂ ਆਪਾਂ ਸਾਰਾ ਕੁਝ ਖਰਾਬ ਕਰ ਬੈਠਾਂਗੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਾਂ ਗੁਰਾਂ ਦੀ ਬਾਣੀ, ਜੋ ਵੀ ਗੁਰਾਂ ਨੇ ਦਿੱਤੀ ਹੈ ਨਾ ਚੀਜ਼, ਉਹਦੇ ਤੇ ਭਰੋਸਾ ਕਰਕੇ ਉਹਦੇ ਤੋਂ ਜੋ ਰਸ ਲੈਣਾ ਉਹ ਲਈਏ, ਨਾ ਕਿ ਉਹ ਚੀਜ਼ ਦੇ ਵਿੱਚ ਮੈਂ ਖੋਜ ਕਰ ਲਵਾਂਗਾ, ਮੈਂ ਹੋਰ ਖੋਜ ਕਰ ਲਵਾਂਗਾ। ਮਨੁੱਖੀ ਬੁੱਧੀ ਨਹੀਂ ਖੋਜ ਕਰ ਸਕਦੀ, ਕਿਉਂਕਿ ਇਹ ਹੈ ਆਤਮਿਕ ਵਸਤੂ। ਖੋਜ ਕਰਦੇ ਬੁੱਧੀ ਨਾਲ ਖੋਜ ਕਿਵੇਂ ਕਰ ਸਕਦੇ ਇਹਦੀ। ਆਤਮਿਕ ਤੌਰ ਤੇ ਗੁਰਬਾਣੀ ਨੂੰ ਪੜ੍ਹ ਕੇ ਗੁਰੂ ਵਾਲੇ ਬਣ ਕੇ ਇਹਦਾ ਅਭਿਆਸ ਕਰੀਏ, ਇਹ ਖੋਜਾਂ ਕਰਨੀਆਂ ਛੱਡ ਦਈਏ, ਜੇ ਮਨ ਦੀ ਖੋਜ ਕਰੀਏ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ, ਇਸ ਮਨ ਕੋ ਕੋਈ ਖੋਜੋ ਭਾਈ। ਮਹਾਰਾਜ ਕਹਿੰਦੇ ਖੋਜ ਕਰਨੀ ਅੰਦਰ ਦੀ ਕਰੋ। ਗੁਰਬਾਣੀ ਨੇ ਜੋ ਕਿਹਾ ਸੋ ਉਸ ਚੀਜ਼ ਦੀ ਅਰਥ ਵਿਚਾਰ ਕੇ ਫਿਰ ਖੋਜ ਕਰੋ, ਨਾ ਕਿ ਫਰੋਲਾ ਫਰਾਲੀ ਕਰੋ। ਇੱਕ ਹੁੰਦੀ ਫਰੋਲਾ ਫਰਾਲੀ ਕਰਨੀ, ਇੱਕ ਹੁੰਦੀ ਖੋਜ ਕਰਨੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਫਰੋਲਾ ਫਰਾਲੀ ਕਰਨਗੇ ਉਹਨਾਂ ਨੂੰ ਕੱਖ ਨਹੀਂ ਮਿਲਣਾ, ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਉਣਗੇ ਉਹਨਾਂ ਨੂੰ ਸਭ ਕੁਝ ਮਿਲ ਜਾਣਾ। ਇਸ ਕਰਕੇ ਅੱਜ ਦੀ ਦੁਨੀਆ ਮਹਾਰਾਜ ਦੀਆਂ ਬਾਣੀਆਂ ਤੇ ਕਿਰਤਾਂ ਤੇ ਫਰੋਲਾ ਫਰਾਲੀ ਸ਼ੁਰੂ ਕੀਤੀ ਹੋਈ। ਮੈਂ ਬਹੁਤ ਸਿਆਣਾ, ਮੈਨੂੰ ਪਤਾ ਇਹ ਇੱਥੇ ਲਾ ਨਹੀਂ ਚਾਹੀਦੀ ਸੀ, ਇੱਥੇ ਬਿੰਦੀ ਨਹੀਂ ਸੀ ਚਾਹੀਦੀ, ਇੱਥੇ ਆ ਪਾਠ ਗਲਤ ਲਿਖਿਆ, ਠੀਕ ਕਰ ਦਿਓ। 300 ਪਾਠ ਠੀਕ ਕੀਤਾ ਹੋਇਆ ਮਹਾਰਾਜ ਹੁਣ, ਪਰ ਕਿਸੇ ਨੂੰ ਬਾਹਰ ਕਿਹੜਾ ਪਤਾ, ਆਪਣੀ ਮਰਜ਼ੀ ਨਾਲ ਹਰੇਕ ਕੋਈ ਪੈਨ ਚੁੱਕਦਾ ਲਾ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਲੋਕ ਐਸੀਆਂ ਖੋਜਾਂ ਕਰਦੇ ਨੇ ਇਹ ਖੋਜ ਤੱਕ ਹੀ ਰਹਿ ਜਾਣੇ ਆ, ਇਹ ਪੰਡਤਾਂ ਨੂੰ ਖਾਲੀ ਰਹਿ ਜਾਣੇ ਆ। ਤੇ ਜਿਨ੍ਹਾਂ ਨੇ ਮਿਹਨਤ ਕਰਕੇ ਅਭਿਆਸ ਕਰਕੇ ਨਾਮ ਸਿਮਰਨ ਕਮਾਈ ਕੀਤੀ ਹੈ ਉਹਨਾਂ ਨੂੰ ਆਤਮਿਕ ਵਸਤੂ ਮਿਲੀ ਹੈ। ਤਾਈਓ ਕਬੀਰ ਜੀ ਨੇ ਕਿਹਾ ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰ ਬਾਰਾ। ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ, ਤਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜਾ ਤਾਂ ਕਿਆ ਚੀਜ਼ਾਂ। ਹੁਣ ਅਸੀਂ ਕੀ ਕਰੀਏ, ਅਸੀਂ ਕਹਿੰਦੇ ਆਹ ਚੀਜ਼ ਐ ਆਹ ਚੀਜ਼ ਇਉਂ ਹੈ, ਉਹ ਲੋਕ ਨਹੀਂ ਮੰਨਦੇ, ਜਿਹੜੇ ਉਹ ਖੋਜੀ ਨੇ, ਅੱਖਰਾਂ ਦੇ ਖੋਜੀ ਨੇ, ਇੱਧਰਲੇ ਉੱਧਰਲੇ ਖੋਜੀ ਨੇ, ਜਿਹੜੇ ਦੁਨੀਆ ਨੂੰ ਜਰਨਲ ਨੌਲੇਜ ਦੇ ਰਾਹੀਂ ਖਿੱਚਣਾ ਚਾਹੁੰਦੇ ਨੇ। ਤੇ ਮੈਨੂੰ ਬਹੁਤ ਪਤਾ ਹੈ, ਸਭ ਤੋਂ ਫਿਰ ਇਸ ਤੋਂ ਜ਼ਿਆਦਾ ਸਾਇੰਸਦਾਨਾਂ ਨੂੰ ਪਤਾ, ਫਿਰ ਅਸੀਂ ਉਹਨਾਂ ਦੇ ਚੇਲੇ ਬਣ ਜਾਂਦੇ ਸਾਇੰਸਦਾਨਾਂ ਦੇ, ਜੇ ਤੈਨੂੰ ਜ਼ਿਆਦਾ ਪਤਾ। ਇਸ ਕਰਕੇ ਅਸੀਂ ਤਾਂ ਸਾਇੰਸ ਦੀ ਖੋਜ ਨਹੀਂ ਕਰਨੀ, ਅਸੀਂ ਬ੍ਰਹਿਮੰਡਾਂ ਦੀ ਖੋਜ ਨਹੀਂ ਕਰਨੀ, ਅਸੀਂ ਤਾਂ ਆਤਮਿਕ ਵਸਤੂ ਦੀ ਖੋਜ ਕਰਨੀ। ਆਪਣੇ ਦਿਲ ਦੇ ਅੰਦਰ ਜੋ ਹੈ ਸੋ ਸਭ ਮੈਂ ਜੋਤ ਜੋਤ ਹੈ ਸੋਏ, ਉਹਦੀ ਖੋਜ ਕਰਨੀ ਹੈ। ਅਸੀਂ ਤਾਂ ਪ੍ਰਮਾਤਮਾ ਦੇ ਦਰਸ਼ਨ ਕਰਨੇ ਆ, ਅਸੀਂ ਤਾਂ ਰਸ ਲੈਣਾ, ਆਨੰਦ ਲੈਣਾ, ਨਾ ਕਿ ਅਸੀਂ ਖੋਜਾਂ ਕਰ ਕਰਕੇ ਆਪਣਾ ਦਿਮਾਗ ਖਰਾਬ ਕਰਕੇ ਨਿੰਦਾ ਕਰਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਲੈਣਾ। ਜੋ ਗੁਰਾਂ ਨੇ ਕਿਹਾ ਸੋਈ ਮੰਨਣਾ,
ਉਹੀ ਭਲਾ ਕਰਕੇ ਮੰਨੀਏ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਮਹਾਰਾਜ ਨੇ ਕਿਹਾ ਉਹ ਕਰੀਏ, ਬਹੁਤੀਆਂ ਖੋਜਾਂ 'ਚ ਪੈਣ ਦੀ ਲੋੜ ਨਹੀਂ। ਜਿਸ ਪ੍ਰਮਾਤਮਾ ਨੇ ਸਾਰਾ ਕੁਝ ਸਿੱਧਾ ਹੀ ਦੇ ਦਿੱਤਾ ਹੈ, ਇੱਥੇ ਖੋਜ ਦਾ ਵਿਸ਼ਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਕੋਈ ਬਾਣੀ, ਇਹ ਤਾਂ ਪੜ੍ਹਨ ਦਾ ਵਿਸ਼ਾ ਹੈ, ਪ੍ਰਾਪਤੀ ਦਾ ਵਿਸ਼ਾ ਹੈ। ਮਹਾਰਾਜ ਤਾਈਓ ਲਿਖ ਦਿੱਤਾ ਨਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सब आधारो, जे को खावे जे को पुंचा तिसका है उधारो। यह वस्त तजी नहीं जाई, नित नित राखुर धारो, तम संसार चन लग तरिया, सब नानक ब्रह्म पसारो। बल्लभ लिया के जे ਉਹਦਾ ਸ਼ੀਸ਼ਾ ਜਾਂ ਉੱਤੋਂ ਤੋੜ ਕੇ ਤੇ ਉਹਦੇ ਵਿੱਚੋਂ ਦੇਖੀਏ ਦੋ ਤਾਰਾਂ ਜੁੜੀਆਂ, ਇਹ ਐ ਚਾਨਣ ਕਰਦੀਆਂ, ਤੋੜਦੀ ਤਾਰਾਂ। ਲੈਣਾ ਤਾਂ ਚਾਨਣ ਸੀ, ਅਸੀਂ ਕੋਈ ਖੋਜ ਕਰਨੀ ਸੀ ਬੱਲਬ ਦੀ। ਗੁਰਬਾਣੀ ਦੀ ਆਪਾਂ ਕਿਤੇ ਇਉਂ ਖੋਜ ਕਰਨੀ। ਗੁਰਬਾਣੀ ਦੀ ਖੋਜ ਆਤਮਿਕ ਤੌਰ ਤੇ ਕਰਨੀ ਸੀ, ਪੜ੍ਹ ਕੇ, ਨਾ ਕਿ ਛੇੜਾ ਛਾੜੀ ਕਰਕੇ ਤੇ ਫਰੋਲਾ ਫਰਾਲੀ ਕਰਕੇ ਖੋਜ ਕਰਨੀ ਸੀ। ਇਸ ਕਰਕੇ ਆਪਾਂ ਤੇ ਅਭਿਆਸ ਕਰਕੇ ਰਸ ਲੈਣਾ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਾਵਨ ਬਾਣੀ ਸ੍ਰੀ ਜਪਜੀ ਸਾਹਿਬ, ਅੰਮ੍ਰਿਤ ਵੇਲੇ ਦੀ ਬਾਣੀ, ਨਿਤਨੇਮ ਦੀ ਬਾਣੀ, ਬ੍ਰਹਮ ਗਿਆਨ ਦੀ ਦਾਤੀ, ਸਿੱਖ ਦੇ ਹਰ ਕਾਰਜ ਨੂੰ ਕਰਨ ਲਈ ਸਮਰੱਥ, ਲੋਕ ਪਰਲੋਕ ਦੀ ਸਹਾਇਕ ਬਾਣੀ ਜੈ ਸ੍ਰੀ ਜਪਜੀ ਸਾਹਿਬ। 22 ਪੌੜੀਆਂ ਸਰਵਣ ਕੀਤੀਆਂ ਹਨ ਹੁਣ ਤੱਕ। 23ਵੀਂ ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਅੱਗੇ ਜੋ ਬੇਨਤੀ ਕੀਤੀ ਮਹਾਰਾਜ ਅੱਗੇ ਸਾਰਿਆਂ ਸਿੱਧਾਂ ਨੇ ਮਿਲ ਕੇ, ਜਿਨ੍ਹਾਂ ਦੇ ਨਾਲ ਚਰਚਾ ਹੋਈ ਹੈ, ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਾ ਹੈ ਕਿ ਮਹਾਰਾਜ ਸਿਫਤ ਕਰਨ ਵਾਲੇ ਮਹਾਤਮਾ ਤਾਂ ਉਸ ਵਾਹਿਗੁਰੂ ਦੇ ਅੰਤ ਨੂੰ ਪਾ ਲੈਂਦੇ ਹੋਣਗੇ। ਤਾਂ ਉਸ ਵਕਤ ਸਤਿਗੁਰੂ ਮਹਾਰਾਜ ਕਹਿਣ ਲੱਗੇ ਬਚਨ, ਭਾਈ ਸਾਲ ਆਹੀ ਸਾਲ ਆਹੇ, ਏਤੀ ਸੁਰਤ ਨਾ ਪਾਈਆ। ਸਾਲ ਆਹੀ ਦੇ ਸੱਸੇ ਨੂੰ ਕੰਨਾ, ਲੱਲੇ ਨੂੰ ਕੰਨਾ, ਇਹ ਧਿਆਨ ਰੱਖਣਾ। ਸਾਲ ਆਹੀ ਸਾਲ ਆਹੇ ਕਿ ਸਾਲਾਹੀ ਤੋਂ ਭਾਵ ਸਲਾਉਣ ਵਾਲੇ ਮਹਾਤਮਾ ਜਿਹੜੇ ਨੇ ਪਰਮਾਤਮਾ ਨੂੰ ਸਲਾਉਂਦੇ ਤਾਂ ਹਨ, ਪਰ ਏਤੀ ਸੁਰਤ ਤੋਂ ਭਾਵ ਇਤਨੀ ਗਿਆਤ ਜਿਹੜੀ ਆ ਉਹ ਵੀ ਨਹੀਂ ਪਾਉਂਦੇ ਕਿ ਪਰਮੇਸ਼ਰ ਦੇ ਗੁਣ ਕਿੰਨੇ ਕੁ ਨੇ। ਇਹ ਨਹੀਂ ਹੁੰਦਾ ਕਿ ਮਨੁੱਖ ਉਹਦੇ ਗੁਣ ਗਾਉਣ ਲੱਗ ਪਿਆ ਤੇ ਉਹਦਾ ਅੰਤ ਪਾ ਲਿਆ। ਇਹਦਾ ਭਾਵ ਇਹ ਨਹੀਂ ਕਿ ਮੱਛੀ ਸਮੁੰਦਰ ਵਿੱਚ ਹੈ ਤੇ ਉਹ ਸਮੁੰਦਰ ਦਾ ਅੰਤ ਪਾ ਲੈਂਦੀ। ਜਿਵੇਂ ਮਹਾਰਾਜ ਨੇ ਫਰਮਾਇਆ ਹੈ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਅਸਮਾਨ ਵਿੱਚ ਪੰਛੀ ਉਡਾਰੀਆਂ ਮਾਰ, ਜਿੰਨੀ ਮਰਜ਼ੀ ਦੂਰ ਤੱਕ ਉਡਾਰੀਆਂ ਮਾਰਦਾ ਹੈ, ਪਰ ਇਹ ਨੀਲੇ ਆਕਾਸ਼ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਸੋ ਇਸੇ ਪ੍ਰਕਾਰ ਜਗਿਆਸੂ ਸੰਤ ਜਨ ਮਹਾਤਮਾ ਗੁਰਸਿੱਖ ਉਡਾਰੀ ਲਾ ਸਕਦੇ ਨੇ। ਉੱਚੀਆਂ ਉਡਾਰੀਆਂ, ਇੰਨੀਆਂ ਉੱਚੀਆਂ ਉਡਾਰੀਆਂ ਲਾ ਕੇ ਭਾਵੇਂ ਸਰਮਖੰਡ, ਧਰਮਖੰਡ, ਗਿਆਨਖੰਡ, ਕਰਮਖੰਡ, ਸੱਚਖੰਡ ਵਸੈ ਨਿਰੰਕਾਰ ਤੱਕ ਵੀ ਪਹੁੰਚ ਜਾਓ। ਉੱਥੇ ਤੱਕ ਪਹੁੰਚਣਾ ਇੱਕ ਅਲੱਗ ਗੱਲ ਹੈ, ਪਰ ਅੰਤ ਪਾਉਣਾ ਇੱਕ ਵੱਖਰਾ ਕਰਮ ਹੈ। ਇਸ ਕਰਕੇ ਉਸ ਵਾਹਿਗੁਰੂ ਦਾ ਅੰਤ ਕੋਈ ਵੀ ਨਹੀਂ ਪਾ ਸਕਿਆ। ਜਿਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਆਂ ਹੈ। ਨਦੀਆਂ ਅਤੇ ਜਿਹੜੇ ਵਾੜੇ ਹੁੰਦੇ ਨੇ, ਵਾਹ ਤੋਂ ਭਾਵ ਵਾੜੇ, ਇਹ ਛੋਟੇ ਛੋਟੇ ਨਾਲੇ ਜਿਨ੍ਹਾਂ ਦੇ ਵਿੱਚ ਦੀ ਪਾਣੀ ਹੋ ਕੇ ਨਦੀਆਂ, ਨਾਲਿਆਂ, ਟੋਭਿਆਂ ਕਾ ਪਾਣੀ ਵਿੱਚ ਜਾਏ ਪਵੈ ਸੁਰਸਰੀ। ਇਸ ਤਰ੍ਹਾਂ ਇਹ ਸਾਰਾ ਜਿੰਨਾ ਪਾਣੀ ਹੈ, ਇਹ ਸਭ ਇਕੱਠੇ ਹੋ ਕੇ ਸਮੁੰਦਰ ਦੇ ਵਿੱਚ ਪੈਂਦੇ ਨੇ। 999 ਨਦੀ ਦੱਸੀ ਹੈ, ਪਰੰਤੂ ਸਮੁੰਦਰ ਦਾ ਅੰਤ ਨਹੀਂ ਜਾਣ ਸਕਦੇ। ਸੋ ਇਸੇ ਤਰ੍ਹਾਂ ਹੀ ਨਦੀਆਂ ਵਰਗੇ ਵੱਡੇ ਵੱਡੇ ਮਹਾਤਮਾ, ਵਾੜਿਆਂ ਵਰਗੇ ਛੋਟੇ ਮਹਾਤਮਾ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਜਿੰਨਾ ਮਰਜ਼ੀ ਸਮਾਂ, ਲੱਖ, 2 ਲੱਖ ਸਾਲ, 10 ਲੱਖ ਸਾਲ, ਯੁੱਗਾਂ ਤੱਕ, ਕਲਪਾਂ ਤੱਕ ਕੋਈ ਵੀ ਕੁਛ ਵੀ ਕਰੀ ਜਾਵੇ, ਕੋਈ ਅੰਤ ਨਹੀਂ ਪਾ ਸਕਦਾ ਵਾਹਿਗੁਰੂ ਦਾ। ਵਾਹਿਗੁਰੂ ਇੱਕ ਕਿਰਪਾ ਕਰੇ ਕਿ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੈ। ਤੂੰ ਜਾਣ ਆਏ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਜੇ ਜਣਾ ਦੇਣ ਤਾਂ ਜਣਾ ਦੇਣ ਕਿਸੇ ਨੂੰ,
नहीं तो कोई अपने आप जीव वाहिगुरु का अंत नहीं पा सकता, क्योंकि वाहिगुरु बहुत बड़ा है। सो इस करके फिर बचन होया कि जो महात्मा उहदी शलाघा करके उहदे च अभेद होए ने, फिर उस तो वखरे हुंदे ने कि नहीं, सिमरन करदियां करदियां लीन ही हो जाते ने विच। ਇਹਦਾ सतगुरु महाराज समझाते ने कि साल आही सलाउने जोग जो अकाल पुरख नूं सलाह के ਜਿਹੜੇ संत महात्मा ने उस परमात्मा ਦੇ ਵਿੱਚ ਲੀਨ ਹੋ ਜਾਂਦੇ ਨੇ। ਇਸ ਅਵਸਥਾ ਨੂੰ ਜਿਵੇਂ ਨੌਵੇਂ ਪਾਤਸ਼ਾਹ ਨੇ ਵੀ ਕਥਨ ਕੀਤਾ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਦਸਵੇਂ ਪਾਤਸ਼ਾਹ ਫਰਮਾਉਂਦੇ ਨੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹਿ, ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮਾਹਿ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕਿੰਨਾ ਹੀ ਲੀਨ ਹੋ ਗਏ ਨੇ, ਉਹ ਫਿਰ ਇਤਨੀ ਗਿਆਤ ਨਹੀਂ ਪਾਉਂਦੇ ਕਿ ਅਸੀਂ ਵੱਖਰੇ ਹੋ ਜਾਵਾਂਗੇ ਜਾਂ ਵਿੱਚ ਮਿਲ ਕੇ ਅੰਤ ਪਾ ਲਵਾਂਗੇ, ਕਿਉਂਕਿ ਅੰਤ ਤਾਂ ਕਿਵੇਂ ਪਾਉਣਗੇ ਜਦੋਂ ਉਹਦੇ ਵਿੱਚ ਹੀ ਲੀਨ ਹੋ ਗਏ। ਜਦੋਂ ਦੂਸਰਾ ਹੈ ਤਾਂ ਅੰਤ ਪਾਉਣ ਦਾ ਯਤਨ ਕਰਦਾ, ਆਪਣੇ ਆਪ ਦਾ ਅੰਤ ਕਿਵੇਂ ਪਾਉਣਾ। ਜਿਵੇਂ ਨਦੀਆਂ ਤੇ ਨਾਲੇ ਇੱਕ ਵਾਰ ਸਮੁੰਦਰ ਵਿੱਚ ਪੈ ਜਾਣ ਫਿਰ ਵੱਖਰਾ ਹੋਣਾ ਨਹੀਂ ਜਾਣਦੇ, ਪਵਹਿ ਸਮੁੰਦ ਨਾ ਜਾਣੀਐ। ਮਹਾਰਾਜ ਜੀ ਫਰਮਾਉਂਦੇ ਨੇ ਬਾਣੀ ਦੇ ਅੰਦਰ, ਅੰਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ। ਪਾਣੀ ਨਾਲ ਪਾਣੀ ਮਿਲ ਗਿਆ ਇੱਕ ਵਾਰ ਫੇਰ ਨਹੀਂ ਵੱਖਰਾ ਹੁੰਦਾ। ਇਸੇ ਤਰ੍ਹਾਂ ਕਹਿੰਦੇ ਨੇ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ, ਔਰ ਸੇਵਕ ਅਤੇ ਮਾਲਕ ਇੱਕ ਰੂਪ ਹੋ ਜਾਂਦੇ ਨੇ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ, ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਫਿਰ ਬੇਨਤੀ ਕੀਤੀ ਕਿ ਪ੍ਰਮਾਤਮਾ ਦੀ ਜਿਹੜੀ ਸ਼ਲਾਘਾ ਹੈ ਉਹ ਕਦੋਂ ਤੱਕ ਕਰਨੀ ਚਾਹੀਦੀ ਇਨਸਾਨ ਨੂੰ, ਲੱਗਿਆ ਹੀ ਰਹੇ ਜਾਂ ਕੁਝ ਸਮਾਂ ਨਿਯਤ ਹੁੰਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਦਾ ਜਵਾਬ ਵੀ ਇਸੇ ਹੀ ਪੰਕਤੀ 'ਚ ਦੇ ਦਿੰਦੇ ਹਾਂ। ਇੱਕ ਪੰਕਤੀ ਵਿੱਚ ਹੀ ਬਹੁਤ ਜਵਾਬ ਪਏ ਨੇ। ਕਿਸੇ ਸਿਆਣੇ ਮਹਾਤਮਾ ਨੇ ਕਿਹਾ ਬਚਨ, ਜੈਸੇ ਕੇਲੇ ਕੇ ਪਾਤ ਪਾਤ ਮੇਂ ਪਾਤ ਹੈ, ਤੈਸੇ ਗੁਰੂ ਨਾਨਕ ਕੀ ਬਾਤ ਬਾਤ ਮੇਂ ਬਾਤ ਹੈ। ਮਹਾਰਾਜ ਦਾ ਤਾਂ ਇੱਕ ਕਿਹਾ ਹੋਇਆ ਬਚਨ ਹੀ ਬਹੁਤ ਵੱਡਾ, ਇੱਕ ਬਚਨ ਦਾ ਹੀ ਅੰਤ ਨਹੀਂ ਹੈ ਉਹਨਾਂ ਦਾ। ਸੋ ਜਿਵੇਂ ਮੂਲ ਮੰਤਰ ਹੀ ਹੈ, ਮੂਲ ਮੰਤਰ ਦੀ ਕਥਾ ਜੇ ਕੋਈ ਕਰਨ ਲੱਗ ਜਾਏ ਬ੍ਰਹਮ ਗਿਆਨੀ ਮਹਾਤਮਾ, 40 ਦਿਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ 40 ਦਿਨ ਤੱਕ ਮੂਲ ਮੰਤਰ ਦੇ ਅਰਥ ਸੁਣਾ ਕੇ ਕਿਹਾ, ਸਾਧ ਸੰਗਤ ਜੀ ਅੱਗੇ ਵੀ ਕਥਾ ਕਰਨੀ ਹੈ, ਇਸ ਕਰਕੇ ਅਸੀਂ ਇਹ ਇੱਥੇ ਸਮਾਪਤ ਕਰਕੇ ਹੁਣ ਅੱਗੇ ਸ਼ੁਰੂ ਕਰਦੇ ਹਾਂ ਕਥਾ। ਮਹਾਂਪੁਰਸ਼ ਕਹਿੰਦੇ, ਇਹ ਤਾਂ ਭਾਈ ਜੀ ਆਪਾਂ ਸਾਲਾਂ ਸਾਲ ਵੀ ਲੱਗੇ ਰਹੀਏ ਤਾਂ ਵੀ ਇਹਦਾ ਅੰਤ ਨਹੀਂ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਲ ਆਹੇ ਏਤੀ ਸੁਰਤ ਨਾ ਪਾਈਆ। ਸਲਾਉਣੇ ਵਾਲਾ ਹੋ ਕੇ ਉਨਾ ਚਿਰ ਉਸ ਪਰਮਾਤਮਾ ਨੂੰ ਸਲਾਹੀ ਹੀ ਸਲਾਹੀ ਜਾਵੇ, ਜਿੰਨਾ ਚਿਰ ਸੁਰਤ ਤੋਂ ਭਾਵ ਬਿਰਤੀ ਇਤੀ ਹੋਣੀ ਨਹੀਂ ਪਾਉਂਦੀ, ਭਾਵ ਬ੍ਰਹਮਾਕਾਰ ਨਹੀਂ ਹੁੰਦੀ ਜਦ ਤੱਕ। ਕਿਸ ਪ੍ਰਕਾਰ ਬ੍ਰਹਮਾਕਾਰ ਬਿਰਤੀ, ਬ੍ਰਹਮ ਦੇ ਵਿੱਚ ਮਿਲ ਜਾਣੀ ਬਿਰਤੀ, ਇੱਕੋ ਰੂਪ ਪਰਮਾਤਮਾ ਦੇ ਨਾਲ ਹੋ ਜਾਣਾ। ਕਿਵੇਂ ਜੀ? ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਆਂ ਹੈ। ਕਹਿੰਦੇ ਜਿਵੇਂ ਨਦੀਆਂ ਅਤੇ ਵਾੜੇ ਜਦ ਤੱਕ ਸਮੁੰਦਰ 'ਚ ਪੈ ਨਹੀਂ ਜਾਂਦੇ ਉਦੋਂ ਤੱਕ ਉਹ ਰੁਕਦੇ ਨਹੀਂ ਹਨ, ਉਦੋਂ ਤੱਕ ਉਹਨਾਂ ਦਾ ਰੌਲਾ ਪੈਂਦਾ ਹੀ ਰਹਿੰਦਾ। ਕਦੇ ਖੱਬੇ ਮੁੜ ਗਿਆ ਪਾਣੀ, ਕਦੇ ਥੱਲੇ ਡਿੱਗ ਪਿਆ ਪਾਣੀ, ਕਿਤੇ ਹੋ ਗਿਆ ਡੂੰਘਾ ਪਾਣੀ, ਕਿਤੇ ਤੇਜ਼ ਹੋ ਗਿਆ ਪਾਣੀ, ਕਿਤੇ ਹੌਲੀ ਹੋ ਗਿਆ ਪਾਣੀ। ਇਸੇ ਤਰ੍ਹਾਂ ਭਗਤੀ ਦੇ ਵਿੱਚ ਜਦੋਂ ਜਗਿਆਸੂ ਭਗਤੀ ਕਰਦਾ, ਕਦੇ ਮਨ ਟਿਕ ਜਾਂਦਾ, ਕਦੇ ਹਿੱਲ ਜਾਂਦਾ, ਕਦੇ ਰੌਲਾ ਪਾਉਣ ਲੱਗ ਜਾਂਦਾ, ਇਹ ਤਾਂ ਟਿਕਣਾ ਹੀ ਨਹੀਂ। ਕਦੇ ਬਹੁਤ ਸ਼ਾਂਤ ਹੋ ਜਾਂਦਾ ਮਨ, ਕਦੇ ਰਸਤੇ 'ਚ ਰੁਕਾਵਟ ਵੀ ਆ ਜਾਂਦੀ ਨਦੀ ਨੂੰ, ਇਸੇ ਤਰ੍ਹਾਂ ਮਨ ਨੂੰ ਵੀ ਰੁਕਾਵਟ ਆ ਜਾਂਦੀ। ਕਦੇ ਉਲਝੀ ਜਾਂਦਾ ਪਦਾਰਥਾਂ ਵਿੱਚ, ਕਦੇ ਮਾਇਆ ਵਿੱਚ। ਪਰ ਰੱਬ ਦੇ ਪਿਆਰੇ ਤੁਰੇ ਹੀ ਰਹਿੰਦੇ ਨੇ। ਕਦੋਂ ਚੱਲੇ ਆ ਤਾਂ ਹੁਣ ਪਹੁੰਚਾਂਗੇ ਉਹਦੇ ਤੱਕ, ਜਦੋਂ ਤੱਕ ਲੀਨ ਨਹੀਂ ਹੁੰਦੇ, ਜਦੋਂ ਤੱਕ ਬਿਰਤੀ ਬ੍ਰਹਮਾਕਾਰ ਨਹੀਂ ਹੁੰਦੀ, ਉਹਨਾਂ ਚਿਰ ਭਜਨ ਸਿਮਰਨ ਕਰਨੇ ਰੂਪ ਖੜਬੜਾਹਟ ਚੱਲਦੀ ਰਹਿੰਦੀ ਹੈ ਗੁਰਮੁਖਾਂ ਦੀ। ਸੋ ਮਹਾਰਾਜ ਆਪ ਨੇ ਸਮੁੰਦਰ ਦਾ ਵਚਨ ਕੀਤਾ ਹੈ। ਸਮੁੰਦਰ ਕਿਸ ਨੂੰ ਕਿਹਾ ਹੈ? ਸਮੁੰਦ ਸਹਾ ਸੁਲਤਾਨ
ਮਹਾਰਾਜ ਕਹਿਣ ਲੱਗੇ, ਇਹ ਸਿੱਧੋ ਜੋ ਸੁਲਤਾਨਾਂ ਦਾ ਵੀ ਸ਼ਾਹ ਪਾਤਸ਼ਾਹ ਹੈ ਨਾ, ਸ਼ਹਿਨਸ਼ਾਹ ਪਾਤਸ਼ਾਹ ਜੋ ਵਾਹਿਗੁਰੂ ਅਕਾਲ ਪੁਰਖ ਹੈ, ਅਸੀਂ ਉਹਨੂੰ ਸਮੁੰਦਰ ਕਿਹਾ। ਜੋ ਨਿਮਰਤਾ ਗੁਣ ਧਾਰ ਕੇ ਭਜਨ ਸਿਮਰਨ ਕਰਨ ਵਾਲੇ ਗਰੀਬ ਨੇ, ਉਹਨਾਂ ਦੇ ਤੁਲ, ਉਹਨਾਂ ਦੇ ਬਰਾਬਰ ਜੋ ਧਨਾੜ ਪੁਰਸ਼ ਹੋ ਹੀ ਨਹੀਂ ਸਕਦੇ, ਉਹਦਾ ਪ੍ਰਮਾਣ ਦਿੰਦੇ ਆ। ਜੇ ਇੰਨਾ ਵੱਡਾ ਵੀ ਬਾਦਸ਼ਾਹ ਹੋਵੇ, ਸਮੁੰਦਰ ਜਿੱਡਾ ਰਾਜ ਹੋਵੇ, ਸਮੁੰਦਰ ਸਾਹ ਸੁਲਤਾਨ, ਸੁਲਤਾਨ ਹੁੰਦਾ ਚੱਕਰਵਰਤੀ, ਵੱਡਾ ਰਾਜਾ। ਸਮੁੰਦਰ ਕਿਉਂਕਿ ਧਰਤੀ ਨਾਲੋਂ ਜ਼ਿਆਦੇ ਹੈ, 90 ਗੁਣਾ ਜ਼ਿਆਦੇ, 10 ਗੁਣਾ ਹੀ ਧਰਤੀ ਹੈ ਸਿਰਫ। ਸੋ ਇਸ ਕਰਕੇ ਇੰਨਾ ਵੱਡਾ ਵੀ ਕਿਸੇ ਰਾਜੇ ਦਾ ਰਾਜ ਹੋਵੇ, ਜੇ ਗਿਰਹਾ ਸੇਤੀ ਮਾਲ ਧਨ, ਕਹਿੰਦੇ ਨੇ ਜਿੰਨਾ ਧਨਾਡਾਂ ਦੇ ਕੋਲੇ ਗਿਰਹਾ ਸੇਤੀ ਪਹਾੜਾਂ ਵਰਗੇ ਉੱਚੇ ਉੱਚੇ ਹਾਥੀ ਮਾਲ ਧਨ ਨਾਲ ਭਰੇ ਪਏ ਹੋਣ, ਅਥਵਾ ਢੇਰ ਲੱਗੇ ਹੋਣ ਉਹਨਾਂ ਦੇ ਕੋਲੇ ਵੱਡੇ ਵੱਡੇ ਸੋਨੇ ਹੀਰੇ ਮੋਤੀ ਜਵਾਹਰਾਤ ਆਦਿਕ ਦੇ, ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦੇ ਧਨਾਡਾਂ ਦੇ ਮੰਦਰ ਪਹਾੜਾਂ ਵਰਗੇ ਉੱਚੇ ਹੋਣ। ਗਿਰਹਾ ਸੇਤੀ, ਗਿਰਹਾ ਤੋਂ ਭਾਵ ਪਹਾੜ ਉੱਚੇ, ਅਤੇ ਸੇਤੀ ਤੋਂ ਭਾਵ ਚਿੱਟੇ ਵੀ ਹੁੰਦੇ ਨੇ, ਸੇਤ ਰੰਗ, ਚਿੱਟਾ ਰੰਗ, ਸਿਆਹੋ ਹੋਆ ਸੇਤ, ਚਿੱਟੇ ਚੂਨੇ ਦੇ ਬਣੇ ਹੋਏ ਪੁਰਾਣੇ ਮਕਾਨ ਹੁੰਦੇ, ਚੂਨੇ ਗੱਚ, ਹੁਣ ਸੀਮਟਡ ਹੁੰਦੇ ਨੇ, ਉਦੋਂ ਚੂਨੇ ਗੱਚ ਹੁੰਦੇ ਸੀ, ਚੀਜ਼ ਇੱਕੋ ਹੀ ਸੀ। ਅੰਦਰੋਂ ਮਾਲ ਧਨ ਨਾਲ ਭਰੇ ਪਏ ਹੋਣ ਘਰ, ਕਿਸੇ ਚੀਜ਼ ਦੀ ਕਮੀ ਨਾ ਹੋਵੇ ਉਹਨਾਂ ਕੋਲੇ। ਔਰ ਪਹਾੜਾਂ ਦੇ ਨਾਸ਼ ਕਰਨ ਵਾਲਾ ਜੋ ਇੰਦਰ ਆਦਿਕ ਵੀ ਹੈ, ਉਹਨਾਂ ਦੀਆਂ ਅਪੱਛਰਾਵਾਂ ਆਦਿਕ ਵੀ ਹੋਣ ਕੋਲ, ਗਹਿਣਿਆਂ ਦੇ ਸੰਯੁਕਤ ਫਬੀਆਂ ਵੀ ਹੋਣ। ਇੰਨਾ ਵੀ ਕੋਈ ਧਨਾੜ ਜੇ ਆਪਣੇ ਆਪ 'ਚ ਬਣ ਜਾਵੇ ਦੁਨੀਆ ਦੇ ਅੰਦਰ, ਰਾਵਣ ਵਰਗੇ ਬਣੇ ਸੀ। ਲੰਕਾ ਗੜ੍ਹ ਸੋਨੇ ਕਾ ਪਿਆ, ਮਹਾਰਾਜ ਕਹਿੰਦੇ ਸੋਨੇ ਦੀ ਲੰਕਾ ਬਣਾਈ ਸੀ, ਪਰ ਫਿਰ ਵੀ ਮੂਰਖ ਹੀ ਕਹਾਇਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਕਰਕੇ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹਿ, ਕਹਿੰਦੇ ਮਹਾਰਾਜ ਫਰਮਾਉਂਦੇ ਨੇ ਕਿ ਉਹਨਾਂ ਗੁਰਮੁਖਾਂ ਦੇ ਬਰਾਬਰ ਉਹ ਨਹੀਂ ਹੋ ਸਕਦੇ। ਹੁਣ ਜਿਹੜੇ ਬੰਦੇ ਕੀੜੀ ਵਰਗੇ ਨੇ, ਕੀੜੀ ਬਹੁਤ ਛੋਟੀ ਜੀ ਨਿਮਰਤਾ ਵਾਲੀ, ਨਿੱਕੀ ਨਿੱਕੀ ਚੀਜ਼ ਚੁਗਣ ਵਾਲੀ, ਹਾਥੀ ਨੂੰ ਹੰਕਾਰ ਹੁੰਦਾ ਆਪਣੇ ਕੱਦ ਦਾ, ਰਾਜੇ ਨੂੰ, ਇਸੇ ਤਰ੍ਹਾਂ ਧਨਾਡਾਂ ਨੂੰ, ਅਮੀਰਾਂ ਨੂੰ ਆਪਣੇ ਉੱਚੇਪਣ ਦਾ ਹੰਕਾਰ ਹੁੰਦਾ। ਗਰੀਬ ਆਦਮੀ ਵਿਚਾਰਾ, ਉਹਦਾ ਖੜਨਾ ਵੀ ਨਿਮਰਤਾ 'ਚ, ਉਹਦਾ ਬੋਲਣਾ ਵੀ ਨਿਮਰਤਾ 'ਚ, ਉਹਦਾ ਬੈਠਣਾ ਵੀ ਨਿਮਰਤਾ ਵਿੱਚ, ਉਹਦੀ ਹਰ ਕਿਰਿਆ ਹੀ, ਛੋਟਾ ਜਿਹਾ ਘਰ, ਛੋਟਾ ਜਿਹਾ ਸਭ ਕੁਛ, ਛੋਟੀ ਛੋਟੀ ਕਿਰਿਆ। ਅਸੀਂ ਤਾਂ ਜੀ ਗਰੀਬ ਹਾਂ ਜੀ, ਸਾਡੇ ਕੋਲ ਤਾਂ ਕੁਛ ਨਹੀਂ ਜੀ। ਸੁਭਾਅ ਵਿੱਚ ਵੀ ਨਿਮਰਤਾ ਹੁੰਦੀ ਹੈ। ਜਿਉਂ ਜਿਉਂ ਮਾਇਆ ਆਈ ਜਾਂਦੀ, ਇਨਸਾਨ ਦੇ ਅੰਦਰ ਹਉਮੈ ਦੇ ਬੋਲ ਵੱਧਦੇ ਜਾਂਦੇ ਨੇ। ਚਾਰ ਪੈਸੇ ਕਾਹਦੇ ਆ ਗਏ, ਖੜਨਾ ਹੀ ਬਦਲ ਗਿਆ, ਬੈਠਣਾ ਹੀ ਬਦਲ ਗਿਆ, ਉੱਠਣਾ ਹੀ ਬਦਲ ਗਿਆ, ਬੋਲਣਾ ਬਦਲ ਗਿਆ, ਪਰ ਵਾਹਿਗੁਰੂ ਨੂੰ ਭਾਉਂਦਾ ਨਹੀਂ। ਕਹਿੰਦੇ ਲਓ ਬਈ, ਪਾਣੀ ਦਾ ਬੁਲਬੁਲਾ ਕਿਵੇਂ ਫੁੱਲ ਫੁੱਲ ਕੇ ਬੈਠਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ, ਇਸੇ ਤਰ੍ਹਾਂ ਹੀ ਜਿਹੜੇ ਬੰਦਿਆਂ ਦੇ ਕੋਲੇ ਸਾਧਨ ਨੇ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ ਤੋਂ ਭਾਵ ਵੱਡੇ ਵੱਡੇ ਸਿੱਧ ਲੋਕ, ਤੁਸੀਂ ਜਿਹੜੇ ਮਹਾਰਾਜ ਕਹਿੰਦੇ ਬੈਠੇ ਹੋ, ਤੇ ਬੜੇ ਬੜੇ ਤੁਹਾਡੇ ਕੋਲੇ ਰਿੱਧੀਆਂ ਸਿੱਧੀਆਂ ਤਾਕਤਾਂ, ਉੱਡ ਕੇ ਪਹਾੜ ਤੇ ਚੜ ਜਾਓ, ਥੱਲੇ ਉਤਰ ਜਾਓ, ਵੱਡੇ ਵੱਡੇ ਰਾਜਿਆਂ ਨੂੰ ਵੱਸ ਵਿੱਚ ਕਰ ਲਓ ਜੇ, ਤੁਹਾਡੇ ਅੰਦਰ ਕਿੰਨਾ ਹੰਕਾਰ ਹੈ। ਪਰ ਦੇਖੋ ਜਿਹੜੇ ਰੱਬ ਦੇ ਪਿਆਰੇ ਨੇ, ਨਿਮਰਤਾ ਨਾਲ ਭਗਤੀ ਕਰਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਿਆ ਸਾਖਿਆਤ, ਉਹਨਾਂ ਦੇ ਵਿੱਚ ਪ੍ਰਮਾਤਮਾ ਨੂੰ ਸਾਹਮਣੇ ਦੇਖਣ ਕਰਕੇ ਹਉਮੈ ਨਹੀਂ ਆਉਂਦੀ। ਕਿਉਂਕਿ ਜੇ ਬੰਦਾ ਪਹਾੜ ਨੂੰ ਦੇਖੀ ਜਾਵੇ ਨਾ ਬੈਠਾ, ਭਾਵੇਂ ਉਹਦਾ ਕੱਦ 7 ਫੁੱਟ ਲੰਬਾ ਕਿਉਂ ਨਾ ਹੋਵੇ, ਪਹਾੜ ਦੇ ਸਾਹਮਣੇ ਬਹਿ ਕੇ ਹੰਕਾਰ ਦੀ ਨਿਵਰਤੀ ਹੀ ਰਹਿੰਦੀ ਹੈ। ਊਠ ਨੂੰ ਇੱਕ ਵਾਰ ਹੰਕਾਰ ਹੋ ਗਿਆ, ਕਹਿੰਦਾ ਬਈ ਮੇਰੇ ਵਰਗਾ ਉੱਚਾ ਨਹੀਂ ਹੈ ਕੋਈ, ਬੜਾ ਹਉਮੈ 'ਚ ਆਕੜਿਆ ਫਿਰੇ। ਜਦੋਂ ਇੱਕ ਵਾਰੀ ਸਮਾਨ ਲੱਦ ਕੇ ਵਪਾਰੀ ਲੰਘ ਰਿਹਾ ਸੀ ਪਹਾੜ ਦੇ ਕੋਲੋਂ ਬਿਲਕੁਲ ਲਾਗਿਓਂ, ਊਠ ਪਹਾੜ ਨਾਲ ਲੱਗ ਲੱਗ ਕੇ ਦੇਖੀ, ਇਹ ਤਾਂ ਬਹੁਤ ਜ਼ਿਆਦਾ ਵੱਡਾ ਪਹਾੜ, ਤਾਂ ਮੈਂ ਤਾਂ ਸਮਝਦਾ ਸੀ ਦੁਨੀਆ 'ਚ ਮੈਂ ਹੀ ਉੱਚਾ। ਫਿਰ ਕਹਿੰਦੇ ਨੇ
ਉਹਦਾ ਹੰਕਾਰ ਟੁੱਟ ਗਿਆ। ਉਥੋਂ ਕਹਾਵਤ ਬਣ ਗਈ, ਅਬ ਆਇਆ ਊਠ ਪਹਾੜ ਕੇ ਨੀਚੇ। ਇਸੇ ਤਰ੍ਹਾਂ ਮਨੁੱਖ ਜਿਹੜਾ ਜਦ ਤੱਕ ਤਾਂ ਮਹਾਰਾਜ ਜੀ ਨੂੰ ਆਪਣੇ ਸਾਹਮਣੇ ਤੱਕਦਾ ਰਹਿੰਦਾ ਕਿ ਇਹ ਕਿੱਡੇ ਵੱਡੇ ਸੱਚੇ ਪਾਤਸ਼ਾਹ ਨੇ, ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦਾ ਰਹਿੰਦਾ ਤੇ ਵਾਹਿਗੁਰੂ ਕਿੱਡਾ ਵੱਡਾ, ਉਦੋਂ ਤੱਕ ਤਾਂ ਆਪਣੇ ਮਨ ਦੇ ਅੰਦਰ ਹੰਕਾਰ ਪੈਦਾ ਨਹੀਂ ਹੁੰਦਾ। ਜਦੋਂ ਮਨੁੱਖ ਪਰਮਾਤਮਾ ਨੂੰ ਦੇਖਣਾ ਛੱਡ ਕੇ ਸਿਰਫ ਆਪਣੇ ਆਪ ਨੂੰ ਦੇਖਣ ਲੱਗ ਜੇ, ਮੈਂ ਕਿੱਡਾ ਵੱਡਾ ਹਾਂ, ਭਈ ਮੈਂ ਬਹੁਤ ਵੱਡਾ, ਮੇਰੀ ਬੜੀ ਤਪੱਸਿਆ ਹੈ, ਮੇਰੀ ਬੜੀ ਭਗਤੀ ਹੈ, ਮੇਰੀ ਬੜੀ ਸੇਵਾ ਹੈ। ਜਦੋਂ ਵਾਹਿਗੁਰੂ ਨੂੰ ਦੇਖਣਾ ਛੱਡ ਕੇ ਮਨੁੱਖ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ, ਆਪਣੇ ਕੱਦ ਨੂੰ, ਆਪਣੀ ਕਮਾਈ ਨੂੰ, ਉਦੋਂ ਮਹਾਰਾਜ ਕਹਿੰਦੇ ਇਹਦੇ 'ਚ ਹਉਮੈ ਆ ਜਾਂਦੀ। ਇਸ ਕਰਕੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਵਾਹਿਗੁਰੂ ਨੂੰ ਹਮੇਸ਼ਾ ਵੱਡੇ ਜਾਣ ਕੇ, ਉਹਨਾਂ ਦੇ ਪੁੱਤਰ ਬਣ ਕੇ ਪਰਮਾਤਮਾ ਨੂੰ ਇਉਂ ਜਾਣੇ ਕਿ ਉਹਦੀ ਕਿਰਪਾ ਨਾਲ ਹੀ ਸਰੀਰ ਮਿਲਿਆ, ਵਾਹਿਗੁਰੂ ਦੀ ਕਿਰਪਾ ਨਾਲ ਹੀ ਸਭ ਕੁਝ ਬਣਿਆ। ਤੇ ਇਸ ਤਰ੍ਹਾਂ ਮਨ ਦੇ ਅੰਦਰ ਨਿਮਰਤਾ ਰੱਖੇ। ਮਹਾਰਾਜ ਕਹਿੰਦੇ ਨੇ ਹੁਣ ਜਿਹੜੇ ਮਨੁੱਖ ਨਿਮਰਤਾ ਗੁਣ ਨੂੰ ਧਾਰਦੇ ਨੇ, ਹਰ ਵੇਲੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਯਾਦ ਰੱਖਦੇ ਨੇ, ਮਹਾਰਾਜ ਕਹਿੰਦੇ ਨੇ ਉਹ ਜਿਹੜੇ ਬੰਦੇ ਨੇ ਨਾ, ਗਿਰਹਾ ਸੇਤੀ ਮਾਲ ਧਨ ਵਾਲੇ, ਪਹਾੜਾਂ ਵਰਗੇ ਘਰ, ਪਹਾੜਾਂ ਵਰਗੇ ਢੇਰ ਨੇ ਜਿਨ੍ਹਾਂ ਕੋਲ ਸੋਨੇ ਚਾਂਦੀ ਦੇ, ਉਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਕੀੜੀ ਤੁਲਨਾ ਹੋਵੇ। ਕੀੜੀ ਵਰਗੇ ਵੀ ਹੈ ਨਹੀਂ, ਰੱਬ ਉਹਨਾਂ ਨੂੰ ਹੀ ਸਮਝਦਾ ਇਹ ਤਾਂ ਐਵੇਂ ਹੀ ਨੇ, ਹੰਕਾਰੇ ਹੋਏ, ਮਾਰੇ ਹੰਕਾਰ ਦੇ, ਉਹਨਾਂ ਵੱਲ ਤਾਂ ਪਰਮਾਤਮਾ ਕਦੇ ਦੇਖਦੇ ਹੀ ਤੱਕ ਨਹੀਂ ਹਨ। ਸੋ ਇਸ ਕਰਕੇ ਕਰਤਾ ਰਾਖੈ ਕੀਤਾ ਕੌਣ, ਕੀਰੀ ਜੀਤੋ ਸਗਲਾ ਭਵਨ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਪਪੀਲਕਾ ਵੀ ਲਿਖਿਆ ਬਾਣੀ ਅੰਦਰ ਕੀੜੀ ਨੂੰ ਸਹਿਜ ਕਿਰਤੀ ਵਿੱਚ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਾਰਿਆਂ ਨਾਲੋਂ ਵੱਡੀ ਚੀਜ਼ ਕੀ ਹੈ, ਭਗਤੀ ਕਰਕੇ ਨਿਮਰਤਾ ਆਪਣੇ ਅੰਦਰ ਗ੍ਰਹਿਣ ਕਰਨੀ, ਇਹੀ ਸਾਰਿਆਂ ਨਾਲੋਂ ਸ਼੍ਰੋਮਣੀ ਕਰਮ ਹੈ। ਫਿਰ ਬੇਨਤੀ ਕੀਤੀ ਸਿੱਧਾ ਨੇ ਕਿ ਜਿਹੜੇ ਨਾਮ ਦਾ ਏਡਾ ਵੱਡਾ ਮਹਾਤਮਾ, ਵਾਹਿਗੁਰੂ ਅਕਾਲ ਪੁਰਖ ਦਾ ਏਡਾ ਵੱਡਾ ਮਹਾਤਮਾ ਆਪਨੇ ਕਥਨ ਕੀਤਾ ਹੈ, ਉਹ ਵਾਹਿਗੁਰੂ ਆਪ ਕਿੰਨਾ ਕੁ ਵੱਡਾ ਹੈ, ਉਹਦੀ ਸਿਫਤ ਕਿੰਨੀ ਕੁ ਵੱਡੀ ਹੈ, ਅਤੇ ਸਿਫਤ ਕਰਨ ਵਾਲੇ ਗੁਰਮੁਖ ਕਿੰਨੇ ਕੁ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਉਂਕਿ ਇਹਦੇ ਵਿੱਚ ਸਿੱਧਾਂ ਦੀ ਹਰ ਗੱਲ ਵਿੱਚ ਥੋੜੀ ਜਿਹੀ ਚਲਾਕੀ ਜੀ ਹੁੰਦੀ ਹੈ ਕਿ ਸਤਿਗੁਰੂ ਕਿਤੇ ਤਾਂ ਕਹਿਣਗੇ ਕਿ ਹਾਂ ਇਹ ਚੀਜ਼ ਦਾ ਅੰਤ ਪਾਇਆ ਜਾ ਸਕਦਾ, ਜੇ ਕਿਸੇ ਦੀ ਕਿਰਤ ਦਾ ਅੰਤ ਪੈ ਜਾਏ ਤਾਂ ਉਹਦਾ ਵੀ ਅੰਤ ਪੈ ਜਾਂਦਾ। ਹੁਣ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਇੱਥੇ ਤਾਂ ਅੰਤ ਆ ਹੀ ਜਾਂਦਾ। ਹੁਣ ਮਹਾਰਾਜ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਬਚਨ, ਅੰਤ ਨਾ ਸਿਫਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿਫਤੀ ਕੌਣ ਹੈ, ਜਿਹਦੀ ਆਪਾਂ ਸਿਫਤ ਕਰਦੇ ਹਾਂ। ਸਿਫਤੀ ਤੋਂ ਭਾਵ ਪਰਮਾਤਮਾ। ਪਰਮਾਤਮਾ ਦਾ ਭਾਈ ਅੰਤ ਨਹੀਂ ਹੁੰਦਾ, ਕਹਿਣ ਨਾ ਅੰਤ, ਉਹਦੀਆਂ ਸਿਫਤਾਂ ਦਾ ਵੀ ਅੰਤ ਨਹੀਂ ਆਉਂਦਾ, ਉਹਦੀਆਂ ਸਿਫਤਾਂ ਦੇ ਕਹਿਣੇ ਵਾਲਿਆਂ ਦਾ ਵੀ ਅੰਤ ਨਹੀਂ ਆਉਂਦਾ। ਇਹ ਵੀ ਨਾਲ ਜਾਣ ਲਓ। ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੀਂ ਸੁਮਾਰ। ਤੇ ਜੇ ਸਿਫਤਾਂ ਕਰਕੇ ਵੀ ਅੰਤ ਪਾਉਣਾ ਚਾਹੀਏ, ਸਿਫਤਾਂ ਕਰਦਿਆਂ 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 ਵੀ ਅੰਤ ਨਹੀਂ ਪੈਂਦਾ। ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਹੈ, ਜਦ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਆਪ ਜੀ ਨੇ ਉਚਾਰਨ ਕੀਤਾ ਪਾਠ ਸ੍ਰੀ ਅਕਾਲ ਉਸਤਤ ਦੇ ਵਿੱਚ, ਇਹ ਬਾਣੀਆਂ ਪਾਉਂਟਾ ਸਾਹਿਬ ਮਹਾਰਾਜ ਨੇ ਉਚਾਰੀਆਂ ਸੀ। ਅਕਾਲ ਉਸਤਤ, ਚੰਡੀ ਦੀ ਵਾਰ, ਇਸੇ ਤਰ੍ਹਾਂ ਬਚਿੱਤਰ ਨਾਟਕ, ਸਭ ਤੋਂ ਪਹਿਲਾਂ ਜਾਪ ਸਾਹਿਬ, ਉੱਥੇ ਬੋਰਡ ਲੱਗਿਆ ਹੋਇਆ, ਲਿਖਿਆ ਵੀ ਹੋਇਆ ਉੱਥੇ ਪਾਉਂਟਾ ਸਾਹਿਬ ਜੇ ਕੋਈ ਆਵੇ। ਹੀਰਾ ਘਾਟ ਗੁਰੂ ਘਰ ਸ੍ਰੀ ਹਜ਼ੂਰ ਸਾਹਿਬ ਇਹਦੀ ਸਾਰੀ ਕਥਾ ਹੋਈ। ਸਤਿਗੁਰੂ ਆਪ ਸਮਾਧੀ ਲੀਨ ਹੋ ਕੇ ਅਕਾਲ ਦੀ ਉਸਤਤ ਕਰਦੇ ਹੋਏ ਲਿਖਾ ਰਹੇ ਨੇ, ਭਾਈ ਸਾਹਿਬ ਲਿਖੀ ਜਾ ਰਹੇ ਨੇ। ਆਨੰਦਮਈ ਅਵਸਥਾ ਵਿੱਚ ਬਚਨ ਕਰਦੇ ਨੇ, ਜਲਸ ਤੂਹੀ ਥਲਸ ਤੂਹੀ, ਨਦਸ ਤੂਹੀ ਨਦਸ ਤੂਹੀ, ਬ੍ਰਿਛਸ ਤੂਹੀ ਪਤਸ ਤੂਹੀ, ਛਿਤਸ ਤੂਹੀ ਉਰਧਸ ਤੂਹੀ, ਪੁਜਸ ਤਵੰ ਭਜਸ ਤਵੰ, ਰਟਸ ਤਵੰ ਨਠਟਸ ਤਵੰ, ਜਿਮੀ ਤੂਹੀ ਜਮਾ ਤੂਹੀ, ਮਕੀ ਤੂਹੀ ਮਕਾਂ ਤੂਹੀ,
अभू तू ही, अभय तू ही, अछूत तू ही, अक्षय तू ही, जतस तू ही, व्रतस तू ही, गतस तू ही, मतस तू ही। अखीर जाके तू ही करदियां समाधि लीन हो गई और ज्यों लगे तू ही 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 तू ही। जा करके ਜਦੋਂ ਅਕਾਲ ਉਸਤਤ ਦੀ 69ਵੀਂ ਤੇ 70ਵੀਂ ਪੌੜੀ ਹੈ ਇਹ, ਜਿੱਥੇ ਜਾ ਕਰਕੇ 16 ਵਾਰੀ ਹੀ ਤੂੰ ਹੀ ਲਿਖਿਆ ਹੋਇਆ। ਜਦੋਂ ਨੇਤਰ ਖੋਲੇ ਕਹਿਣ ਲੱਗੇ ਕਿੰਨੀ ਵਾਰੀ ਲਿਖਿਆ ਗਿਆ, ਕਹਿੰਦੇ ਮਹਾਰਾਜ ਗਿਣਤੀ ਕਰਦਾ ਹਾਂ। ਕੀਤੀ ਗਿਣਤੀ, ਕਹਿੰਦੇ ਜੀ 16,000 ਵਾਰੀ ਤੂੰ ਹੀ ਲਿਖਿਆ ਗਿਆ ਹੈ। ਇਹ ਆਦਿ ਸ੍ਰੀ ਦਸਮ ਗ੍ਰੰਥ ਦਾ 16ਵਾਂ ਤੇ 17ਵਾਂ ਅੰਗ ਹੈ। ਕਹਿੰਦੇ ਅੱਛਾ 16,000 ਵਾਰੀ ਲਿਖਿਆ ਗਿਆ। ਕਹਿੰਦੇ 16 ਵਾਰੀ ਰਹਿਣ ਦੋ ਬਸ। ਫਿਰ ਜੇ ਕੋਈ ਸਿੱਖ 16 ਵਾਰੀ ਤੂੰ ਹੀ ਕਹੇਗਾ ਤਾਂ ਉਹਨੂੰ 16,000 ਦਾ ਫਲ ਮਿਲੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, हे ਵਾਹਿਗੁਰੂ ਤੂੰ ਹੀ ਜਲ ਰੂਪ ਹੈ, ਤੂੰ ਹੀ ਥਲ ਰੂਪ ਹੈ, ਤੂੰ ਹੀ ਨਦਿਸ। ਇੱਥੇ ਨਦਿਸ ਦੱਦੇ ਨੂੰ ਸਿਹਾਰੀ ਹੈ, ਨਦਿਸ ਸਮੁੰਦਰ ਰੂਪ ਹੈ। ਫਿਰ ਤੂੰ ਹੀ ਨਦਸ ब्रह्म नद रूप है, तू ही वृक्ष रूप है, तू ही पत्ते रूप है, तू ही पृथ्वी रूप है। उर्दस तो भाव आकाश रूप है। भजने जोग है मन करके, तू ही भजने जोग है बाणी करके, तू ही रटने जोग है शरीर करके, तू ही सब बनावां दे बनाउण वाला है। जमी तो भाव पृथ्वी रूप भी तू ही है, जमान तो भाव आकाश रूप भी तू ही है, मकी तो भाव मकान रूप भी तू ही है, मकान तो भाव मकाना वाले मनुख रूप भी तू ही है, अभू तो भाव आश्चर्य रूप भी तू ही है, निर्खौफ रूप भी तू ही है, छूत छात तो रहत भी तू ही है, नाश तो रहत भी तू ही है, जितेंद्रिय रूप भी तू ही है, वर्त रूप भी तू ही है, गतस तो भाव गति रूप भी तू ही है, मतस तो मच्छी व मति रूप भी तू ही है। तो अभ्यास अंदर स्थित होके जिहड़ियां सिफतां दा अंत नहीं पाया, बस अखीर ते तू ही करन लग पे। गुरु ग्रंथ साहिब विच भी ऐसा 3-4 वारी शब्द आउंदा है इकट्ठा ही। सो इस तरह महाराज सच्चे पातशाह ने उच्चारण कीते ने सारे शब्द। इस तरह भगत कबीर जी भी कहते हैं, कबीर तू करता तू हुआ, मुझ में रहा न हूं, जब आपा पर का मिट गया, जत देखो तत तू। भगत रविदास जी भी कहते, जब हम होते तब तू नाही, अब तू ही मैं नाही। इन्ना अभ्यास हो गया, मैनू अपना आप ही भुल गया, मैं तू ही रूप हो गया, मैं रूप खत्म हो गया मेरा, तू ही विचलीन हो गया। सो जब तक भेद बुद्धि करके अपना पराया निश्चय करता जीव, उदों तक दुख की प्राप्ति रहिंदी। जब सारिਆਂ ਨੂੰ एक रूप ही करके जानदा ना, उदों मन टिक जांदा अते अपना पराया मनन विच हंकार भी हुंदा। हंकार दे नाल ही मैं पैदा हुंदी। फिर हंगता ममता ही विकारां दा जिहड़ा मूल रूप है। इस करके दशमेश पिता जी ने हंकार नूं किहा 100 को दूर रखिया, अपने नेड़े हंकार नूं आउण नहीं दिता। अपने आप नूं किन्ना कहंदे ने, अकाल पुरखो वाच इस कीट प्रत। कहंदे इस कीड़े नूं अकाल पुरख ने आउं वचन कीता। अपने आप नूं कीड़ा कहंदे ने। और ये भी कहंदे ने कि मैं दास हां तुहाडा, सगल द्वार को छाड़ के गयो तुहारो द्वार, बाहें गए की लाजस गोबिंद दास तुहार। कहते ने मोको दास तवन का जानो। फिर इन्नी निमरता महाराज सच्चे पातशाह ने दिखाई। ये अंत ना सिफती कहण ना अंत, ना कहण दा अंत आउंदा, ना सिफतां करन दा अंत आउंदा। निमरता दिखाई महाराज ने। सारा कुछ आप कर कराउण वाले माण वडियाई संगत नूं देती, खालसे नूं देती। और कहंदे ने युद्ध जीते इन्ही के प्रसाद सो दान करे, अग औग टरे इन्ही के प्रसाद, पाप अग तो पाप अगन ओग हरता। जाप साहब पढ़ते आप, इन्ही की कृपा फुन धाम भरे।
इन्हीं की प्रसाद सो विद्यालय, इन्हीं की कृपा सब सतर मरे। इन्हीं की कृपा के सजे हम हैं, नहीं मोसो गरीब करोड़ परे। सेव करी इन्हीं की भावत, और की सेव सुहात न जी को। दान दयो इन्हीं को भलो, और आन को दान न लागत नीको। आगे फल इन्हीं को दयो, जग में जस और दयो सब फीको। मोह ग्रह में मानते तानते, सिर लाओ धन है सब ही इन्हीं को। ये महाराज ने 716 अंग ते लिखिया 10वें ग्रंथ दे विच। इन्नी उपमा खालसे दी कीती है। तो सतगुरु महाराज सच्चे पातशाह फरमाउंदे ने कि सतगुरां दे पाए पूरने ते चलदियां सारियां नूं ये चाहिदा, इसे तरह निरहंकार हो के अपने आप नूं दासा भाव विच रख के वाहिगुरू दा सिमरन करे ਅਤੇ ਉਹਦੇ अंत लैण ਦਾ ख्याल ना करे, क्योंकि ਉਹਦੀਆਂ ਸਿਫਤਾਂ ਦਾ अंत किसी प्रकार नहीं आ सकता। महाराज बाणी च फरमाउंदे ने पहले पातशाही आप ही, क्या उपमा तेरी आखी जाए, तू सर्वे पूर रहा लिवलाए। अंत न करना देण न अंत। वाहिगुरू ਦੇ ਜਿਹੜੇ ਕਰਤੱਵ ਨੇ, ਉਹਦੇ ਕਰਨੇ ਤੋਂ ਭਾਵ ਕਰਤੱਵਾਂ ਦਾ, ਕਰਨੇ ਤੋਂ ਭਾਵ ਪ੍ਰਪੰਚ ਦਾ ਜਿਹੜਾ ਸੰਸਾਰ ਬਣਾਇਆ, ਕਰਨਾ ਤੋਂ ਭਾਵ ਉਹਦੀ ਅਨੁਗ੍ਰਹ ਕਿਰਪਾ ਦਾ ਕੋਈ ਅੰਤ ਨਹੀਂ। ਇਹ ਕਰਨਾ ਹੈ ਅੱਖਰ ਜਪਜੀ ਸਾਹਿਬ ਚ ਜਿਵੇਂ ਪਹਿਲਾਂ ਵੀ ਆਇਆ, ਤੋ ਇਸ ਕਰਕੇ ਕਰਨਾ ਤੋਂ ਭਾਵ ਹੁੰਦਾ ਉਹਦੇ ਕਰਤੱਵਾਂ ਦਾ। ਕਿਤੇ ਪ੍ਰਸੰਗ ਬਦਲ ਜਾਏ ਤਾਂ ਕਰਨਾ ਹੁੰਦਾ ਪ੍ਰਪੰਚ ਦਾ ਭਾਵ। ਇਸ ਕਰਕੇ ਅਰਥ ਦਾ ਕਰਤੇ ਕੈ ਕਰਨਾ ਨਾਹੀ ਸੁਮਾਰ। ਪਹਿਲਾਂ ਪੰਜ ਪ੍ਰਵਾਨ ਦੀ ਪੌੜੀ ਵਿੱਚ ਆਪਾਂ ਇਹ ਪਾਠ ਕਰ ਆਏ ਹਾਂ। ਇਸ ਕਰਕੇ ਜਿੱਥੇ ਵੀ ਕਰਨਾ ਹੈ ਪਾਠ ਆਉਣਾ ਹੈ। ਕਰੁਣਾ ਦਾ ਅਰਥ ਦਇਆਲਤਾ ਵੀ ਹੁੰਦੀ ਹੈ, ਉਹ ਵੀ ਇਸੇ ਤਰ੍ਹਾਂ ਦੇ ਪਾਠ ਹੋਣ ਕਰਕੇ ਥੋੜਾ ਜਿਹਾ ਭੇਦ ਹੈ। ਔਰ ਕਰਨਾ ਹੈ ਕਰਤੱਵਾਂ ਨੂੰ ਵੀ ਕਿਹਾ ਹੈ, ਕਿਉਂਕਿ ਜੀਵਾਂ ਨੂੰ ਪਦਾਰਥਾਂ ਦੀਆਂ ਦਾਤਾਂ ਦੇ ਰਿਹਾ, ਦੇਣ ਦਾ ਅੰਤ, ਉਹਦਾ ਵੀ ਕੋਈ ਅੰਤ ਨਹੀਂ ਆਉਂਦਾ। ਕਿੰਨੇ ਕੁ ਪਦਾਰਥ ਨੇ। ਕੇਤੀ ਦਾਤ ਜਾਣੈ ਕੌਣ ਕੂਤ, ਔਰ ਗਾਵੈ ਕੋ ਦਾਤ ਜਾਣੈ ਨੀਸਾਨ। ਅੰਤ ਨਾ ਵੇਖਣ ਸੁਣਨ ਦਾ ਅੰਤ। ਜੋ ਸਰਗੁਣ ਮੂਰਤੀ ਧਾਰ ਕੇ ਸਾਰੇ ਸੰਸਾਰ ਨੂੰ ਵੇਖ ਰਿਹਾ, ਉਹਦਾ ਅੰਤ ਹੀ ਨਹੀਂ ਆਉਂਦਾ। ਜੋ ਸਰਵਣਾ ਕਰਕੇ ਸੁਣ ਰਿਹਾ, ਨਾ ਹੀ ਉਹਦਾ ਅੰਤ ਆਉਂਦਾ ਕੋਈ, ਉਹਦਾ ਅੰਤ ਨਹੀਂ ਹੈ ਕੋਈ। ਜੋ ਮਹਾਤਮਾ ਬ੍ਰਹਮ ਦ੍ਰਿਸ਼ਟੀ ਨਾਲ ਦੇਖ ਰਹੇ ਨੇ, ਉਹਨਾਂ ਦਾ ਵੀ ਅੰਤ ਨਹੀਂ ਆਉਂਦਾ, ਅਤੇ ਜੋ ਜਿਗਿਆਸੂ ਸੁਣ ਰਹੇ ਨੇ, ਉਹਨਾਂ ਦਾ ਵੀ ਅੰਤ ਨਹੀਂ ਆਉਂਦਾ। ਅੰਤ ਨਾ ਵੇਖਣ ਸੁਣਨ ਦਾ ਅੰਤ। ਜੋ ਪਦਾਰਥ ਦੇਖਣ ਵਿੱਚ ਆ ਰਹੇ, ਉਹਨਾਂ ਦਾ ਵੀ ਅੰਤ ਨਹੀਂ। ਜੋ ਪਦਾਰਥ ਸੁਣਨ ਵਿੱਚ ਆ ਰਹੇ, ਉਹਨਾਂ ਦਾ ਵੀ ਅੰਤ ਨਹੀਂ। ਵਾਹਿਗੁਰੂ ਦਾ ਅੰਤ ਕਿਵੇਂ ਪਾਵਾਂਗੇ? ਜੇ ਆਪਾਂ ਕਹੀਏ ਮੈਂ ਵੇਖਦਾ, ਵਾਹਿਗੁਰੂ ਕਿੱਡਾ ਕੁ ਵੱਡਾ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਉਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ। ਹਲੇ ਤੱਕ ਮੰਗਲ ਤਾਰੇ ਤੇ ਬੜੀ ਮੁਸ਼ਕਲ ਪਹੁੰਚੀ ਸਾਇੰਸ, ਤੇ ਇਸ ਤੋਂ ਗਾਹਾਂ ਜਿਹੜੇ ਤਾਰੇ ਉੱਥੇ ਕਦੋਂ ਪਹੁੰਚਣਾ? ਹਲੇ ਇਹ ਉਸ ਤੋਂ ਅੱਗੇ ਫਿਰ ਇੱਕ ਅਸਮਾਨ ਹੋਰ ਹੈ। ਇਸ ਤਰ੍ਹਾਂ ਦੇ ਸੈੱਟ ਬਣੇ ਹੋਏ ਨੇ, ਇੱਕ ਚੰਦਰਮਾ, ਇੱਕ ਸੂਰਜ, ਇਹ ਤਾਰੇ, ਇੱਕ ਧਰਤੀ। ਜਦੋਂ ਇਸ ਬ੍ਰਹਿਮੰਡ ਤੋਂ ਉੱਤੇ ਜਾਂਦੇ ਹਾਂ, ਫਿਰ ਇੱਕ ਚੰਦਰਮਾ, ਇੱਕ ਸੂਰਜ, ਇੱਕ ਧਰਤੀ। ਇਸ ਤਰ੍ਹਾਂ ਕਰਕੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ। ਸਾਇੰਸਦਾਨ ਹੁਣ ਲੱਭਦੇ ਫਿਰਦੇ ਨੇ। ਹੁਣ ਕਹਿੰਦੇ ਇੱਕ ਠੰਡਾ ਸੂਰਜ ਦੇਖਿਆ, ਜਿਹੜਾ ਪਤਾ ਨਹੀਂ ਕਿੰਨੀ ਦੇਰ ਤੱਕ, ਅਰਬਾਂ ਖਰਬਾਂ ਸਾਲਾਂ ਤੱਕ ਚੱਲ ਕੇ ਉਹ ਠੰਡਾ ਹੋ ਕੇ ਸੂਰਜ ਹੁਣ ਕਾਲਾ ਹੋ ਗਿਆ। ਸੂਰਜ ਵੀ ਕਾਲਾ ਹੋ ਜਾਂਦਾ ਕਿਸੇ ਸਮੇਂ ਤੇ। ਇਸ ਕਰਕੇ ਵਾਹਿਗੁਰੂ ਦੀ ਤਾਂ ਜਿੰਨੀ ਕਹਿ ਲਓ, ਜਿੱਥੇ ਤੱਕ ਤੀਰ ਛੱਡ ਦਿਓ ਬਸ ਠੀਕ ਹੀ ਹੈ, ਉਹਦਾ ਤਾਂ ਕੋਈ ਅੰਤ ਹੈ ਹੀ ਨਹੀਂ। ਮਹਾਰਾਜ ਕਹਿੰਦੇ ਨੇ ਅੰਤ ਨਾ ਜਾਪੈ ਕਿਆ ਮਾਨੈ ਮਨ ਤੋ। ਜਿਵੇਂ ਮਨ ਦੇ ਨੰਨੇ ਸਿਹਾਰੀ ਹੈ, ਇਉਂ ਥੋੜਾ ਜਿਹੀ ਜਾਣਕਾਰੀ ਲੈਂਦੇ ਰਹੀਏ ਸਿਹਾਰੀਆਂ ਬਿਹਾਰੀਆਂ ਦੀ। ਮਨ ਦੇ ਵਿੱਚ ਕੀ ਮੰਤਰ ਹੈ, ਵਾਹਿਗੁਰੂ ਦੇ ਕੀ ਸਲਾਹ ਹੈ, ਉਹਦੇ ਮਨ ਵਿੱਚ ਕਿਹੜੀ ਸਲਾਹ ਹੈ, ਅਥਵਾ ਮਨ ਤੋਂ ਭਾਵ ਸ਼੍ਰੋਮਣੀ ਜੋ ਪ੍ਰਮਾਤਮਾ, ਉਹਦੀ ਮੰਤ ਸਲਾਹ ਕੀ ਹੈ, ਉਹਦਾ ਵੀ ਅੰਤ ਨਹੀਂ ਜਾਣਿਆ ਜਾਂਦਾ। ਕਿਉਂਕਿ ਸਾਰੇ ਕੰਮ ਪ੍ਰਮਾਤਮਾ ਆਪਣੀ ਮਰਜ਼ੀ ਨਾਲ ਕਰਦਾ, ਕਿਸੇ ਕੋਲ ਸਲਾਹ ਨਹੀਂ ਲੈਂਦਾ। ਜੇ ਕਿਸੇ ਨੂੰ ਉਹਦੀ ਕੀਤੀ ਹੋਈ ਗੱਲ ਦਾ ਪਤਾ ਲੱਗ ਜੇ
ਅੰਤਰਜਾਮਤਾ ਹੋ ਜਾਂਦੀ ਕਈਆਂ ਨੂੰ, ਆਉਣ ਵਾਲੇ ਸਮੇਂ ਨੂੰ ਦੇਖ ਲੈਂਦੇ ਨੇ। ਫਿਰ ਉਹ ਰੌਲਾ ਪਾਉਂਦੇ ਲੋਕਾਂ 'ਚ, ਫਲਾਣੇ ਸੰਨ 'ਚ ਐ ਹੋ ਜਾਣਾ, ਫਲਾਣੇ 'ਚ ਐ, ਉਹ ਬਦਲ ਦਿੰਦੇ ਨੇ ਪਰਮਾਤਮਾ। ਕਹਿੰਦੇ ਚੰਗਾ ਤੂੰ ਬੋਲੀ ਜਾ, ਉਹ ਹੁੰਦਾ ਹੀ ਨਹੀਂ। ਫਿਰ ਸ਼ਰਮਸਾਰ ਹੋਣਾ ਪੈਂਦਾ। ਕਿਉਂ? ਜਦੋਂ ਆਪਾਂ ਨੂੰ ਪਰਮਾਤਮਾ ਦਾ ਭੇਦ ਪਤਾ ਲੱਗ ਗਿਆ, ਉਹਨੂੰ ਗੁਪਤ ਰੱਖਣਾ ਪੈਂਦਾ। ਜੇ ਆਪਾਂ ਉਹਨੂੰ ਪ੍ਰਗਟ ਕਰਦੇ ਹਾਂ, ਇਹਦਾ ਮਤਲਬ ਆਪਾਂ ਆਪਣੀ ਵਡਿਆਈ ਚਾਹੁੰਦੇ ਦੁਨੀਆ 'ਚ, ਬਈ ਲਓ ਵੀ ਫਲਾਣੇ ਬੰਦੇ ਨੇ ਬੜੀ ਸੱਚੀ ਗੱਲ ਕਹੀ ਸੀ। ਪਰਮਾਤਮਾ ਨੂੰ ਇਹ ਚੀਜ਼ਾਂ ਭਾਉਂਦੀਆਂ ਨਹੀਂ ਕਿ ਮੇਰਾ ਕੋਈ ਭੇਦ ਲੀਕ ਕਰੇ। ਇਸ ਕਰਕੇ ਮਹਾਤਮਾ ਨੂੰ ਦੇਖੋ ਸਾਰਾ ਕੁਝ ਪਤਾ ਹੁੰਦਾ, ਫਿਰ ਵੀ ਉਹ ਦੱਸਦੇ ਨਹੀਂ। ਜਿੰਨਾ ਮਰਜ਼ੀ ਪੁੱਛੀ ਜਾਓ, ਬ੍ਰਹਮ ਗਿਆਨੀ ਕਦੇ ਵੀ ਨਹੀਂ ਉਹਦੀ ਗੱਲ ਦੱਸੇਗਾ। ਜੇ ਦੱਸੇਗਾ ਵੀ ਇੱਕ ਅੱਧੇ ਨੂੰ ਤਾਂ ਇਹ ਕਹੇਗਾ ਕਿਸੇ ਕੋਲ ਗੱਲ ਨਾ ਕਰੀ। ਪਰਮਾਤਮਾ ਨਾਰਾਜ਼ ਹੁੰਦੇ ਨੇ। ਸੋ ਮੈਂ ਇੱਕ ਵਾਰ ਬੇਨਤੀ ਕੀਤੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ, ਬਾਬਾ ਜੀ ਕੋਈ ਆਉਣ ਵਾਲੇ ਸਮੇਂ ਦੀ ਗੱਲ ਦੱਸੋ। ਇਹ 1980 ਦੀ ਗੱਲ ਹੋਣੀ। ਕਹਿੰਦੇ ਸੁਣ ਲੈ। ਜਦੋਂ ਮੈਨੂੰ ਨਵੀਂ ਅੰਤਰਜਾਮਤਾ ਹੋਈ, ਮੈਂ ਆਪਣੇ ਇੱਕ ਮਿੱਤਰ ਨੂੰ ਦੱਸਿਆ ਕਿ 1946 ਦੇ ਵਿੱਚ ਬਹੁਤ ਜ਼ਿਆਦਾ ਖੂਨੋ ਖੂਨ ਦਿਖ ਰਿਹਾ, ਮੈਨੂੰ ਕਟਾਵਢੀ ਦਿਖ ਰਹੀ ਹੈ। ਕਹਿੰਦੇ 46 ਸਾਰਾ ਹੀ ਲੰਘ ਗਿਆ, ਕੁਝ ਵੀ ਨਾ ਹੋਇਆ। ਕਹਿੰਦੇ ਮੇਰਾ ਦੋਸਤ ਮੈਨੂੰ ਆ ਕੇ ਮਖੌਲ ਕਰਨ ਲੱਗਿਆ, ਵੱਡਾ ਅੰਤਰਜਾਮੀ ਹੋਇਆ ਤਾਂ ਕੁਝ ਵੀ ਨਹੀਂ, ਐਵੇਂ ਗੱਲਾਂ ਮਾਰੀ ਜਾਂਦਾ। ਕਹਿੰਦੇ ਜਦ ਨਿਗਾਹ ਮਾਰੀ ਬੈਠ ਕੇ ਰਾਤ ਨੂੰ, ਫਿਰ ਧਿਆਨ ਲਾਇਆ। ਕਹਿੰਦੇ ਉਸ ਵਕਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮੈਨੂੰ ਨਜ਼ਰ ਆਏ, ਅਰਦਾਸ ਕਰਦੇ, ਹੇ ਪ੍ਰਮਾਤਮਾ ਜਦ ਤੱਕ ਮੇਰਾ ਸਰੀਰ ਹੈ ਉਦੋਂ ਤੱਕ ਕਟਾਵਢੀ ਨਾ ਹੋਵੇ। ਉਹਨਾਂ ਦੀ ਅਰਦਾਸ ਕਹਿੰਦੇ ਮਨਜ਼ੂਰ ਹੋ ਗਈ। 47 ਚ ਭਾਦਰੋਂ ਦੇ ਮਹੀਨੇ ਉਹਨਾਂ ਨੇ ਸਰੀਰ ਛੱਡਿਆ, ਤੇ 47 ਚ ਭਾਦਰੋਂ ਦੇ ਮਹੀਨੇ ਕਹਿੰਦੇ ਫੇਰੇ ਸ਼ੁਰੂ ਹੋਈ। ਕਹਿੰਦੇ ਕਲਕੱਤੇ ਵਾਲੇ 46 ਚ ਸ਼ੁਰੂ ਹੋ ਗਈ ਸੀ। ਕਹਿੰਦੇ ਇਸ ਕਰਕੇ ਕਹਿੰਦੇ ਤੂੰ ਰਹਿਣ ਹੀ ਦੇ, ਆਉਣ ਵਾਲੇ ਸਮੇਂ ਵਾਲੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਚੁੱਪ ਹੀ ਚੰਗੀ ਆ ਬਸ। ਕਹਿੰਦੇ ਮੈਂ ਕੁਝ ਦੱਸੂਗਾ, ਅਰਦਾਸ ਕਰਨ ਵਾਲਾ ਕਿਤੇ ਹੋਰ ਕਰ ਦਿੰਦਾ, ਉਹ ਗੱਲ ਬਦਲ ਜਾਂਦੀ ਹੈ। ਉਹ ਕੋਈ ਮਹਾਤਮਾ ਆਪਣੀ ਭਗਤੀ ਦੇ ਦਿੰਦਾ ਥੋੜੀ ਜਿਹੀ, ਉਹ ਗੱਲ 10 ਸਾਲ ਅੱਗੇ ਪੈ ਜਾਂਦੀ ਹੈ। ਮਹਾਤਮਾ ਤਾਂ ਯੁੱਗ ਪਲਟਾ ਦਿੰਦੇ ਨੇ, ਕਹਿੰਦੇ ਤਾਂ ਯੁੱਗ ਹੀ ਬਦਲ ਦਿੰਦੇ ਆ। ਇਸ ਕਰਕੇ ਆ ਕਿ ਕਹਿੰਦੇ ਇਹੀਆਂ ਜਿਹੀਆਂ ਗੱਲਾਂ 'ਚ ਨਾ ਹੀ ਪਾਓ ਕਿ ਕੀ ਹੋਵੇਗਾ, ਕਦੋਂ ਹੋਵੇਗਾ। ਪਰਮਾਤਮਾ ਦਾ ਉਹਨੂੰ ਹੀ ਪਤਾ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੁਆਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕਿਸੇ ਪਰਮਾਤਮਾ ਨੂੰ ਕੋਈ ਨਹੀਂ ਜਾਣ ਸਕਿਆ ਕਿ ਬੀਓ ਪੂਛਣਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੈ। ਇਸ ਕਰਕੇ ਪਰਮਾਤਮਾ ਦੀ ਕੀਤੀ ਹੋਈ ਨੂੰ ਨਾ ਤਾਂ ਭੇਦ ਦੱਸੋ ਹੀ, ਜੇ ਪਤਾ ਲੱਗ ਜੇ। ਇਹ ਚੀਜ਼ਾਂ ਜਰਨੀਆਂ ਬਹੁਤ ਔਖੀਆਂ। ਅੰਤਰਜਾਮਤਾ ਹੋ ਜਾਣੀ, ਸਭ ਕੁਝ ਦੇਖਣ ਲੱਗ ਜਾਣਾ। ਹਰੇਕ ਬੰਦਾ ਕਹਿੰਦਾ ਮੈਨੂੰ ਦਿਖਣ ਲੱਗ ਜੇ, ਮੈਨੂੰ ਅੰਤਰਜਾਮਤਾ ਹੋ ਜੇ, ਪਰ ਭਾਂਡਾ ਵੱਡਾ ਨਾ ਹੋਵੇ ਤਾਂ ਚੀਜ਼ ਸਮਾਉਂਦੀ ਨਹੀਂ। ਤਾਂ ਸਤਿਗੁਰੂ ਕਹਿੰਦੇ ਨੇ ਇਸ ਕਰਕੇ ਅੰਦਰ ਭਾਂਡਾ ਬਹੁਤ ਵੱਡਾ ਹੋਣਾ ਚਾਹੀਦਾ, ਤਾਂ ਕਿ ਉਹ ਚੀਜ਼ ਨੂੰ ਅੰਦਰ ਰੱਖ ਸਕੇ ਜਰ ਕੇ। ਅਜਰ ਅਵਸਥਾ ਰੱਖਣੀ ਚਾਹੀਦੀ। ਭਾਈ ਮਤੀ ਦਾਸ ਨੂੰ ਥੋੜੀ ਜਿਹੀ ਤਾਕਤ ਕਾਹਦੀ ਦਿੱਤੀ? ਭਾਈ ਸਾਹਿਬ ਤਾਂ ਕਹਿੰਦੇ ਮੈਂ ਉਡਾ ਦਿਆਂਗਾ ਸਭ ਕੁਝ, ਮਹਾਰਾਜ ਜੀ ਨੇ ਫਿਰ ਸਭ ਕੁਝ ਵਾਪਸ ਲੈ ਲਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦਾ ਕਿਸੇ ਵੀ ਢੰਗ ਨਾਲ ਅੰਤ ਨਹੀਂ ਹੈ। ਅੰਤ ਨਾ ਜਾਪੈ ਕੀਤਾ ਆਕਾਰ। ਇਹ ਜੋ ਸੰਸਾਰ ਦਾ ਆਕਾਰ ਨਾ ਪਸਾਰ, ਜਿਤਨਾ ਵੀ ਪਸਾਰਾ ਕੀਤਾ ਹੈ, ਇਹਦਾ ਅੰਤ ਨਹੀਂ ਜਾਣਿਆ ਜਾਂਦਾ। ਤੇ ਜਿਸ ਪਰਮਾਤਮਾ ਨੇ ਸੰਸਾਰ ਦਾ ਆਕਾਰ ਕੀਤਾ, ਪਰਮੇਸ਼ਰ ਦਾ ਕਿਵੇਂ ਅੰਤ ਪਾ ਸਕਦਾ ਕੋਈ? ਕਹਿੰਦੇ ਜੀ ਗੱਲ ਤਾਂ ਠੀਕ ਹੈ, ਪਰਮਾਤਮਾ ਦੇ ਪਸਾਰੇ ਦਾ ਹੀ ਅੰਤ ਨਹੀਂ। ਇਸ ਕਰਕੇ ਬਲ ਰਾਜੇ ਦੇ ਛਲਣ ਵਾਸਤੇ ਜਿਹੜਾ 52 ਅਵਤਾਰ ਆਕਾਰ ਧਾਰਿਆ ਸੀ, ਉਹਦਾ ਅੰਤ ਹੀ ਨਹੀਂ ਪਾਇਆ। ਪਹਿਲਾਂ ਤਾਂ ਛੋਟਾ ਜਿਹਾ ਅਵਤਾਰ, ਗਿੱਠਾ ਜਿਹਾ ਬੰਦਾ ਦਿਖਾਤਾ ਆਪਣੇ ਆਪ ਨੂੰ। ਕਹਿੰਦੇ ਆਪਾਂ ਤਾਂ 2.5 ਕਦਮਾਂ ਧਰਤੀ ਚਾਹੀਦੀ, ਤੇਰੇ ਮਹਿਲਾਂ ਦੇ ਸਾਹਮਣੇ ਕੁਟੀਆਂ ਪਾਉਣੀਆਂ। ਕਹਿੰਦੇ ਸ਼ਾਬਾਸ਼, ਇੰਨੀ ਤਾਂ ਕੋਈ ਗੱਲ ਹੀ ਨਹੀਂ, ਲਓ ਜੀ ਹੁਣੇ ਦੇ ਦਿੰਦੇ 2.5 ਕਦਮਾਂ। ਕਹਿੰਦੇ ਪੱਕਾ ਰਹੀ? ਕਹਿੰਦੇ ਹਾਂ ਜੀ ਪੱਕਾ। ਇੰਨਾ ਵੱਡਾ ਸਰੂਪ ਬਣਾ ਲਿਆ, ਆਕਾਸ਼ ਤੱਕ ਸਰੂਪ ਲੈ ਗਏ। 2 ਕਦਮਾਂ ਦੇ ਵਿੱਚ ਹੀ ਧਰਤੀ ਮਿਣ ਦਿੱਤੀ ਸਾਰੀ। ਕਹਿੰਦੇ ਹੁਣ ਅੱਧਾ ਕਦਮ ਕਿੱਥੇ ਰੱਖਾਂ? ਕਹਿੰਦੇ ਮੇਰੇ ਉੱਪਰ ਰੱਖੋ ਜੀ। ਹੁਣ ਪਤਾਲਾਂ 'ਚ ਹੀ ਧਸਾ ਦਿੱਤਾ। ਇਹ ਆਕਾਰ ਬਣ ਜਾਂਦੇ ਨੇ। ਜਿਨ੍ਹਾਂ ਨੂੰ ਨਹੀਂ ਪਤਾ, ਜਿਨ੍ਹਾਂ ਨੇ ਨਹੀਂ ਕੁਝ ਦੇਖਿਆ, ਉਹਨਾਂ ਲਈ ਬੜੀ ਅਜੀਬ ਜਿਹੀਆਂ ਗੱਲਾਂ ਹੁੰਦੀਆਂ ਨੇ। ਪਰ ਆਕਾਰ ਵਧਾਉਣਾ ਬਣਾਉਣਾ ਇਹ ਕੋਈ ਮਹਾਰਾਜ ਦੀ ਖਾਸ ਗੱਲ ਨਹੀਂ ਹੈ। ਉਹਦਾ ਆਕਾਰ ਵੱਡੇ ਤੋਂ ਵੱਡਾ ਵੀ ਹੈ, ਉਹਦਾ ਆਕਾਰ ਛੋਟੇ ਤੋਂ ਛੋਟਾ ਵੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸਨੇ ਆਕਾਰ ਪੈਦਾ ਕੀਤਾ ਹੈ।
क्योंकि सिद्धां नाल चर्चा होने करके बार बार वो कई चीज़ां महाराज ऐसियां रिपीट करते हैं ਜਿਹੜੀਆਂ ਆਪਾਂ ਨੂੰ ਇਉਂ ਲੱਗਦੀਆਂ ਕਿ ਇਹਨਾਂ ਦਾ ਨਾਂ ਕਿਉਂ ਬਾਰ ਬਾਰ ਆਉਂਦਾ। ਮਹਾਰਾਜ ਇਹ ਕਿਉਂ ਕਿਹਾ? ਕਿਉਂਕਿ ਉਹਨਾਂ ਦੀ ਨਿਗਾਹ ਵਿੱਚ ਹਲੇ ਉਹੀ ਵੱਡੇ ਨੇ। ਆਤ ਭਾਵ ਵਿਸ਼ਨੂੰ ਜੋ ਕਰਤਾ, ਕਾਤ ਭਾਵ ਜੋ ਬ੍ਰਹਮਾ ਰੁਦਰ ਹੈ, ਰੋਤੋ ਭਾਵ ਜੋ शिव है। ਇਹ ਰੂਪ ਤਿੰਨ ਆਕਾਰ ਧਾਰੇ ਨੇ, ਉਹਦਾ ਅੰਤ ਨਹੀਂ ਜਾਣਿਆ। ਕਹਿੰਦੇ ਤੁਸੀਂ ਇਹਨਾਂ ਦਾ ਅੰਤ ਪਾਇਆ ਬ੍ਰਹਮਾ ਵਿਸ਼ਨੂੰ ਮਹੇਸ਼ ਦਾ? ਕਹਿੰਦੇ ਨਾ ਜੀ। ਕਹਿੰਦੇ ਫਿਰ ਉਹ ਜਿਹੜਾ ਉਸ ਤੋਂ ਵੀ ਉੱਪਰ ਹੈ ਉਹਦਾ ਅੰਤ ਕਿਵੇਂ ਪਾਓਗੇ ਤੁਸੀਂ? ਜਿਹਨੇ ਆਪਣੀ ਕੁਦਰਤ ਦੁਆਰਾ ਰਕਤ ਬਿੰਦ ਰੂਪ ਮੈਲ ਤੋਂ ਸਰੀਰ ਦਾ ਆਕਾਰ ਜਿਹੜਾ ਮਾਤਾ ਦੇ ਉਦਰ ਵਿੱਚ ਬਣਾ ਦਿੱਤਾ ਹੈ, ਮੈਲੂ ਕੀਨੋ ਸਾਬਨ ਸੂਦ, ਉਹਦਾ ਅੰਤ ਕਿਵੇਂ ਪਾ ਸਕਦੇ ਆ? ਅੰਤ ਨਾ ਜਾਪੈ ਪਾਰਾਵਾਰ, ਉਹਦੇ ਪਾਰ ਤੇ ਉਰਵਾਰ ਦਾ ਅੰਤ ਹੀ ਨਹੀਂ ਜਾਣਿਆ ਜਾਂਦਾ ਹੁੰਦਾ। ਉਰਲਾ ਕਿਨਾਰਾ ਤੇ ਪਰਲਾ ਪਾਸਾ, ਪਰਲਾ ਕਿਨਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਵਾਹਿਗੁਰੂ ਦਾ ਕੋਈ ਅੰਤ ਨਹੀਂ ਹੈ। तेरा अंत ना पारा वारा जन नानक सद बलिहारा। मुरार पार पाउणा बहुत औखा कहते परमात्मा का। इस करके ना उरला किनारा ना परला किनारा, ना सज्जे पासे ना खब्बे पासे, ना उपर ना थले, किसी पासे तुसी कहो कि अंत पा लवांगे, नहीं पा सकते। एक कबाओ पसाओ कर ओंकार अनेक अकारा, पौन पानी बैसंतरो धरत आगास निवास बिथारा, जल थल तरवर पर्वतां जी जंत अगणत अपारा। एक बार भंड अखंड है लख बार भंड पलक प्रकारा, कुदरत कीम न जानिए केवड़ कादर सिरजनहारा, अंत बेअंत न पारावारा। कोई अंत नहीं है परमात्मा का। महाराज जी कहने बसुद कागज बन राज कलमा लिखण कहो जे होए पवन, बेअंत अंत न जाए पाया गही नानक चरण सरन। सो इस करके अंत नहीं पा सकता कोई परमात्मा का, किसी चीज का भी अंत नहीं है। एक बारी चार मूहां वाला हुंदा ब्रह्मा, इनू बड़ा हंकार सी कि मेरे चार मूह लगे हुए ने। यही जी हवा चली, कुदरत ने दिखाउणा सी इनू, ऐसी हनेरी आई ਉਹਨੂੰ ਉਡਾ ਕੇ ਉੱਥੇ ਲੈ ਗਏ ਜਿੱਥੇ 8 ਮੂੰਹਾਂ ਵਾਲਾ ਬ੍ਰਹਮਾ ਬੈਠਾ। ਉਹ ਤਾਂ ਪ੍ਰਮਾਤਮਾ ਦੇ ਸਾਰੇ ਕੌਤਕ ਹੁੰਦੇ ਨੇ, ਜਿਵੇਂ ਉਹ ਚਾਹਣ ਕਰਨਾ ਉਸੇ ਤਰ੍ਹਾਂ ਹੀ ਕਰ ਦਿੰਦੇ ਨੇ। 8 ਮੂੰਹਾਂ ਵਾਲੇ ਨੂੰ ਹੰਕਾਰ ਸੀ, ਉਹਨੂੰ ਉਡਾ ਕੇ 16 ਕੋਲ ਲੈ ਗਏ। ਕਰਦਿਆਂ ਕਰਦਿਆਂ ਹਜ਼ਾਰਾਂ ਮੂੰਹਾਂ ਵਾਲੇ ਬ੍ਰਹਮਾ ਤੱਕ ਸਾਰੇ ਪਹੁੰਚ ਗਏ। ਜਿਹਦੇ 1000 ਮੂੰਹ ਸੀ ਨਾ, ਉਹ ਉੱਠ ਕੇ ਅੱਗੋਂ ਖੜਾ ਹੋ ਕੇ ਨਿਮਰਤਾ ਨਾਲ ਕਹਿੰਦਾ ਆਓ ਜੀ ਕੀ ਸੇਵਾ ਕਰੀਏ ਤੁਹਾਡੀ। ਉਹਦੀ ਨਿਮਰਤਾ ਨੂੰ ਦੇਖ ਕੇ ਸਾਰਿਆਂ ਦਾ ਹੰਕਾਰ ਦੂਰ ਹੋ ਗਿਆ। ਉਹ ਤਾਂ ਸਿਰਫ ਵਾਹਿਗੁਰੂ ਨੇ ਕੌਤਕ ਰਚਣਾ ਸੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਪ੍ਰਮਾਤਮਾ ਦਾ ਤਾਂ ਅੰਤ ਨਹੀਂ ਹੈ, ਉਹਦੇ ਬੰਦਿਆਂ ਦਾ ਅੰਤ ਨਹੀਂ, ਉਹਦੀ ਕੁਦਰਤ ਦਾ ਅੰਤ ਨਹੀਂ, ਉਹਦੇ ਪਾਰਾਵਾਰ ਦਾ ਭਾਵ ਗਿਆਨ ਵਿਰਾਗ ਦਾ ਅੰਤ ਨਹੀਂ, ਲੋਕ ਪਰਲੋਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਕਾਰਨ ਕੇਤੇ ਬੇਲ ਲਾਹੇ। ਹੁਣ ਵਾਹਿਗੁਰੂ ਦਾ ਅੰਤ ਲੈਣ ਕਾਰਨ ਕਿੰਨੇ ਲੋਕ ਜੀਵ ਜਿਹੜੇ ਨੇ ਉਹ ਬਿਰਲਾਪ ਕਰਦੇ ਨੇ, ਮੈਂ ਅੰਤ ਪਾਵਾਂਗਾ, ਮੈਂ ਅੰਤ ਪਾ ਲਵਾਂਗਾ, ਤਾਂ ਕਿ ਅੰਤ ਨਾ ਪਾਏ ਜਾਹੇ। ਪਰ ਵਾਹਿਗੁਰੂ ਦਾ ਅੰਤ ਤਾਂ ਕੋਈ ਪਾਇਆ ਨਹੀਂ ਜਾ ਸਕਦਾ। ਵਾਹਿਗੁਰੂ ਦਾ ਅੰਤ ਕਿਹਨੇ ਪਾਇਆ ਹੈ? ਤਾਂ ਕਾ ਅੰਤ ਨਾ ਜਾਣੈ ਕੋਈ, ਆਪੇ ਆਪ ਨਾਨਕ ਪ੍ਰਭ ਸੋਏ। ਸ੍ਰੀ ਸੁਖਮਨੀ ਸਾਹਿਬ ਮਹਾਰਾਜ ਨੇ ਬਚਨ ਉਚਾਰਨ ਕੀਤਾ। ਮਹਾਰਾਜ ਕਹਿੰਦੇ ਇੱਕ ਗੱਲ ਦੱਸੋ, ਪਰਮਾਤਮਾ ਦਾ ਅੰਤ ਲੈਣ ਲਈ ਕਿੰਨੇ ਕੁ ਲੋਕ ਵਿਰਲਾਪ ਕਰਦੇ ਨੇ? ਕਹਿੰਦੇ ਮਹਾਰਾਜ ਪਤਾ ਨਹੀਂ ਕਿੰਨੇ ਕਰਦੇ ਹੋਣੇ। ਕਹਿੰਦੇ ਲੱਖ, 2 ਲੱਖ, 5 ਲੱਖ। ਕਹਿੰਦੇ ਜੀ ਕੀ ਕਹੀਏ? ਮਹਾਰਾਜ ਹੱਸਣ ਲੱਗੇ। ਉਹ ਕਹਿੰਦੇ ਜਦ ਤੁਹਾਨੂੰ ਇਹ ਨਹੀਂ ਪਤਾ ਉਹਦਾ ਅੰਤ ਲੈਣ ਵਿੱਚ ਵਿਰਲਾਪ ਕਰਦੇ ਬੰਦਿਆਂ ਦਾ ਅੰਤ ਨਹੀਂ ਤੁਸੀਂ ਪਾ ਸਕਦੇ, ਕਿੰਨੇ ਬੰਦੇ ਉਹਦੇ ਭਗਤ ਨੇ ਦੁਨੀਆ 'ਚ, ਤੇ ਫਿਰ ਤੁਸੀਂ ਪਰਮਾਤਮਾ ਦਾ ਅੰਤ ਪਾਉਣ ਲਈ ਕਿਉਂ ਤਰਲੇ ਲੈਂਦੇ ਹੋ? ਇਸ ਕਰਕੇ ਉਹਦਾ ਅੰਤ ਪਾਉਣਾ ਬਹੁਤ ਔਖਾ ਹੈ। ਇੱਕ ਰਾਜਾ ਸੀ, ਉਹ ਵੀ ਬੜਾ ਅੰਤ ਪਾਉਣ ਦਾ ਯਤਨ ਕਰਦਾ ਰਿਹਾ, ਪਰ ਉਹ ਚੜ੍ਹਾਈ ਕਰ ਗਿਆ ਫਿਰ। ਸੋ ਇਸ ਕਰਕੇ ਵਿਪਸਚਤ ਰਾਜਾ ਹੋਇਆ ਇੱਕ, ਉਹ ਕਹਿੰਦਾ ਰੱਬ ਦਾ ਅੰਤ ਪਾਉਣਾ। ਕਿੰਨਾ ਕੁ ਅੰਤ ਪਾਵੇਗਾ? 100 ਸਾਲ ਦੀ ਉਮਰ ਹੋ ਗਈ, ਪੂਰੀ ਹੋ ਗਈ, ਮਾੜਾ ਜਿਹਾ ਅੰਤ ਵੀ ਨਹੀਂ ਪਾ ਸਕਿਆ ਇਨਸਾਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹੋ ਅੰਤ ਨਾ ਜਾਣਾ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਕਹਿਣਗੇ ਭਾਈ ਉਹਦਾ ਇਹੀ ਅੰਤ ਹੈ ਜੋ ਉਹਦਾ ਕੋਈ ਅੰਤ ਜਾਣ ਨਹੀਂ ਸਕਦਾ। ਉਹਦਾ ਅੰਤ ਕੀ ਹੈ?
ਉਹਨੂੰ ਕਹੋ ਬੇਅੰਤ ਹੈ, ਬੇਅੰਤ ਹੈ। ਜਦੋਂ ਆਪਾਂ ਇਹ ਕਹਾਂਗੇ ਕਿ ਬੇਅੰਤ ਹੈ, ਬੇਅੰਤ ਹੈ, ਇਹੀ ਉਹਦਾ ਅੰਤ ਹੈ ਬਸ। ਇਹ ਜੋ ਆਤਮਾ ਭਿੰਨ ਪਰਮਾਤਮਾ ਹੈ, ਉਹਦਾ ਕੋਈ ਅੰਤ ਨਹੀਂ ਜਾਣ ਸਕਦਾ। ਜਿਤਨਾ ਬਹੁਤਾ ਜਸ ਕਹੀਦਾ ਨਾ, ਬਹੁਤਾ ਕਹੀਏ ਬਹੁਤਾ ਹੋਏ, ਉਤਨਾ ਹੀ ਹੋਰ ਬਹੁਤਾ ਜਸ ਹੁੰਦਾ ਜਾਂਦਾ ਹੈ। ਉਹ ਪਰਮਾਤਮਾ ਦਾ ਬਹੁਤਾ ਜਸ ਸਰਦਾ ਸਹਿਤ ਕਹਿਣ ਨਾਲ ਇਹ ਜੀਵ ਦਾ ਆਪਣਾ ਬਹੁਤਾ ਜਸ ਆਪਣਾ ਤਾਂ ਵੱਧ ਜਾਂਦਾ, ਪਰ ਉਹਦਾ ਅੰਤ ਨਹੀਂ ਆਉਂਦਾ। ਇਸ ਕਰਕੇ ਜਿੰਨਾ ਜਸ ਕਹਿੰਦੇ ਆ, ਜਿੰਨਾ ਕੋਈ ਕਹਿੰਦਾ ਉਹ ਉਨਾ ਹੀ ਹੋਰ ਵੱਧ ਜਾਂਦਾ, ਜਿੰਨਾ ਕੋਈ ਕਹਿੰਦਾ। ਇਸ ਕਰਕੇ ਅਖੀਰ ਜਾ ਕੇ ਸਭ ਕੁਝ ਖੜ ਜਾਂਦਾ, ਹੱਥ ਖੜੇ ਹੋ ਜਾਂਦੇ ਇਨਸਾਨ ਦੇ। ਮਨੁੱਖ ਸ਼ਰਾਰਤਾਂ ਕਰਦਾ ਕਿਉਂਕਿ ਇਹਦੇ ਕੋਲ ਬੁੱਧੀ ਹੈ ਔਰ ਆਪਣੀ ਸਿਆਣਪ ਤੇ ਮਾਣ ਕਰਦਾ। ਇਹਦੇ ਨਾਲ ਅਕਾਲ ਪੁਰਖ ਖੇਡਦੇ ਰਹਿੰਦੇ ਨੇ ਬੱਚਿਆਂ ਵਾਂਗੂ। ਜਿਵੇਂ ਆਪਾਂ ਬੱਚਿਆਂ ਨਾਲ ਖੇਡਦੇ, ਛੋਟੇ ਛੋਟੇ ਬੱਚਿਆਂ ਨਾਲ ਆਪਾਂ ਜਿਵੇਂ ਖੇਡਦੇ ਆ ਨਾ, ਉਸੇ ਤਰ੍ਹਾਂ ਪ੍ਰਮਾਤਮਾ ਸਾਡੇ ਨਾਲ ਖੇਡਦੇ ਰਹਿੰਦੇ ਨੇ। ਉਹਨਾਂ ਨੂੰ ਪਤਾ ਨਿੱਕਾ ਜਿਹਾ ਹੈ, ਹੁਣ ਪੈਦਾ ਕੀਤਾ ਪਾਣੀ ਦੇ ਬੁਲਬੁਲਿਆਂ ਨੂੰ, ਹੁਣ ਵਿਚਾਰੇ ਨੇ ਚਲੇ ਜਾਣਾ, ਇਹ ਮੇਰਾ ਅੰਤ ਕੀ ਪਾਵੇਗਾ। ਵੱਡਾ ਸਾਹਿਬ ਉੱਚਾ ਥਾਓ, ਉਹ ਸਾਹਿਬ ਮਾਲਕ ਸਾਰਿਆਂ ਤੋਂ ਵੱਡਾ ਹੈ। ਅਤੇ ਉੱਚਾ ਥਾਂ ਕਿਹੜਾ? ਉਹਦਾ ਸਤਸੰਗਤ ਰੂਪ ਸਥਾਨ ਸਭ ਤੋਂ ਉੱਚਾ ਹੈ। ਸਾਧ ਸੰਗਤ ਕਾ ਘਰ ਵਸੈ, ਇੱਕੋ ਸੱਚਾ ਸੋਏ। ਭਾਈ ਗੁਰਦਾਸ ਜੀ ਨੇ ਲਿਖਿਆ ਜਿਵੇਂ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਕਹਿੰਦੇ ਪ੍ਰਮਾਤਮਾ ਲੱਭਦਾ ਨਾਰਦ, ਲੱਭਦਾ ਲੱਭਦਾ ਕਿਤੇ ਵੀ ਨਾ ਲੱਭੇ। ਅੱਜ ਕਹਿੰਦੇ ਅੱਜ ਪ੍ਰਮਾਤਮਾ ਕਿੱਧਰ ਚਲੇ ਗਏ, ਦਰਸ਼ਨ ਨਹੀਂ ਹੋ ਰਹੇ ਉਹਨਾਂ ਦੇ ਸਰੂਪ ਦੇ। ਉਹ ਤਾਂ ਇੱਕ ਕੌਤਕ ਦਿਖਾਉਣਾ ਹੁੰਦਾ, ਵੈਸੇ ਤਾਂ ਉਹ ਸਰਬ ਵਿਆਪਕ ਨੇ। ਉਸ ਵਕਤ ਜਦੋਂ ਲੱਭਦਿਆਂ ਲੱਭਦਿਆਂ ਅਖੀਰ ਸਤਸੰਗਤ 'ਚ ਬਹਿ ਗਿਆ ਆ ਕੇ ਨਾਰਦ ਮੁਨੀ, ਪਿਛਲੇ ਪਾਸੇ ਦੇਖਿਆ ਪਰਮਾਤਮਾ ਉੱਥੇ ਬੈਠੇ ਨੇ। ਕਹਿੰਦੇ ਮਹਾਰਾਜ ਮੈਂ ਤਿੰਨਾਂ ਲੋਕਾਂ 'ਚ ਭਾਲਿਆ, ਤੁਸੀਂ ਇੱਥੇ ਬੈਠੇ ਹੋ। ਪਰਮਾਤਮਾ ਕਹਿੰਦੇ ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨੀ, ਤੂੰ ਕਿੱਥੇ ਲੱਭਦਾ ਫਿਰਦਾ ਮੈਨੂੰ? ਮੈਂ ਕਿਤੇ ਪਹਾੜਾਂ 'ਚ ਬੈਠਾ, ਮੈਂ ਕਿਤੇ ਹੋਰ ਥਾਂ ਬੈਠਾ, ਮੈਂ ਤਾਂ ਸਿਰਫ ਉੱਥੇ ਬੈਠਦਾ ਜਿੱਥੇ ਸੰਗਤ ਹੁੰਦੀ, ਜਿੱਥੇ ਬਹਿ ਕੇ ਲੋਕ ਨਾਮ ਜਪਦੇ ਨੇ, ਜਿੱਥੇ ਭਾਵਨਾ ਵਾਲੇ ਬੈਠੇ ਨੇ। ਮੈਂ ਤਾਂ ਭਾਉ ਭਗਤ ਦਾ ਭੁੱਖਾ ਹਾਂ। ਇਸ ਕਰਕੇ ਪਰਮਾਤਮਾ ਕਹਿੰਦੇ ਮੈਂ ਤਾਂ ਹੁੰਨਾ ਹੀ ਸੰਗਤ ਵਿੱਚ ਹਾਂ। ਕਿਸੇ ਨੇ ਮੈਨੂੰ ਦੇਖਣਾ ਹੋਵੇ, ਲੋਕੀ ਸੰਗਤ ਨੂੰ ਛੱਡ ਛੱਡ ਕੇ ਭਜਦੇ ਨੇ। ਸੰਗਤ ਨੂੰ ਛੱਡ ਕੇ ਜੇ ਕੋਈ ਭਜਦਾ ਪਰੇ ਨੂੰ, ਉਹਨੂੰ ਕਿੱਥੇ ਮਿਲਣੇ ਪਰਮਾਤਮਾ? ਸੰਗਤ ਦੇ ਵਿੱਚ ਮਿਲਣੇ ਨੇ ਪਰਮਾਤਮਾ। ਇਸ ਕਰਕੇ ਕਿਰਪਾ ਹੁੰਦੀ ਸੰਗਤ ਵਿੱਚ ਬੈਠਣ ਦੇ ਨਾਲ। ਇਹ ਇੱਕ ਵੱਖਰੀ ਗੱਲ ਹੈ ਕਿ ਆਪਾਂ ਦੂਰ ਦੁਰਾਡੇ ਤੱਕ ਕਥਾ ਸੁਣਾਉਣ ਦਾ ਯਤਨ ਕਰ ਰਹੇ ਸੰਗਤ ਨੂੰ, ਪਰ ਜਿੱਥੇ ਵੀ ਸੰਗਤ ਹੈ ਗੁਰੂ ਘਰਾਂ ਵਿੱਚ ਜ਼ਰੂਰ ਜਾ ਕੇ ਸੰਗਤ ਕਰੋ, ਕਿਉਂਕਿ ਘਰ ਬੈਠਿਆਂ ਸੇਧ ਮਿਲ ਸਕਦੀ ਕਥਾ ਨਾਲ। ਘਰ ਬੈਠਿਆਂ ਕੀਰਤਨ ਸੁਣਦੇ ਹਾਂ, ਐ ਤਾਂ ਹਰਿਮੰਦਰ ਸਾਹਿਬ ਤੋਂ ਕੀਰਤਨ ਟੀਵੀ ਤੇ ਦੇਖਦੇ ਹਾਂ, ਫਿਰ ਤਾਂ ਕੋਈ ਹਰਿਮੰਦਰ ਸਾਹਿਬ ਜਾਵੇ ਨਹੀਂ। ਪਰ ਉੱਥੇ ਜਾਣ ਦਾ ਵੱਖਰਾ ਫਲ ਹੈ, ਵੱਖਰਾ ਆਨੰਦ ਹੈ, ਵੱਖਰੀ ਕਿਰਪਾ। ਇਸੇ ਤਰ੍ਹਾਂ ਸਤਸੰਗਤ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਅਸੀਸ ਮਿਲਣੀ ਹੈ, ਜੋ ਆਸ਼ੀਰਵਾਦ ਮਿਲਣਾ ਮਹਾਰਾਜ ਦਾ, ਉਹ ਵੱਖਰਾ। ਇਹ ਵੱਖਰੀ ਗੱਲ ਹੈ ਕਿ ਦੂਰ ਦੁਰਾਡੇ ਜੋ ਨਹੀਂ ਜਾ ਸਕਦੇ ਸਤਸੰਗਤ ਵਿੱਚ, ਉਹ ਆਨੰਦ ਮਾਣਦੇ ਨੇ। ਵਾਹਿਗੁਰੂ ਕਿਰਪਾ ਕਰੇ। ਅਸੀਂ ਤਾਂ ਕਹਿੰਦੇ ਮਹਾਰਾਜ ਜਿੱਥੇ ਕੋਈ ਸੁਣਦਾ, ਜਿੱਥੇ ਵੀ ਕੋਈ ਬੈਠਾ ਤੁਹਾਡਾ ਧਿਆਨ ਕਰ ਰਿਹਾ, ਸਾਰਿਆਂ ਤੇ ਮਿਹਰ ਕਰੋ, ਸਾਰਿਆਂ ਦੇ ਹਿਰਦੇ 'ਚ ਵਸੋ, ਸਾਰਿਆਂ ਤੋਂ ਕਲਯੁਗ ਦਾ ਪ੍ਰਭਾਵ ਹਟਾ ਦਿਓ, ਮਾਇਆ ਦਾ ਪ੍ਰਭਾਵ ਹਟਾ ਕੇ ਆਪਣੇ ਚਰਨੀ ਲਾ ਲਓ ਸਭ ਨੂੰ। ਸਾਡੀਆਂ ਤਾਂ ਬੇਨਤੀਆਂ ਆਪਦੇ ਚਰਨਾਂ 'ਚ ਆਪ ਵੱਡੇ ਹੋ, ਸਮਰੱਥ ਹੋ। ਇਸ ਤਰੀਕੇ ਨਾਲ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰੀਏ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਮਹਾਰਾਜ ਕਹਿੰਦੇ ਸਾਧੂ ਦੀ ਰਸਨਾ ਤੇ ਬੈਠਾ। ਸਭ ਤੋਂ ਉੱਚਾ ਸਥਾਨ ਉਹਦਾ ਕਿਹੜਾ ਹੈ? ਬੈਕੁੰਠ, ਸੱਚਖੰਡ, ਅੰਤਸ਼ਕਰਨ, ਦਸਮ ਦੁਆਰ, ਸ੍ਰੀ ਹਰਿਮੰਦਰ ਸਾਹਿਬ, ਇਹ ਸਾਰੇ ਉਹਦੇ ਥਾਂ ਨੇ। ਪਹਿਲਾਂ ਜਦੋਂ ਕਿਰਪਾ ਹੁੰਦੀ ਸਤਸੰਗਤ ਵਿੱਚ ਆਉਂਦਾ, ਫਿਰ ਅੰਤਸ਼ਕਰਨ ਦਾ ਪਤਾ ਲੱਗਦਾ, ਇਹ ਅੰਦਰ ਆਪਣੇ। ਜਦੋਂ ਅੰਤਸ਼ਕਰਨ ਵਿੱਚ ਪ੍ਰਕਾਸ਼ ਹੋ ਜਾਂਦਾ ਤਾਂ ਫਿਰ ਇੱਥੋਂ ਬੈਠਾ ਹੀ ਚਲਿਆ ਜਾਂਦਾ ਸੱਚਖੰਡ ਨੂੰ, ਬੈਠਾ ਹੀ ਸਭ ਕੁਝ ਦੇਖ ਲੈਂਦਾ। ਇੱਥੋਂ ਬੈਠਾ ਦੱਸ ਦਿੰਦਾ ਅੱਜ ਹਰਿਮੰਦਰ ਸਾਹਿਬ 'ਚ ਆਹ ਹੁਕਮਨਾਮਾ ਆਇਆ। ਇੱਥੋਂ ਬੈਠਾ ਬਿਨਾਂ ਟੀਵੀ ਦੇਖਿਆ, ਟੀਵੀ ਤਾਂ ਹੁਣ ਚੱਲਿਆ, ਕਿਉਂਕਿ ਜਦੋਂ ਅੰਦਰ ਪ੍ਰਕਾਸ਼ ਹੋ ਗਿਆ ਫਿਰ ਤਾਂ ਤਿੰਨਾਂ ਲੋਕਾਂ ਦੇ ਵਿੱਚ ਕੀ ਹੋ ਰਿਹਾ, ਵਰਤਾਰਾ ਵਰਤਦਾ ਹੈ, ਉਹ ਦੱਸ ਦਿੰਦਾ ਹੈ।
ਵੱਡਾ ਸਾਹਿਬ ਉੱਚਾ ਥਾਉ। ਉਸ ਪ੍ਰਮਾਤਮਾ ਤੋਂ ਕੋਈ ਉੱਚਾ ਵੀ ਹੈ ਹੋਰ ਕੋਈ? ਮਹਾਰਾਜ ਕਹਿੰਦੇ ਹਾਂ। ਸਿੱਧ ਬੜੇ ਖੁਸ਼ ਹੋਏ ਵੀ ਹੁਣ ਪ੍ਰਮਾਤਮਾ ਦਾ ਅੰਤ ਆ ਜਾਵੇਗਾ, ਕਿਉਂਕਿ ਉਹਦੇ ਨਾਲ ਜਦੋਂ ਹੁਣ ਮਹਾਰਾਜ ਕਹਿੰਦੇ ਹੈ ਕੋਈ ਵੱਡਾ, ਮਹਾਰਾਜ ਉਹਦੇ ਨਾਲ ਵੱਡਾ ਕੌਣ ਹੈ ਜੀ? ਉਹਨਾਂ ਸੋਚਿਆ ਸ਼ਾਇਦ ਕੋਈ ਹੋਰ ਵੱਡਾ ਰੱਬ ਹੋਵੇਗਾ, ਜਾਂ ਪ੍ਰਮਾਤਮਾ ਦਾ ਕੋਈ ਪਿਤਾ ਹੋਵੇਗਾ, ਜਾਂ ਉਹਦਾ ਕੋਈ ਗੁਰੂ ਹੋਵੇਗਾ। ਚਲੋ ਕੁਛ ਨਾ ਕੁਛ ਤੇ ਦੱਸਿਆ ਇਹਨਾਂ ਨੇ, ਕੋਈ ਟਿਕਾਣਾ ਤਾਂ ਮਿਲਿਆ। ਮਹਾਰਾਜ ਕਹਿਣ ਲੱਗੇ ਉੱਚੇ ਉੱਪਰ ਉੱਚਾ ਨਾਉ। ਕਹਿੰਦੇ ਭਾਈ ਸਿੱਧੂ ਸਾਰਿਆਂ ਤੋਂ ਉੱਚਾ ਜੋ ਪਰਮਾਤਮਾ ਨਾ, ਉਹਦੇ ਉੱਪਰ ਉਸ ਦਾ ਆਪਣਾ ਨਾਂ ਹੀ ਉੱਚਾ ਹੈ। ਬਸ ਸਭ ਤੋਂ ਵੱਡਾ ਉਹਦਾ ਨਾਮ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਨਾਮੈ ਜੀਵੜ ਕੋਈ ਅਵਰ ਨਾ ਸੂਝੈ, ਹਰ ਨਾਮੋ ਅੰਤ ਛਡਾਤਾ। ਬਹੁਤ ਸਾਖੀਆਂ ਨੇ ਉਹਦੇ ਨਾਮ ਦੇ ਉੱਤੇ, ਜੇ ਤੋਲਿਆ ਜਾਵੇ ਤਾਂ ਨਾਮ ਹੀ ਵੱਡਾ ਨਿਕਲਦਾ ਹੈ। ਇਸ ਕਰਕੇ ਨਾਮ ਦਾ ਮਹਾਤਮ ਮਹਾਰਾਜ 10ਵੇਂ ਪਾਤਸ਼ਾਹ ਨੇ ਵੀ ਦੱਸਿਆ, ਔਰ ਕ੍ਰਿਸ਼ਨ ਜੀ ਵੇਲੇ ਵੀ ਤੋਲਿਆ ਗਿਆ। ਜਦੋਂ ਸੋਨਿਆਂ ਦੇ ਗਹਿਣਿਆਂ ਨਾਲ ਤੋਲੇ ਨਹੀਂ, ਫਿਰ ਨਾਮ ਲਿਖ ਕੇ ਜਦੋਂ ਤੁਲਸੀ ਦੇ ਪੱਤੇ ਤੇ ਰੱਖਿਆ ਤੋਲੇ ਗਏ। ਉਹ ਪਲੜਾ ਹੀ ਭਾਰੀ ਹੋ ਗਿਆ ਨਾਮ ਕਰਕੇ। ਇਸ ਤਰ੍ਹਾਂ ਵਿਸਥਾਰ ਸਹਿਤ ਸਾਖੀਆਂ ਆਉਂਦੀਆਂ, ਫਿਰ ਕਥਾ ਦੀ ਲੰਬਾਈ ਵੱਧਦੀ ਹੈ। ਫਿਰ ਬਾਰ-ਬਾਰ ਆਪਾਂ ਉਸ ਚੀਜ਼ ਨੂੰ ਸੁਣਾਉਂਦੇ ਹਾਂ। ਇੰਨੇ ਹੀ ਜਾਣ ਲਓ ਕਿ 10ਵੇਂ ਪਾਤਸ਼ਾਹ ਵੇਲੇ ਨਾਰਦ ਮੁਨੀ ਖੰਭ ਲੈ ਕੇ ਆਇਆ ਹਮਾਯੂ ਪੰਛੀ ਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤੀਰਾਂ ਨਾਲ ਲਾ ਦੇ। ਜਾਂ ਤੀਰ ਚਲਾਏ ਤਾਂ ਉਹ ਕਹਿੰਦੇ ਤੀਰ ਲੱਭ ਕੇ ਲਿਆਓ, ਤੀਰ ਲੱਭੇ ਹੀ ਨਾ। ਕਹਿੰਦੇ ਮਹਾਰਾਜ ਉਹ ਤੀਰ ਤਾਂ ਲੱਭੇ ਹੀ ਨਹੀਂ, ਅੱਜ ਪਤਾ ਨਹੀਂ ਕਿੱਧਰ ਨੂੰ ਗਏ। ਮਹਾਰਾਜ ਹੱਸ ਕੇ ਕਹਿੰਦੇ ਉੱਥੇ ਹੀ ਚਲੇ ਗਏ ਜਿੱਥੋਂ ਆਏ ਸੀ। ਕਹਿੰਦੇ ਹਮਾਯੂ ਪੰਛੀ ਹੈ ਜਾਂ ਹਮਾਊ ਪੰਛੀ, ਇਹ ਕਹਿੰਦੇ ਅਸਮਾਨ ਵਿੱਚ ਇੰਨਾ ਜ਼ਿਆਦਾ ਉੱਚਾ ਉੱਡ ਰਿਹਾ, ਉਹਦੇ ਖੰਭ ਵਾਪਸ ਉਹਦੇ ਕੋਲ ਚਲੇ ਜਾਂਦੇ ਨੇ ਤਾਂ ਨਾਰਦ ਮੁਨੀ ਲੈ ਆਇਆ। ਕਹਿੰਦੇ ਅਸੀਂ ਤਾਂ ਭਾਈ ਤੁਹਾਨੂੰ ਇਹ ਗੱਲ ਦੱਸਣੀ ਸੀ ਕਿ ਬਾਣੀ ਧੁਰ ਤੋਂ ਆਈ ਹੈ। ਜਿਹੜਾ ਬੰਦਾ ਧੁਰ ਦੀ ਬਾਣੀ ਨਾਲ ਜੁੜ ਜਾਂਦਾ, ਬਾਣੀ ਉਹਨੂੰ ਵਾਪਸ ਧੁਰੇ ਹੀ ਲੈ ਜਾਂਦੀ ਉੱਥੇ ਹੀ। ਇਸ ਕਰਕੇ ਬਾਣੀ ਨਾਲ ਜੁੜੋ। ਤੀਰ ਸਾਰੇ ਚਲਾਏ ਨੇ। ਨਾਮ ਪੰਖ ਨਾਮੀ ਸੋ ਬਿਹੰਗ, ਜੋ ਜਗਿਆਸੀ ਲਾਗਿਓ ਸੰਗ। ਪ੍ਰਾਣ ਅੰਤ ਲਗ ਤਿਆਗਿਓ ਨਾਹੀ, ਲਾਗਿਓ ਰਹਿਓ ਨਾਮ ਰਸ ਮਾਹੀ। ਪੰਖ ਨਾਮ ਲੈ ਸਰ ਜਗਿਆਸੀ, ਜਾਏ ਮਿਲਾਵਟ ਸ੍ਰੀ ਪ੍ਰਭ ਪਾਸੀ। ਮਹਾਰਾਜ ਕਹਿੰਦੇ ਉੱਥੇ ਹੀ ਲੈ ਜਾਂਦੀ ਬਾਣੀ। ਧੁਰੋਂ ਆਈ ਬਾਣੀ ਤੇ ਧੁਰ ਹੀ ਲੈ ਜਾਂਦੀ। ਕਨੈਕਸ਼ਨ ਧੁਰ ਤੱਕ ਹੈ ਬਾਣੀ ਦਾ। ਉਹ ਬੋਲਦੇ ਨੇ, ਆਪਾਂ ਸੁਣਦੇ ਨੇ। ਇੱਥੇ ਆਪਾਂ ਬੋਲਦੇ, ਉਹਨਾਂ ਨੂੰ ਸਾਰਾ ਸੁਣਦਾ। ਪੂਰੀ ਦੀ ਪੂਰੀ ਕਥਾ ਹੀ ਸੱਚਖੰਡ ਚਲੀ ਜਾਂਦੀ। ਕੀਰਤਨ ਕਰਦੇ ਉਹ ਵੀ ਚਲੇ ਜਾਂਦਾ। ਤਾਂ ਹੀ ਆਪਾਂ ਕਹਿੰਦੇ ਬਾਣੀ ਦਰਗਾਹ 'ਚ ਪ੍ਰਵਾਨ ਕਰ ਲੈਣੀ। ਉਹ ਵੇਖਿਆ, ਉਹ ਸਾਨੂੰ ਸਭ ਨੂੰ ਦੇਖਦੇ ਨੇ। ਸੰਗਤ ਕਿੰਨੀ ਬੈਠੀ ਆ, ਕੀ ਕਥਾ ਹੋ ਰਹੀ, ਕਿੱਥੇ ਕੀ ਹੋ ਰਿਹਾ, ਕਿਉਂਕਿ ਸਰਬ ਵਿਆਪਕ ਵਾਹਿਗੁਰੂ ਸਾਨੂੰ ਦੇਖਦੇ ਨੇ। ਦੇਖਦੇ ਨਹੀਂ ਠੰਡ 'ਚ ਸੰਗਤ ਆਈ ਹੈ, ਇਨ ਸ਼ਰਧਾ ਨਾਲ ਸੁਣ ਰਹੇ ਨੇ, ਫਿਰ ਇਹਦੇ ਨਾਲ ਹੋਰ ਕਿਰਪਾ ਹੋ ਜਾਂਦੀ, ਮਹਾਰਾਜ ਦੀ ਮਿਹਰ ਹੁੰਦੀ ਹੈ। ਇਹ ਵੱਡ ਉੱਚਾ ਹੋਵੇ ਕੋਈ, ਇਸ ਉੱਚੇ ਕੋ ਜਾਣੈ ਸੋਏ। ਕਹਿੰਦੇ ਜਿੱਡਾ ਵੱਡਾ ਨਾਮ ਹੈ ਨਾ, ਜੇ ਏਡਾ ਵੱਡਾ ਉੱਚਾ ਕੋਈ ਹੋਵੇ, ਅਤਿਅੰਤ ਸ਼ਰਧਾ ਨਾਲ ਜੇ ਹੋ ਕੇ ਨਾਮ ਜਪੇ, ਰੋਮ ਰੋਮ ਚਿੰਤਨ ਕਰੇ, ਤਾਂ ਉਹ ਉੱਚੇ ਪਰਮੇਸ਼ਰ ਨੂੰ ਜਾਣ ਸਕਦਾ ਹੈ। ਰੋਮ ਰੋਮ ਤ੍ਰੇਤੇ ਦੇ ਵਿੱਚ ਜਪਿਆ ਹਨੂਮਾਨ ਜੀ ਨੇ। ਦੇਖੋ ਕਿੰਨੇ ਉਹਨਾਂ ਦੇ ਰੋਮ ਤੇ ਕਿੰਨਿਆਂ ਰੋਮਾਂ ਵਿੱਚ ਸਿਰਫ ਪਰਮੇਸ਼ਰ ਦਾ ਨਾਮ ਹੈ। ਤੇ ਇਸ ਕਰਕੇ ਪਿਛਲੀਆਂ ਯੁੱਗਾਂ ਵਿੱਚ ਹੋਏ ਨੇ ਰੋਮ ਰੋਮ ਜਪਣ ਵਾਲੇ, ਹਿਰਦੇ ਵਿੱਚ ਜਪਣ ਵਾਲੇ, ਪਰ ਘੱਟ ਗਿਣਤੀ 'ਚ ਹੋਏ ਨੇ। ਕੋਈ ਵਿਰਲਾ ਹੋਇਆ। ਪਰ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਤਾਂ ਇੰਨੇ 10ਵੇਂ ਪਾਤਸ਼ਾਹ ਵੇਲੇ 500 ਬ੍ਰਹਮ ਗਿਆਨੀ ਸੀ ਮਹਾਰਾਜ ਨਾਲ। ਇਹ ਇੱਕ ਬੜੀ ਵੱਡੀ ਗੱਲ ਹੈ ਕਿ ਹੁਣ ਆਪਾਂ ਨੂੰ ਲੱਭਦਾ ਨਹੀਂ ਕੋਈ, ਬਹੁਤ ਮੁਸ਼ਕਲ। ਤਾਰਾਗੜ੍ਹ ਦੇ ਕਿਲੇ 'ਚ 500 ਬ੍ਰਹਮ ਗਿਆਨੀ ਰਹਿੰਦਾ ਸੀ, ਕਿਉਂਕਿ ਮਹਾਰਾਜ ਨੇ ਤਾਂ ਕਿਰਪਾ ਹੀ ਬਹੁਤ ਕੀਤੀ ਆਪਣੇ ਗੁਰਸਿੱਖਾਂ ਉੱਤੇ। ਹੁਣ ਵੀ ਬਹੁਤ ਨੇ। ਜੇ ਵੜ ਆਪੇ ਜਾਣੈ ਆਪੇ। ਜਿੱਡਾ ਵੱਡਾ ਪ੍ਰਮਾਤਮਾ ਆਪ ਹੈ, ਉਨਾ ਵੱਡਾ ਆਪਣੇ ਆਪ ਨੂੰ ਪ੍ਰਮਾਤਮਾ ਆਪ ਹੀ ਜਾਣਦਾ, ਹੋਰ ਕੋਈ ਜਾਣ ਨਹੀਂ ਸਕਦਾ। ਇੱਕ ਆਪ ਪੱਪੇ ਔਂਕੜ ਹੁੰਦਾ, ਇਹ ਆਪ ਪੱਪੇ ਸਿਹਾਰੀ। ਜੇ ਵੜ ਆਪੇ ਜਾਣੈ ਆਪੇ। ਸੋ ਪਿੱਛੇ ਜੇ ਐਸਾ ਵੀ ਬਦਲਦੀਆਂ ਰਹਿੰਦੀਆਂ ਬੋਲੀਆਂ ਥੋੜ੍ਹੀਆਂ, ਜਿਵੇਂ ਸੱਸਾ ਹਾਹਾ ਸੱਸਾ, ਕਹਿੰਦੇ ਇਹਨੂੰ ਸਹਸ
ਕਈ ਲੋਕ ਪਹਿਲਾਂ ਸਹਿਸ ਕਹਿੰਦੇ, ਸਹਸ, ਰਹਸ, ਜੇ ਉਹ ਇਉਂ ਬੋਲੇ ਜਾ ਸਕਦੇ ਆ ਤਾਂ ਸਿਹਾਰੀਆਂ ਵੀ ਸ਼ੁਰੂ ਤੋਂ ਲੈ ਕੇ ਜਿਹੜੀ ਮਹਾਰਾਜ ਨੇ ਸੰਥਿਆ ਕਰਾਈ ਸੀ ਦਮਦਮਾ ਸਾਹਿਬ, ਉਹਦੇ 'ਚ ਸਾਰੇ ਅੱਖਰ ਇਉਂ ਬੋਲਣੇ ਸਿਖਾਉਂਦੇ ਸੀ ਨਾਲ। ਜੇ ਵੜ ਡੱਡੇ ਨੂੰ ਔਂਕੜ, ਜਿਵੇਂ ਜੇ ਵੜ, ਜੇਵੜ ਨਹੀਂ ਸੀ ਕਹਿੰਦੇ, ਜੇਵੜ ਹੋਰ ਅੱਖਰ ਬਣ ਜਾਂਦਾ, ਕਿਉਂਕਿ ਜੇਵੜ ਹੁੰਦਾ ਰੱਸਾ ਤੇ ਜੇਵੜ ਦੇ ਡੱਡੇ ਨੂੰ ਜੇਵੜ ਜਿੱਡਾ ਵੱਡਾ, ਆਪੇ ਪੱਪੇ ਸਿਹਾਰੀ ਆਪੇ। ਇਸੇ ਕਰਕੇ ਜਿਹੜੀ ਸ਼ੁਰੂ ਤੋਂ ਲੈ ਕੇ ਪੁਰਾਤਨ ਸੰਥਿਆ ਹੈ ਉਹਦੇ ਵਿੱਚ ਸੱਤ ਨਾਮ ਮੰਮੇ ਔਂਕੜ ਕਰਤਾ ਪੁਰਖ ਉਹ ਹੌਲੀ ਹੌਲੀ ਘੱਟ ਤਾਂ ਜਾਂਦੇ ਨੇ। ਸੰਥਿਆ ਕਰਾਉਣ ਵੇਲੇ ਥੋੜੇ ਵਧਾ ਕੇ ਕਹਾਈ ਦਾ ਨਿਰਵੈਰ, ਇਉਂ ਸਾਰੇ ਅੱਖਰ ਔਂਕੜ ਦਲੈਂਕੜ ਸਾਰੇ ਨਾਲ ਬੋਲਣੇ, ਉਹਨਾਂ ਦਾ ਧਿਆਨ ਰੱਖਣਾ ਤਾਂ ਕਿ ਕਥਾ ਜੇ ਜ਼ਬਾਨੀ ਵੀ ਕਰਨੀ ਪੈ ਜੇ ਨਾ ਕਦੇ ਜਪਜੀ ਸਾਹਿਬ ਦੀ, ਪਤਾ ਹੋਣਾ ਚਾਹੀਦਾ ਕਿ ਇੱਥੇ ਸਿਹਾਰੀ ਹੈ, ਇੱਥੇ ਔਂਕੜ ਹੈ, ਇੱਥੇ ਦਲੈਂਕੜ ਹੈ। ਨਾਨਕ ਨਦਰੀ ਕਰਮੀ ਦਾਤ, ਤਾਂ ਮਹਾਰਾਜ ਫਰਮਾਉਣੇ ਸਿੱਧੋ ਨਦਰੀ ਜੋ ਪ੍ਰਮਾਤਮਾ ਨਾ, ਕਰਮੀ ਦਾ ਅਰਥ ਹੁੰਦਾ ਜੀਵ, ਜੀਵਾਂ ਨੂੰ ਕਰਮਾਂ ਅਨੁਸਾਰ ਦਾਤ ਦਿੰਦਾ। ਨਾਨਕ ਗੁਰੂ ਨਾਨਕ ਦੇਵ ਜੀ ਨਦਰੀ, ਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਨਦਰੀ ਪ੍ਰਮਾਤਮਾ ਨਾ ਉਹ ਕਰਮੀ ਜਿਹੜੇ ਕਰਮ ਕਰਨ ਵਾਲੇ ਜੀਵ ਨੇ ਇਹਨਾਂ ਨੂੰ ਦਾਤ ਦਿੰਦਾ ਹੈ ਕਰਮਾਂ ਅਨੁਸਾਰ। ਜੀਵ ਆਪਣੇ ਸਰੂਪ ਨੂੰ ਕਿਵੇਂ ਨਿਸ਼ਚੈ ਕਰੇ, ਕਹਿੰਦੇ ਜੀਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਨਦਰੀ ਜੋ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਣ ਨਾਲ ਜਦ ਨਦਰੀ ਸਤਿਗੁਰ ਦੇਵ ਜੀ ਮਿਲੇ, ਕਿਉਂਕਿ ਨਦਰੀ ਅੱਖਰ ਸਤਿਗੁਰੂ ਲਈ ਵਰਤਿਆ, ਪ੍ਰਮਾਤਮਾ ਲਈ ਵਰਤਿਆ, ਤੇ ਸੇਵਾ ਕਰਨ ਨਾਲ ਉਹਨਾਂ ਦੀ ਕਰਮੀ ਜਿਹੜੀ ਹੁੰਦੀ ਨਾ, ਕਰਮ ਨਾਮ ਬਖਸ਼ਿਸ਼ ਦਾ ਵੀ ਆ, ਅਨੁਗ੍ਰਹ ਹੋਈ ਤਾਂ ਉਹਨਾਂ ਦੇ ਨਾਮ ਦੀ ਦਾਤ ਬਖਸ਼ੀ, ਉਹਨਾਂ ਨੇ ਆਪਣੇ ਨਾਮ ਦੀ ਦਾਤ ਜਿਗਿਆਸੂ ਨੂੰ ਦੇ ਦਿੱਤੀ। ਇਸ ਵੇਲੇ ਜਿਹੜਾ ਵੱਡਾ ਆਪਣਾ ਸਵੈ ਸਰੂਪ ਹੈ, ਉਸ ਆਪਣੇ ਸਰੂਪ ਨੂੰ ਆਪ ਹੀ ਜਾਣ ਲੈਂਦਾ ਜੀਵ ਕਿ ਮੇਰਾ ਸਰੂਪ ਕੀ ਹੈ। ਆਪਾਂ ਸ਼ੀਸ਼ੇ ਮੂਹਰੇ ਖੜ ਕੇ ਦੇਖੋ ਆਪਣਾ, ਲੋਕੀ ਕੱਦ ਮਿਣਦੇ 5 ਫੁੱਟ 8 ਇੰਚ ਹੈ, ਮੇਰਾ 6 ਫੁੱਟ ਹੈ, ਆਪਣਾ ਕਿਤੇ ਇੰਨਾ ਹੀ ਕੱਦ, ਇਹ ਤਾਂ ਸਰੀਰ ਦਾ ਕੱਦ ਹੈ। ਜਿਹੜੀ ਅੰਦਰ ਆਪਣੇ ਆਤਮਾ ਉਹਦਾ ਕੱਦ ਪਤਾ ਕਿੱਡਾ, ਉਹਦਾ ਤਾਂ ਕੋਈ ਅੰਤ ਹੀ ਨਹੀਂ। ਉਹ ਕੱਦ ਦੇਖਣਾ ਆਪਣਾ ਅੰਦਰੋਂ, ਉਹ ਕੱਦ ਨਾਮ ਨੇ ਦਿਖਾਉਣਾ। ਬੰਦਿਆ ਤੂੰ ਕਿੱਡਾ ਕੁ ਵੱਡਾ ਤੈਨੂੰ ਆਪ ਹੀ ਨਹੀਂ ਪਤਾ, ਤੂੰ ਸਿਰਫ ਸਰੀਰ ਨੂੰ ਹੀ ਦੇਖੀ ਜਾਂਦਾ, ਸਰੀਰ ਨਹੀਂ ਆਪਣਾ। ਇਹ ਤਾਂ ਬਹੁਤ, ਜਦੋਂ ਸਿਮਰਨ ਕਰਨ ਵਾਲੇ ਕਈ ਵਾਰੀ ਉਹ ਪੁੱਛਦੇ ਹੁੰਦੇ ਆ, ਮੈਂ ਸਿਮਰਨ ਕਰਦਾ ਸੀ ਬੈਠਾ, ਛੱਤ ਨੂੰ ਹੀ ਜਾ ਲੱਗਿਆ। ਦੇਖੋ ਉੱਡ ਜਾਂਦਾ ਸਰੀਰ ਵੀ, ਤਾਂ ਜੇ ਛੱਤ ਨਾ ਹੋਵੇ ਪਤਾ ਨਹੀਂ ਤਾਂ ਹੀ ਚਲੇ ਜਾਵੇ ਕਿਤੇ। ਇਸ ਕਰਕੇ ਸਿਮਰਨ ਦੇ ਵਿੱਚ ਬਰਕਤਾਂ ਪੈਂਦੀਆਂ, ਅਵਸਥਾ ਬਣਦੀਆਂ ਨੇ। ਇਉਂ 164 ਅੱਖਰਾਂ ਦੇ ਰਾਹੀਂ 24ਵੀਂ ਪੌੜੀ 'ਚ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਮਝਾਇਆ ਆਪਾਂ ਨੂੰ, ਗੁਰਾਂ ਨੇ ਕਿਰਪਾ ਕੀਤੀ ਹੈ। ਸਾਹਿਬ ਜੀ ਨੇ ਦੱਸਿਆ ਕਿ ਮੇਰੇ ਨਾਲੋਂ ਵੱਡਾ ਨਾਮ ਹੈ, ਤੇ ਜੇ ਤੁਸੀਂ ਮੈਨੂੰ ਮਿਲਣਾ ਨਾ ਪਹਿਲਾਂ ਨਾਮ ਤੱਕ ਜਾਓ, ਨਾਮ ਜਪੋ ਮੇਰਾ, ਮੈਨੂੰ ਆਵਾਜ਼ ਮਾਰੋ, ਵਾਹਿਗੁਰੂ ਜੀ ਆ ਜਾਓ, ਵਾਹਿਗੁਰੂ ਜੀ ਦਰਸ਼ਨ ਦੇ ਦਿਓ ਹੁਣ। ਫਿਰ ਕਹਿੰਦੇ ਮੈਂ ਦਰਸ਼ਨ ਦੇਵਾਂਗਾ, ਤੁਸੀਂ ਕਹਿੰਦੇ ਮੈਨੂੰ ਯਾਦ ਕਰਿਆ ਕਰੋ ਸਾਰੇ ਜਾਣੇ ਮਿਲ ਕੇ। ਸੋ ਸ਼ਾਮ ਨੂੰ 6:30 ਤੋਂ 7:30 ਕਥਾ ਦਾ ਸਮਾਂ, ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਿਆ ਕਰੋ ਪਿਆਰ ਨਾਲ, ਕਿਤੇ ਮਰਜੀ ਹੋਵੋ। ਬਹੁਤ ਆਨੰਦਮਈ ਕਥਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ ਹੈ।